ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰੋਜ਼ ਦੀ ਤਰ੍ਹਾਂ ਆਪ ਸਮੂਹ ਵੀਰਾਂ ਔਰ ਭੈਣਾਂ ਦਾ ਇਸ ਗੁਰਮਤਿ ਕਲਾਸ ਦੇ ਵਿੱਚ ਸਵਾਗਤ ਹੈ। ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਇਸੇ ਲੜੀ ਦੇ ਅੰਦਰ ਅੱਜ ਅਸੀਂ 6ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ 6ਵੀਂ ਪੌੜੀ ਦੇ ਨਾਲ 2 ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਪਹਿਲੇ ਸ਼ਲੋਕ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਧਰਮ ਦੀ ਜਾਂ ਪ੍ਰਭੂ ਪਰਮਾਤਮਾ ਦੇ ਮਿਲਾਪ ਦੀ ਗੱਲ ਕਰ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵੀ ਆਪਣੀ ਗੱਲ ਕਹਿੰਦੇ ਹਨ ਤਾਂ ਉਸ ਤੋਂ ਪਹਿਲਾਂ ਉਹ ਦੂਜਿਆਂ ਦੀ ਗੱਲ ਸਾਨੂੰ ਦੱਸਦੇ ਹਨ ਕਿ ਦੂਜੇ ਕੀ ਸੋਚਦੇ ਨੇ। ਇਸ ਦੁਨੀਆ ਦੇ ਅੰਦਰ ਹੋਰ ਲੋਕਾਂ ਦੀ ਸੋਚ ਕੀ ਹੈ, ਸਾਰਿਆਂ ਦੀ ਸੋਚ ਦੱਸਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਜੋ ਆਪਣੀ ਸੋਚ ਹੈ, ਜੋ ਯੂਨੀਵਰਸਲ ਟਰੁੱਥ ਹੈ, ਉਹ ਸਾਡੇ ਸਾਹਮਣੇ ਰੱਖਦੇ ਹਨ। ਤਾਂ ਇੱਥੇ ਵੀ ਬਹੁਤ ਸਾਰੇ ਧਰਮਾਂ ਦੀਆਂ ਮਨੌਤਾਂ ਨੇ। ਅਸੀਂ ਦੁਨੀਆ ਵਿੱਚ ਦੇਖਦੇ ਹਾਂ ਕਿ ਆਪਣੀ ਆਪਣੀ ਮਨੌਤ ਹੈ ਤੇ ਉਸ ਆਪਣੀ ਆਪਣੀ ਮਨੌਤ ਦੇ ਕਾਰਨ ਦੁਨੀਆ ਦੇ ਅੰਦਰ, ਧਾਰਮਿਕ ਦੁਨੀਆ ਵਿੱਚ ਬਹੁਤ ਵਾਰੀ ਲੜਾਈ, ਦੰਗੇ, ਫਸਾਦ ਹੁੰਦੇ ਹਨ ਔਰ ਕਤਲਾਮ ਤੱਕ ਨੌਬਤ ਪਹੁੰਚ ਜਾਂਦੀ ਹੈ। ਆਗਜਨੀ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ। ਇਹਨਾਂ ਮਨੌਤਾਂ ਦੇ ਕਾਰਨ ਹੀ ਕਈ ਵਾਰ ਇੱਕ ਹੀ ਧਰਮ ਦੇ ਲੋਕ ਆਪਣੇ ਹੀ ਉਸ ਧਰਮ ਦੇ ਲੋਕਾਂ ਦੇ ਨਾਲ ਵਿਚਾਰਕ ਸਾਂਝ ਨਾ ਹੋਣ ਕਰਕੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ਔਰ ਆਪਸ ਦੇ ਅੰਦਰ ਵਾਦ ਵਿਵਾਦ ਵੱਧਦੇ ਹੋਏ ਅਸੀਂ ਰੋਜ਼ ਵੇਖਦੇ ਹਾਂ। ਤਾਂ ਉਹਦਾ ਰੀਜ਼ਨ ਸਿਰਫ ਇਹ ਹੈ ਕਿ ਆਮ ਬੰਦਾ ਆਪਣੀ ਮਨੌਤ ਨੂੰ ਦੂਜੇ ਬੰਦੇ ਦੇ ਉੱਤੇ ਥੋਪਣਾ ਚਾਹੁੰਦਾ ਹੈ। ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਕਿਸੇ ਦੂਜੇ ਦੇ ਉੱਤੇ ਥੋਪੋਗੇ, ਉਦੋਂ ਪ੍ਰੋਬਲਮ ਕ੍ਰੀਏਟ ਹੋਏਗੀ। ਹਰ ਇਨਸਾਨ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਔਰ ਹਰ ਇਨਸਾਨ ਨੂੰ ਆਪਣੇ ਵਿਚਾਰ ਰੱਖਣੇ ਚਾਹੀਦੇ ਨੇ, ਦੂਜਿਆਂ ਦੇ ਨਾਲ ਸਾਂਝੇ ਕਰਨੇ ਚਾਹੀਦੇ ਹਨ। ਤੇ ਜਿਸ ਸ਼ਿੱਦਤ ਦੇ ਨਾਲ ਅਸੀਂ ਆਪਣੇ ਵਿਚਾਰ ਦੂਜਿਆਂ ਨੂੰ ਸੁਣਾਉਂਦੇ ਹਾਂ, ਉਸੇ ਸ਼ਿੱਦਤ ਦੇ ਨਾਲ, ਉਸੇ ਮਹਾਨਤਾ ਦੇ ਨਾਲ ਸਾਨੂੰ ਦੂਜਿਆਂ ਦੇ ਵਿਚਾਰ ਬੜੇ ਠਰਮੇ ਦੇ ਨਾਲ ਸੁਣਨੇ ਚਾਹੀਦੇ ਨੇ। ਔਰ ਜੇਕਰ ਵਿਚਾਰ ਵਟਾਂਦਰਾ ਕਰਨਾ ਹੋਵੇ ਤਾਂ ਫਿਰ ਉਹਦਾ ਬੇਸ ਯੂਨੀਵਰਸਲ ਟਰੁੱਥ ਨੂੰ ਬਣਾਉਣਾ ਚਾਹੀਦਾ ਹੈ ਕਿ ਯੂਨੀਵਰਸਲ ਟਰੁੱਥ ਕੀ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਥੇ ਪਹਿਲਾਂ ਕੁਝ ਧਾਰਮਿਕ ਲੋਕਾਂ ਦੇ ਵਿਚਾਰ ਪੇਸ਼ ਕਰ ਰਹੇ ਨੇ। ਸਭ ਤੋਂ ਪਹਿਲਾਂ ਕਹਿੰਦੇ ਹਨ, ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰਹਿ ਵਿਚਾਰ। ਕਿ ਜੋ ਮੁਸਲਮਾਨ ਵੀਰ ਨੇ ਉਹ ਆਪਣੀ ਸ਼ਰੀਅਤ ਨੂੰ ਪੜ੍ਹਦੇ ਨੇ, ਸ਼ਰੀਅਤ ਦੀਆਂ ਪੁਸਤਕਾਂ ਪੜ੍ਹਦੇ ਨੇ, ਉਹਦੀ ਸਿਫਤ ਕਰਦੇ ਨੇ ਔਰ ਸ਼ਰੀਅਤ ਨੂੰ ਪੜ੍ਹ ਕੇ ਆਪਣੀ ਜੋ ਉਹਨਾਂ ਦੀ ਰਹਿਤ ਹੈ ਉਸ ਰਹਿਤ ਨੂੰ ਪੜ੍ਹ ਕੇ ਵਿਚਾਰ ਕਰਦੇ ਨੇ। ਸ਼ਰੀਅਤ ਪੜ੍ਹਦੇ ਨੇ, ਸ਼ਰੀਅਤ ਦੀ ਵਿਚਾਰ ਕਰਦੇ ਨੇ ਔਰ ਉਸ ਸ਼ਰੀਅਤ ਨੂੰ ਅਪਣਾਉਂਦੇ ਨੇ। ਤੇ ਕੀ ਕਹਿੰਦੇ ਨੇ ਮੁਸਲਮਾਨ ਵੀਰਾਂ ਦੀ ਕੀ ਵਿਚਾਰ ਹੈ? ਉਹ ਕਹਿੰਦੇ ਨੇ, ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ। ਕਿ ਬੰਦੇ, ਅਸਲੀ ਬੰਦੇ ਉਹ ਨੇ ਖੁਦਾ ਦੇ ਜੋ ਇਸ ਸ਼ਰ੍ਹਾ ਦੀ ਬੰਦਸ਼ ਵਿੱਚ ਪੈਂਦੇ ਨੇ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਬੰਦੀ ਦਾ ਮਤਲਬ ਜੋ ਉਹਨਾਂ ਦੀ ਸ਼ਰ੍ਹਾ ਹੈ, ਜੋ ਉਹਦੀ ਬੰਦਸ਼ ਨੂੰ ਸਵੀਕਾਰ ਕਰਦੇ ਨੇ, ਉਸ ਸ਼ਰ੍ਹਾ ਨੂੰ ਸਵੀਕਾਰ ਕਰਦੇ ਨੇ, ਅਸਲੀ ਖੁਦਾ ਦੇ ਬੰਦੇ ਉਹ ਨੇ। ਔਰ ਉਹ ਰੱਬ ਦੇ ਦੀਦਾਰ ਕਰ ਸਕਦੇ ਨੇ। ਅੱਲਾ ਦੇ, ਖੁਦਾ ਦੇ ਦਰ ਦੇ ਉੱਤੇ ਉਹ ਲੋਕ ਮਨਜ਼ੂਰ ਹੋਣਗੇ ਜੋ ਸ਼ਰ੍ਹਾ ਦੀ ਬੰਦੀ ਵਿੱਚ ਪੈਣਗੇ। ਹੁਣ ਦੇਖੋ, ਇਹ ਵਿਚਾਰ ਗੁਰੂ ਨਾਨਕ ਦੇਵ ਜੀ ਦੇ ਨਹੀਂ ਹਨ। ਇਹ ਚੀਜ਼ ਸਮਝਣ ਵਾਲੀ ਹੈ। ਇਹ ਮੁਸਲਮਾਨ ਵੀਰਾਂ ਦੇ ਵਿਚਾਰ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਮੁਸਲਮਾਨ ਵੀਰ ਐਵੇਂ ਸੋਚਦੇ ਨੇ। ਇਹ ਉਹਨਾਂ ਦੇ ਵਿਚਾਰ ਨੇ, ਗੁਰੂ ਨਾਨਕ ਦੇਵ ਦੇ ਵਿਚਾਰ ਨਹੀਂ ਹਨ। ਅਗਲਾ ਬਚਨ ਕਰਦੇ ਨੇ, ਹਿੰਦੂ ਸਾਲਾ ਹੀ ਸਾਲਾਹਨ ਦਰਸ਼ਨ ਰੂਪ ਅਪਾਰ। ਇੱਥੇ ਦਰਸ਼ਨ ਦਾ ਮਤਲਬ ਹੈ ਸ਼ਾਸਤਰ, ਫਿਲੋਸਫੀ। ਹਿੰਦੂ ਵੀਰਾਂ ਦੇ 6 ਸ਼ਾਸਤਰ ਨੇ, 4 ਵੇਦ ਨੇ, 18 ਪੁਰਾਣ ਨੇ ਔਰ ਸਿਮਰਤੀਆਂ ਅਤੇ ਸ਼ਾਸਤਰ ਆਦਿਕ ਨੇ।
ਤਾਂ ਇੱਥੇ ਦਰਸ਼ਨ ਦਾ ਮਤਲਬ ਹੈ ਫਿਲੋਸਫੀ, ਸ਼ਾਸਤਰ। ਦਰਸ਼ਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸ਼ਾਸਤਰ ਦੁਆਰਾ, ਗਿਆਨ ਦੁਆਰਾ। ਹਿੰਦੂ ਸਾਲਾ ਹੀ ਸਾਲਾਹਨ, ਹਿੰਦੂ ਵੀਰ ਸਿਫਤ ਸਲਾਹ ਕਰਦੇ ਨੇ ਦਰਸ਼ਨ ਰੂਪ ਅਪਾਰ, ਉਸ ਅਪਾਰ ਰੂਪ ਵਾਲੇ ਪ੍ਰਭੂ ਦੀ ਦਰਸ਼ਨ ਦੁਆਰਾ, ਗਿਆਨ ਦੁਆਰਾ, ਸ਼ਾਸਤਰਾਂ ਦੁਆਰਾ, ਜੋ ਉਹਨਾਂ ਦੇ ਸ਼ਾਸਤਰਾਂ ਦੇ ਅੰਦਰ ਲਿਖਿਆ ਹੈ ਉਸ ਅਨੁਸਾਰ ਉਹ ਰੱਬ ਦੀ ਸਿਫਤ ਸਲਾਹ ਕਰਦੇ ਨੇ। ਇਹ ਹਿੰਦੂਆਂ ਦੀ ਵਿਚਾਰ ਦੱਸ ਰਹੇ ਨੇ। ਹੁਣ ਗੁਰਦੇਵ ਪਾਤਸ਼ਾਹ ਜੀ ਅਗਲਾ ਬਚਨ ਕਰ ਰਹੇ ਹਨ, ਤੀਰਥ ਨਾਵੇਂ ਅਰਚਾ ਪੂਜਾ ਅਗਰ ਵਾਸ ਬਹਿਕਾਰ। ਤੇ ਉਹ ਸ਼ਾਸਤਰਾਂ ਦੇ ਅਨੁਸਾਰ ਤੀਰਥਾਂ ਤੇ ਇਸ਼ਨਾਨ ਕਰਦੇ ਨੇ। ਉਹਨਾਂ ਮੁਤਾਬਕ ਤੀਰਥਾਂ ਤੇ ਨਹਾਉਣ ਦੇ ਨਾਲ ਬੜਾ ਵੱਡਾ ਪੁੰਨ ਹੈ। ਅਰਚਾ ਪੂਜਾ, ਅਰਚਾ ਪੂਜਾ ਦਾ ਮਤਲਬ ਹੁੰਦਾ ਹੈ ਕਿ ਠਾਕੁਰ ਨੂੰ ਕੋਈ ਚੀਜ਼ ਅਰਪਣ ਕਰਨੀ, ਜਿਵੇਂ ਰੱਬ ਦਾ ਰੂਪ ਬਣਾ ਕੇ, ਕੋਈ ਮੂਰਤ ਬਣਾ ਕੇ ਉਹਦੇ ਅੱਗੇ ਫੁੱਲ ਪੱਤੀਆਂ ਚੜਾਉਣੀਆਂ, ਧੂਫਾਂ ਦਿਖਾਉਣੀਆਂ, ਜਾਂ ਖੀਰ, ਦੁੱਧ ਆਦਿ ਪ੍ਰਸ਼ਾਦੇ ਪਾਣੀ ਦਾ ਭੋਗ ਲਵਾਉਣਾ। ਅਗਰਵਾਸ, ਅਗਰ ਇੱਕ ਸੁਗੰਧ ਵਾਲਾ ਪਦਾਰਥ ਹੈ ਜਿਸ ਰਾਹੀਂ ਅਗਰਬੱਤੀਆਂ ਬਣਦੀਆਂ ਨੇ, ਤਾਂ ਬਹਿਕਾਰ ਦਾ ਮਤਲਬ ਵਾਸ਼ਨਾ। ਫਿਰ ਉਹ ਅਗਰਬੱਤੀਆਂ ਆਦਿਕ ਦੀ ਧੂਫ ਦਿਖਾ ਕੇ ਤੇ ਵਾਸ਼ਨਾ ਦਿੰਦੇ ਨੇ ਕਿ ਇਹਦੇ ਨਾਲ ਰੱਬ ਖੁਸ਼ ਹੋਏਗਾ। ਤੀਰਥਾਂ ਤੇ ਨਹਾਉਂਦੇ ਨੇ, ਪੂਜਾ ਕਰਦੇ ਨੇ, ਮੂਰਤੀ ਨੂੰ ਭੋਗ ਆਦਿਕ ਲਵਾਉਂਦੇ ਨੇ, ਔਰ ਉਸ ਤੇ ਅੱਗੇ ਬਹਿਕਾਰ ਆਦਿਕ ਧੂਫ ਬੱਤੀਆਂ ਵਗੈਰਾ ਦਿਖਾਉਂਦੇ ਨੇ। ਇਹ ਹਿੰਦੂ ਵੀਰਾਂ ਦਾ ਨਿਯਮ ਹੈ। ਗੁਰੂ ਨਾਨਕ ਦੇਵ ਜੀ ਹਿੰਦੂ ਵੀਰਾਂ ਦੀ ਗੱਲ ਕਰ ਰਹੇ ਨੇ ਕਿ ਹਿੰਦੂ ਐਵੇਂ ਕਰਦੇ ਨੇ। ਹੁਣ ਤੀਜਾ ਫਿਰਕਾ ਹੈ ਜੋਗੀਆਂ ਦਾ। ਜੋਗੀ ਕੀ ਕਰਦੇ ਨੇ? ਜੋਗੀ ਸੁਨ ਧਿਆਵਨ ਜੀਤੇ ਅਲਖ ਨਾਮ ਕਰਤਾਰ। ਇੱਥੇ ਸੁਨ ਦੇ ਨੰਨੇ ਨਾਲ ਸਿਹਾਰੀ, ਸ਼ੂਨੇ ਵਿੱਚ ਸਮਾਧੀ ਲਾਣੀ। ਧਿਆਵਨ ਦਾ ਮਤਲਬ ਧਿਆਉਂਦੇ ਨੇ, ਜੀਤੇ ਦੇ ਮਤਲਬ ਜਿੰਨੇ ਵੀ ਨੇ, ਅਲਖ ਦਾ ਮਤਲਬ ਜਿਹੜਾ ਦਿਸਦਾ ਨਹੀਂ, ਨਾਮ ਕਰਤਾਰ ਦਾ ਮਤਲਬ ਕਰਤਾਰ ਰਚਨ ਵਾਲੇ ਦਾ ਨਾਮ ਉਹ ਅਲਖ ਅਲਖ ਲੈਂਦੇ ਨੇ। ਯਾਨੀ ਅੱਖਾਂ ਬੰਦ ਕਰਕੇ ਜੋਗੀ ਲੋਕ ਸੁਨ ਸਮਾਧੀ ਲਾਉਂਦੇ ਨੇ ਔਰ ਰੱਬ ਦਾ ਨਾਮ ਉਹ ਅਲਖ ਅਲਖ ਜਪਦੇ ਨੇ। ਇਹ ਸਮਾਧੀਆਂ ਲਾਣਾ ਜੋਗੀਆਂ ਦਾ ਕੰਮ ਹੈ। ਜੋਗੀਆਂ ਦਾ ਕੰਮ ਹੈ ਇਹ ਸਿੱਖ ਦਾ ਨਹੀਂ। ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਦੇਖੋ, ਅਸੀਂ ਥੋੜਾ ਜਿਹਾ ਪਿੱਛੇ ਚੱਲੀਏ। ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ, ਇਹ ਹਿੰਦੂ ਵੀਰਾਂ ਦਾ ਕੰਮ ਸੀ, ਇਹ ਉਹਨਾਂ ਦੀ ਗੱਲ ਸੀ। ਲੇਕਿਨ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਅਪਣਾ ਲਿਆ। ਅਸੀਂ ਵੀ ਤੀਰਥਾਂ ਤੇ ਜਾਣ ਲੱਗ ਗਏ। ਅਸੀਂ ਵੀ ਮੂਰਤੀਆਂ ਦੇ ਅੱਗੇ ਧੂਫਾਂ ਦਿਖਾ ਰਹੇ ਹਾਂ, ਅਸੀਂ ਵੀ ਫੁੱਲ ਚੜਾ ਰਹੇ ਹਾਂ ਔਰ ਅਸੀਂ ਵੀ ਭੋਗ ਲਵਾ ਰਹੇ ਹਾਂ। ਜਦੋਂ ਕਿ ਰਹਿਤ ਮਰਿਆਦਾ ਵਿੱਚ, ਆਪ ਧਿਆਨ ਦੇ ਨਾਲ ਪੜ੍ਹੋਗੇ ਨਾ ਰਹਿਤ ਮਰਿਆਦਾ ਨੂੰ, ਜੋ ਅਕਾਲ ਤਖਤ ਤੋਂ ਪ੍ਰਵਾਨਿਤ ਹੈ, ਉਸ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਦੀ ਗੱਲ ਕੀਤੀ ਗਈ ਹੈ ਕਿ 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰਕੇ, ਅਰਦਾਸ ਕਰਕੇ ਤੇ ਕਿਹਾ ਜਾਏ ਕਿ ਕੜਾਹ ਪ੍ਰਸ਼ਾਦ ਦੀ ਦੇਗ ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨੀ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮਾ ਲੈ ਕੇ ਕਿਰਪਾਨ ਭੇਟ ਕੀਤੀ ਜਾਏ ਤੇ ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਜਾਏ। ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਲਿਖੀ ਹੈ, ਲੰਗਰ ਦੀ ਨਹੀਂ। ਪਰ ਅਸੀਂ ਵੀ ਉਹਨਾਂ ਦੇ ਨਕਲ ਰਾਹੀਂ, ਅਸੀਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਦੁਆਰਿਆਂ ਵਿੱਚ ਕਿੰਨੀ ਵਾਰੀ ਲੰਗਰ ਨੂੰ ਭੋਗ ਲਵਾਉਂਦੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਰੱਬ ਭੋਗ ਲਾ ਰਿਹਾ। ਦੇਖੋ, ਇਹ ਗੱਲ ਕਈਆਂ ਨੂੰ ਉਲਟ ਲੱਗੇਗੀ, ਕਿਉਂਕਿ ਅਸੀਂ ਕਦੀ ਰਹਿਤ ਮਰਿਆਦਾ ਨੂੰ ਖੁਦ ਪੜ੍ਹਿਆ ਨਹੀਂ ਔਰ ਗੁਰਬਾਣੀ ਨੂੰ ਅਸੀਂ ਆਪ ਵਿਚਾਰਨ ਦਾ ਯਤਨ ਨਹੀਂ ਕੀਤਾ। ਇਸ ਲਈ ਕਈ ਜਿਹੜੀਆਂ ਗੱਲਾਂ ਨੇ ਸਾਨੂੰ ਇੰਝ ਲੱਗਦੀਆਂ ਨੇ ਕਿ ਸਾਨੂੰ ਉਲਝਾਇਆ ਜਾ ਰਿਹਾ ਹੈ ਜਾਂ ਇਹ ਕੁਛ ਗਲਤ ਹੈ। ਤਾਂ ਅਸੀਂ ਵੀ ਸਵੇਰੇ ਅਸੀਂ ਗੁਰਦੁਆਰਿਆਂ ਵਿੱਚ ਕਹਿੰਦੇ ਹਾਂ, ਭਾਈ ਜੀ ਪਕੌੜੇ ਬਣੇ ਨੇ, ਅਰਦਾਸ ਕਰ ਦਿਓ। ਉਸ ਤੋਂ ਬਾਅਦ ਸੇਵੀਆਂ ਮਟਰਾਂ ਦੀ ਅਰਦਾਸ ਕਰ ਦਿਓ, ਲੰਗਰ ਦੀ ਅਰਦਾਸ, ਸ਼ਾਮ ਨੂੰ ਫਿਰ ਪਕੌੜਿਆਂ ਦੀ ਅਰਦਾਸ। ਯਾਨੀ ਇਹ ਹਿੰਦੂ ਵੀਰਾਂ ਦੇ ਕਰਮ ਸੀ, ਪਰ ਉਹ ਅਸੀਂ ਵੀ ਅਪਣਾ ਲਏ। ਹੁਣ ਜੋਗੀਆਂ ਦੀ ਗੱਲ ਕਰਦੇ ਨੇ। ਜੋਗੀ ਸੁਨ ਧਿਆਵਨ ਜੀਤੇ ਅਲਖ ਨਾਮ ਕਰਤਾਰ। ਉਹ ਅਲਖ ਅਲਖ ਜਪਦੇ ਨੇ, ਸੁਨ ਸਮਾਧੀ ਲਾਉਂਦੇ ਨੇ ਔਰ ਸਮਾਧੀ ਲਾ ਕੇ ਰੱਬ ਦਾ ਧਿਆਨ ਧਰਦੇ ਨੇ। ਇਹ ਜੋਗੀਆਂ ਦੀ ਗੱਲ ਹੈ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸੂਖਮ ਮੂਰਤ ਦਾ ਮਤਲਬ ਕਿ ਰੱਬ ਦੀ ਜੋ ਮੂਰਤ ਤੇ ਸੂਖਸ਼ਮ ਹੈ, ਉਹਦਾ ਸਰੂਪ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਇਹ ਜੋਗੀ ਕਹਿ ਰਹੇ ਨੇ। ਇਹ ਗੱਲ ਧਿਆਨ ਰੱਖਣਾ ਹੈ। ਜੋਗੀ ਕਹਿ ਰਹੇ ਨੇ, ਜੋਗੀਆਂ ਦੀ ਗੱਲ ਗੁਰੂ ਜੀ ਕਹਿ ਰਹੇ ਨੇ।
सूक्ष्म मूर्त की रब की जो मूर्त है, स्वरूप है, वो सूक्ष्म है, वो इन्हां अखां नाल नहीं दिसता, इसलिए वो समाधियां लांदे ने। निरंजन का मतलब माया की मैल तो रहत है। काया का आकार का मतलब जो रब की काया का आकार है वो सूक्ष्म है और माया की मैल तो रहत है, समाधियां लाया दिसता है। ये गुरु नानक देव की विचार नहीं है, ये विचार है जोगियां दी। हाँ, गल वखरी है कि असीं भी जोगियां की तरह समाधियां लानियां शुरू कर दित्तियां ने। साडे बाबे भी समाधियां लवा रहे हैं और सानू कहा जाता है कि दसम द्वार विच प्राण चढ़ाओगे तां रब दिसेगा। पर एक पंक्ति नोट कर लो, जो आपके कोल डायरियां है ने तां नोट कर लो। मैं दसम द्वार बारे थोड़ा आपनू बेनती कर दियां। गुरु जी पावन वचन करते ने, मन निर्मल नहीं दसवें द्वार, परम परम आवे मूड़ा वारो वार। दोबारा बोल दिया, नोट कर लो। मन निर्मल नहीं दसवें द्वार, परम परम आवे मूड़ा वारो वार। ते इहदा जो अर्थ है प्रोफैसर साहिब सिंह जी ने एवें कीता है कि दसम द्वार विच प्राण चढ़ाया मन निर्मल नहीं हुंदा। परम परम आवे मूड़ा, मूड़ा दा मतलब मूर्ख। सगों एहो जे कम्मां विच लगा होया मूर्ख बंदा मुड़ मुड़ के जन्म लैंदा है, पशु जूनियां विच पै जांदा, पशु बिरतियां विच पै जांदा। हुण देखो गुरु जी ते ये कह रहे ने कि ये मूर्खता वाला काम है, ते सानू ये समझाया जा रहा है कि तुसी समाधियां लाओ। जदों कि गुरु नानक पातशाह जी ने इस चीज का खंडन जपजी साहिब जी दियां आरंभक पंक्तियां विच कर दिता है। चुप्पै चुप ना हो गई जे लाए रहा लिवतार। लिवतार का मतलब लगातार समाधि। जे मैं लगातार समाधि लाई रखा, जबान नू चुप करा लवां, मन तां भी चुप नहीं करता, मन की शांति एवें नहीं मिलती। तो गुरु जी कहते ने जो जोगी ने वो इंज करते ने कि रब का नाम अलख लेंदे ने, सुन समाधियां लांदे ने, अलख अलख करके उन्होंने सिमरते ने, ते वो समझते ने कि रब की मूरत स्वरूप सूक्ष्म है, उहदी काया का आकार सूक्ष्म है और यह सारा संसार उहदा रूप है। हुण अगे आ जांदे ने दानी। दानियां की गल करते ने, सतियां मन संतोख उपजै देने कै विचार। इत्थे सतियां का मतलब है दानी। इत्थे जो पति दे नाल सड़ के मर जांदियां सन बीबियां, उन्हां नूं सती कहा जांदा सी। इत्थे उन्हां सतियां की गल नहीं, इत्थे सतियां का मतलब है दानी लोक ने जिहड़े इस दुनिया विच दान करते हैं। गुरु जी कहते हैं दानी पुरुषों की यह बिरती हुंदी है, सतियां मन संतोख उपजे। संतोख का मतलब खुशी। जो दानी लोक ने उन्हां दे मन विच खुशी पैदा हुंदी है। देने के विचार, देने के विचार का मतलब किसी नूं देण दी विचार करके, किसी नूं दान करके, ये दानियां दे मन विच खुशी हुंदी है। ये विचार गुरु नानक देव दे नहीं, ये दानियां दे कह रहे हैं गुरु नानक देव कि दानी एवें सोचते ने। ते फिर करदे की ने, दे मंगे हैं सहसा गुणा। दे दा मतलब दान दे के, मंगे सहसा गुणा। सहसा दा मतलब हजारां, गुणा दा मतलब गुणा। फिर हजारां गुणा रब तो मंगदे ने। शोभ करे संसार ते नाल वो ये भी चाहते हैं कि साडी शोभा संसार करे। संसार उन्हां दी शोभा भी करदा है कि फलां बंदा बड़ा दानी है और उन्हां दे मन विच खुशी भी हुंदी है। पर पिछे बिरती नाल ये भी है कि सानू होर रब कोलों मिले। रुपया दे के 10,000 मंगदे। वो कोई बंदा सी ना ते अरदास कर रहा सी पीर अगे, पीर दी कबर ते अरदास करन दिया पिया, पीर बाबा मैं 100 रुपए का प्रसाद चढ़ांगा अपना कबर ते मैनू ट्रैक्टर दे, मैनू ट्रैक्टर की दात बख्श। कि उत्थे कोई बंदा बैठा सी, कहंदा चवानी होर दे ते ट्राली भी ले जा, फिर ट्राली वास्ते आएगा। रुपया दे के ट्रैक्टर मंग रहा है, 100 रुपया दे के ट्रक मंग रहा है। हुण ऐसा केड़ा पागल बंदा है जिहड़ा 100 दे विच ट्रक दे देगा? यानी दानी दी बिरती है, दे के खुशी हुंदी, लेकिन हजारां गुणा मंग रहे हैं कि संसार उन्हां दी शोभा कर रहा है। ये दानियां दा विचार है, ये उन्हां दा कर। अगली गल करते हैं कि इस दुनिया विच
हिंदू ने, मुसलमान ने, जोगी ने, दानी ने, पर कल्ले दानी और चंगे लोग ही नहीं, इत्थे चोर भी ने, माड़े लोग भी ने। हुण उन्हां दी गल कर रहे ने, चोरां, जारां, तै कूड़ियारां, खाराबां बेकार। ਜਿਹੜੇ ਚੋਰ ਨੇ, ਜਾਰਾਂ ਦਾ ਮਤਲਬ ਜੋ ਕਰੈਕਟਰਲੈਸ ਲੋਕ ਨੇ, ਕੂੜਿਆਰਾਂ ਦਾ ਮਤਲਬ ਜੋ ਕੂੜ ਦਾ ਘਰ ਨੇ, ਝੂਠ ਹੀ ਝੂਠ ਬੋਲਦੇ ਨੇ, ਖਰਾਬਾਂ ਵਿਕਾਰ ਜੋ ਮਾੜੇ ਕਰਮ ਕਰਦੇ ਨੇ, ਵਿਕਾਰ ਕਮਾਉਂਦੇ ਨੇ। ਇੱਕ ਹੁੰਦਾ ਖਾਏ ਚਲੇ ਐ ਥਾਉ ਤਿਨਾ ਪਿਕਾਈ ਕਾਰ। ਇੱਕ ਦਾ ਮਤਲਬ ਕਈ ਲੋਕ ਜਿਹੜੇ ਵਿਕਾਰਾਂ ਵਿੱਚ ਗ੍ਰਸਤ ਨੇ। ਹੁੰਦਾ ਖਾਏ ਚਲੇ ਐ ਥਾਉ ਦਾ ਮਤਲਬ ਐਸੇ ਥਾਂ ਤੇ, ਹੁੰਦਾ ਦਾ ਮਤਲਬ ਜੋ ਉਹਨਾਂ ਦੇ ਕੋਲ ਹੈ, ਉਸ ਜੀਵਨ ਨੂੰ ਖਾ ਕੇ ਯਾਨੀ ਗਵਾ ਕੇ ਚਲੇ ਜਾਂਦੇ। ਹਰ ਬੰਦਾ ਜੀਵਨ ਦੇ ਅੰਦਰ ਸਤ, ਸੰਤੋਖ ਆਦਿਕ ਲੈ ਕੇ ਆਉਂਦਾ ਹੈ। ਸਾਰੇ ਗੁਣ ਅੰਦਰ ਮੌਜੂਦ ਨੇ ਬੰਦੇ ਦੇ, ਜੇ ਯੂਜ਼ ਕਰੇ। ਹਰ ਬੰਦਾ ਸਤ, ਸੰਤੋਖ ਆਦਿਕ ਗੁਣਾਂ ਦਾ ਧਾਰਨੀ ਹੋ ਸਕਦਾ ਹੈ, ਇਸ ਦੁਨੀਆ ਵਿੱਚ ਮਹਾਨ ਹੋ ਸਕਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਉਹ ਆਪਣੀ ਹੋਂਦ ਨੂੰ ਹੀ ਗਵਾ ਜਾਂਦੇ ਨੇ। ਜੋ ਉਹਨਾਂ ਦੇ ਕੋਲ ਜੀਵਨ ਸੀ, ਉਸ ਜੀਵਨ ਨੂੰ ਵਿਕਾਰਾਂ ਵਿੱਚ ਗਵਾ ਜਾਂਦੇ ਨੇ। ਤਿਨਾ ਪਿਕਾਈ ਕਾਰ। ਹੁਣ ਗੁਰੂ ਜੀ ਕਹਿੰਦੇ ਨੇ ਦੱਸੋ ਉਹਨਾਂ ਦਾ ਵੀ ਕੋਈ ਕੰਮ ਹੈ? ਉਹਨਾਂ ਦਾ ਇੱਥੇ ਆਉਣਾ ਸਫਲਾ ਹੈ? ਉਹਨਾਂ ਦਾ ਇਸ ਸੰਸਾਰ ਵਿੱਚ ਆਉਣਾ ਕੋਈ ਸਫਲਾ ਹੈ? ਉਹਨਾਂ ਦੇ ਇਸ ਸੰਸਾਰ ਵਿੱਚ ਆਉਣ ਦਾ ਲਾਭ ਕੀ ਹੈ? ਜਿਨ੍ਹਾਂ ਨੇ ਨਾ ਤੇ ਇਸ ਦੁਨੀਆ ਨੂੰ ਸੁੱਖ ਦਿੱਤਾ, ਨਾ ਹੀ ਆਪ ਸੁੱਖ ਮਾਣਿਆ, ਦੂਜਿਆਂ ਨੂੰ ਵੀ ਦੁਖੀ ਕਰਦੇ ਰਹੇ, ਆਪ ਵੀ ਦੁਖੀ ਜ਼ਿੰਦਗੀ ਬਿਤਾ ਗਏ, ਉਹਨਾਂ ਦਾ ਆਉਣ ਦਾ ਲਾਭ ਕੀ ਹੈ? ਇਹੋ ਜਿਹੇ ਲੋਕ ਆਏ ਨਾ ਆਏ ਇੱਕ ਬਰਾਬਰ ਹੀ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਵਿਕਾਰੀ ਲੋਕ ਨੇ, ਦੱਸੋ ਉਹਨਾਂ ਦਾ ਵੀ ਕੋਈ ਲਾਭ ਹੈ? ਅਗਲਾ ਬਚਨ ਕਰਦੇ ਨੇ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ। ਇਸ ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਆਪੋ ਆਪਣੇ ਤਰੀਕੇ ਨਾਲ, ਢੰਗ ਨਾਲ ਪ੍ਰਭੂ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੈ। ਪਾਣ ਦੇ ਵਿੱਚ ਲੱਗਾ ਪਿਆ ਹੈ, ਪਰ ਉਹ ਪ੍ਰਭੂ ਕਿਤੇ ਦੂਰ ਨਹੀਂ ਹੈ। ਉਹ ਜਲ ਵਿੱਚ ਵੀ, ਥਲ ਵਿੱਚ ਵੀ, ਜੀਆਂ ਵਿੱਚ ਵੀ, ਪੁਰੀਆਂ ਵਿੱਚ, ਲੋਹਾਂ ਵਿੱਚ, ਆਕਾਰਾਂ ਦੇ ਅੰਦਰ, ਉੱਤੇ ਹਰ ਥਾਂ ਤੇ ਸਮਾਇਆ ਹੋਇਆ ਹੈ। ਉਹ ਹਰ ਥਾਂ ਤੇ ਸਮਾਇਆ ਹੋਇਆ ਹੈ। ਤੇ ਗੁਰੂਦੇਵ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਨੇ ਕਿ ਜਲ ਥਲ ਵਿੱਚ ਸਮਾਇਆ ਹੋਇਆ ਹੈ। ਜਿਵੇਂ ਅਸੀਂ ਪਿਛਲੀ ਕਲਾਸ ਵਿੱਚ ਇਹ ਵਿਚਾਰ ਵੀ ਕੀਤੀ ਸੀ, ਹੁਣ ਰੱਬ ਨੂੰ ਪਾਣ ਦਾ ਤਰੀਕਾ ਵਾਸਤਵ ਦੇ ਵਿੱਚ ਦੱਸਿਆ ਜਾ ਸਕਦਾ ਹੈ, ਪਰ ਦੱਸਿਆ ਤਾਂ ਜਾ ਸਕਦਾ ਹੈ ਜੇ ਪਹਿਲੋਂ ਰੱਬ ਤੋਂ ਵਿਛੜਨ ਦਾ ਕੋਈ ਤਰੀਕਾ ਮਿਲੇ। ਵੀ ਰੱਬ ਤੋਂ ਵਿਛੜੀਏ ਕਿਵੇਂ, ਰੱਬ ਤੋਂ ਦੂਰ ਕਿਵੇਂ ਜਾਈਏ? ਕੋਈ ਤਰੀਕਾ ਹੈ? ਰੱਬ ਤੋਂ ਕਿਵੇਂ ਦੂਰ ਜਾਓਗੇ? ਦੁਨੀਆ ਵਿੱਚ ਕਿਹੜੀ ਐਸੀ ਜਗ੍ਹਾ ਹੈ ਜਿੱਥੇ ਰੱਬ ਨਹੀਂ? ਰੱਬ ਤੇ ਹਰ ਥਾਂ ਤੇ ਸਮਾਇਆ ਹੈ। ਰੱਬ ਹਰ ਬੰਦੇ ਦੇ ਅੰਦਰ ਹੈ। ਸਭ ਹੈ ਘਟ ਰਾਮ ਬੋਲੇ। ਤਾਂ ਹੁਣ ਮੈਂ ਫਿਰ ਰੱਬ ਤੋਂ ਕਿਵੇਂ ਵਿਛੜਾਂ? ਜੇ ਮੇਰੇ ਕੋਲ ਕੋਈ ਵਿਛੜਨ ਦਾ ਤਰੀਕਾ ਹੋਵੇ ਤਾਂ ਤੁਸੀਂ ਮੈਨੂੰ ਮਿਲਣ ਦਾ ਢੰਗ ਦੱਸ ਸਕਦੇ ਹੋ। ਜਦੋਂ ਹੁਣ ਮੈਂ ਰੱਬ ਤੋਂ ਵਿਛੜ ਹੀ ਨਹੀਂ ਸਕਦਾ, ਦੂਰ ਜਾ ਹੀ ਨਹੀਂ ਸਕਦਾ, ਤੇ ਮਿਲਣ ਦਾ ਤਰੀਕਾ ਕਿਵੇਂ ਦੱਸੋਗੇ? ਇਸ ਲਈ ਇਹ ਬੇਨਤੀ ਹੈ ਕਿ ਬੰਦਾ ਰੱਬ ਤੋਂ ਨਹੀਂ ਵਿਛੜਿਆ ਹੋਇਆ, ਬੰਦੇ ਤੋਂ ਰੱਬ ਨਹੀਂ ਗੁਆਚਿਆ। ਸਾਡੇ ਅੰਦਰੋਂ ਦਇਆ ਗੁਆਚੀ ਪਈ ਹੈ, ਇਨਸਾਨੀਅਤ ਗੁਆਚੀ ਹੋਈ ਹੈ, ਸੱਚ ਗੁਆਚਿਆ ਹੋਇਆ ਹੈ, ਪ੍ਰੇਮ ਗੁਆਚਿਆ ਹੋਇਆ ਹੈ, ਨਿਰਭੈਤਾ ਗੁਆਚੀ ਹੋਈ ਹੈ, ਨਿਰਵੈਰਤਾ ਗੁਆਚੀ ਹੋਈ ਹੈ। ਇਹਨਾਂ ਨੂੰ ਅੰਦਰੋਂ ਲੱਭੋ। ਰੱਬ ਤੇ ਇਹਨਾਂ ਗੁਣਾਂ ਦੇ ਵਿੱਚ ਹੀ ਹੈ। ਤਾਂ ਗੁਰੂ ਜੀ ਕਹਿੰਦੇ, ਜਲ ਥਲ ਪੁਰੀਆਂ ਲੋਕਾਂ ਔਰ ਬ੍ਰਹਮੰਡਾਂ ਦੇ ਜੀਵ ਔਰ ਦ੍ਰਿਸ਼ਟਮਾਨ ਜਗਤ ਦੇ ਜੀਵ ਜੋ ਕੁਛ ਵੀ ਆਖਦੇ ਨੇ, ਓਏ ਜੋ ਆਖੇ ਸੋ ਤੂੰ ਹੈ ਜਾਣੇ। हे ਪ੍ਰਭੂ, ਤੂੰ ਆਪ ਹੀ ਜਾਣਦਾ ਹੈ ਕਿਨਾਂ ਵੀ ਤੇਰੀ ਸਾਰ, ਤੇ ਤੂੰ ਆਪ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਜਲ ਵਿੱਚ, ਥਲ ਵਿੱਚ ਜਿੰਨੇ ਵੀ ਜੀਵ ਜੰਤ ਨੇ, ਜਿੰਨੇ ਵੀ ਅਖੰਡ ਬ੍ਰਹਮੰਡ ਨੇ, हे ਮਾਲਕ, ਜੋ ਵੀ ਉਹ ਜੀਵ ਜੰਤ ਆਖਦੇ ਨੇ, ਤੂੰ ਉਹਨਾਂ ਨੂੰ ਜਾਣਦਾ ਹੈ। ਕੌਣ ਕੀ ਕਹਿ ਰਿਹਾ ਹੈ, ਕੌਣ ਕੀ ਕਰ ਰਿਹਾ ਹੈ, ਤੂੰ ਸਭ ਕੁਛ ਜਾਣਦਾ ਹੈ, ਔਰ ਤੂੰ ਸਾਰਿਆਂ ਦੀ ਸਾਰ ਲੈ ਰਿਹਾ ਹੈ। ਹੁਣ ਗੁਰੂ ਨਾਨਕ ਦੇਵ ਜੀ ਆਪਣੀ ਵਿਚਾਰ ਦੱਸਦੇ ਨੇ ਕਿ ਅਸਲ ਗੱਲ ਕੀ ਹੈ, ਅਸਲ ਰੱਬ ਦੀ ਭਗਤੀ ਕੀ ਹੈ, ਅਸਲ ਰੱਬ ਨੂੰ ਪਾਣ ਦਾ ਸਾਧਨ ਕੀ ਹੈ, ਕਿਵੇਂ ਉਹਦੇ ਅੰਦਰ ਅਭੇਦ ਹੋਇਆ ਜਾ ਸਕਦਾ ਹੈ ਜੋ ਜਲਾਂ ਥਲਾਂ ਦੇ ਅੰਦਰ ਸਮਾਇਆ ਹੋਇਆ ਹੈ। ਅਸਲੀ ਰੱਬ ਦੇ ਭਗਤ ਕੌਣ ਨੇ, ਅਸਲੀ ਰੱਬ ਦੀ ਭਗਤੀ ਕੀ ਹੈ। ਹੁਣ ਗੁਰੂ ਨਾਨਕ ਦੇਵ ਜੀ ਆਪਣੇ ਵਿਚਾਰ ਦੱਸ ਰਹੇ ਨੇ। ਦੇਖੋ,
ਸਭ ਤੋਂ ਪਹਿਲਾਂ ਮੁਸਲਮਾਨ ਵੀਰਾਂ ਦੀ ਗੱਲ ਕੀਤੀ ਹੈ ਕਿ ਮੁਸਲਮਾਨ ਵੀਰ ਐਵੇਂ ਸੋਚਦੇ ਨੇ, ਹਿੰਦੂ ਵੀਰ ਐਵੇਂ ਸੋਚਦੇ ਨੇ, ਜੋਗੀ ਐਵੇਂ ਸੋਚਦੇ ਨੇ, ਜਿਹੜੇ ਦਾਨੀ ਨੇ ਉਹ ਐਵੇਂ ਸੋਚਦੇ ਨੇ, ਜੋ ਵਿਕਾਰੀ ਨੇ ਉਹ ਇਸ ਤਰ੍ਹਾਂ ਸੋਚਦੇ ਨੇ। ਪ੍ਰਭੂ ਸਾਰਿਆਂ ਜੀਵਾਂ ਨੂੰ ਸੁਣਦਾ ਹੈ, ਵੇਖਦਾ ਹੈ, ਉਹ ਸਭ ਨੂੰ ਵੇਖ ਰਿਹਾ ਹੈ, ਸਾਰਿਆਂ ਦੀ ਸਾਰ ਕਰ ਰਿਹਾ ਹੈ। ਪਰ ਜਿਹੜੇ ਪ੍ਰਭੂ ਦੇ ਅਸਲੀ ਭਗਤ ਨੇ ਉਹ ਕੀ ਨੇ? ਨਾਨਕ ਭਗਤਾਂ ਭੁੱਖ ਸਲਾਹਣ ਸਾਲਾਹਣ ਸੱਚ ਨਾਮ ਕਰਤਾਰ। ਜੋ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇੱਕ ਹੀ ਭੁੱਖ ਹੈ ਕਿ ਰੱਬ ਦੀ ਸਿਫਤ ਸਲਾਹ ਕਰਦੇ ਨੇ। ਕਰਤਾਰ ਦੇ ਨਾਮ ਦਾ ਮਤਲਬ ਗੁਣ, ਉਹਦੀ ਸਿਫਤ ਸਲਾਹ ਕਰਦੇ ਨੇ, ਉਹਦੇ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹਦੀ ਰਜ਼ਾ ਦੇ ਵਿੱਚ ਤੁਰਦੇ ਨੇ। ਤਾਂ ਰੱਬ ਦੀ ਭਗਤੀ ਕੀ ਹੋਈ? ਰੱਬੀ ਗੁਣਾਂ ਦੇ ਧਾਰਨੀ ਹੋਣਾ, ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ। ਰੱਬੀ ਗੁਣਾਂ ਦੇ ਧਾਰਨੀ ਹੋਣਾ, ਇਹ ਰੱਬ ਦੀ ਭਗਤੀ ਹੈ। ਰੱਬ ਦੇ ਅਸਲੀ ਭਗਤ ਉਹ ਨੇ, ਰੱਬ ਦੇ ਅਸਲੀ ਪਿਆਰੇ ਉਹ ਨੇ ਜੋ ਗੁਣਾਂ ਦੇ ਧਾਰਨੀ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ ਔਰ ਇਨਸਾਨੀਅਤ ਆਦਿ। ਇਹਨਾਂ ਗੁਣਾਂ ਦਾ ਜੋ ਧਾਰਨੀ ਹੈ ਉਹ ਰੱਬ ਦਾ ਪਿਆਰਾ ਹੈ ਔਰ ਜੋ ਰੱਬ ਦੀ ਰਜ਼ਾ ਦੇ ਵਿੱਚ ਤੁਰਦਾ ਹੈ, ਲਾ ਆਫ ਨੇਚਰ ਦਾ ਜੋ ਪਾਲਨ ਕਰਦਾ ਹੈ। ਤੇ ਫਿਰ ਉਹਨਾਂ ਨੂੰ ਮਿਲਦਾ ਕੀ ਹੈ ਔਰ ਉਹਨਾਂ ਦੀ ਜੀਵਨੀ ਕੈਸੀ ਹੈ? ਇਹਦਾ ਉੱਤਰ ਦਿੰਦੇ ਨੇ, ਸਦਾ ਆਨੰਦ ਰਹੇ ਦਿਨ ਰਾਤੀ। ਰੱਬ ਦੇ ਪਿਆਰੇ ਜੋ ਗੁਣਾਂ ਦਾ ਗਾਇਨ ਕਰਦੇ ਹਨ ਔਰ ਰੱਬੀ ਕਾਨੂੰਨ, ਲਾ ਆਫ ਨੇਚਰ ਅਨੁਸਾਰ ਜ਼ਿੰਦਗੀ ਜੀਂਦੇ ਨੇ, ਸਦਾ ਆਨੰਦ ਰਹੇ ਦਿਨ ਰਾਤੀ। ਉਹ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ, ਉਹਨਾਂ ਦਾ ਜੀਵਨ ਖੁਸ਼ੀ ਵਿੱਚ ਬੀਤਦਾ ਹੈ। ਤੇ ਆਨੰਦ ਨੂੰ ਸਮਝ ਲੈਣਾ, ਆਨੰਦ ਮਨੁੱਖੀ ਮਨ ਦੀ ਉਸ ਸਟੇਜ ਦਾ ਨਾਮ ਹੈ ਜਿੱਥੇ ਜਾ ਕੇ ਇਸ ਦੇ ਅੰਦਰੋਂ ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ, ਸਵਾਰਥ ਮੁੱਕ ਜਾਂਦਾ ਹੈ, ਪਾਪ ਕਰਮ ਖਤਮ ਹੋ ਜਾਂਦੇ ਨੇ। ਇਹਦੇ ਅੰਦਰ ਵਿਵੇਕ, ਬੁੱਧ, ਕਾਮਨ ਸੈਂਸ ਪੈਦਾ ਹੋ ਜਾਂਦੀ ਹੈ, ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਂਦੇ ਨੇ। ਇਹਦੇ ਅੰਦਰੋਂ ਨੈਗੇਟਿਵਿਟੀ ਮੁੱਕ ਜਾਂਦੀ ਹੈ। ਸਾਰਿਆਂ ਦੇ ਅੰਦਰ ਉਸ ਰੱਬ ਦਾ ਨੂਰ, ਉਹਦਾ ਜ਼ਹੂਰ, ਜਲਵਾ, ਰੂਪ ਵੇਖਦਾ ਹੈ। ਹਰ ਇੱਕ ਦੇ ਨਾਲ ਉਸ ਪ੍ਰਭੂ ਵਰਗਾ ਵਿਹਾਰ ਕਰਦਾ ਹੈ। ਇਹ ਆਨੰਦ ਦੀ ਅਵਸਥਾ ਹੈ। ਤਾਂ ਪ੍ਰਭੂ ਦੇ ਪਿਆਰੇ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੇ ਨੇ ਤੇ ਸਦਾ ਆਨੰਦ ਵਿੱਚ ਰਹਿੰਦੇ ਨੇ। ਤੇ ਆਨੰਦ ਵਿੱਚ ਰਹਿੰਦੇ, ਖੁਸ਼ੀ ਵਿੱਚ ਰਹਿੰਦੇ ਹੰਕਾਰੀ ਨਹੀਂ ਹੋ ਜਾਂਦੇ, ਸਗੋਂ ਗੁਣਵੰਤਿਆਂ ਪਾਛਾਰ ਜੋ ਗੁਣੀ ਇਨਸਾਨ ਨੇ ਉਹਨਾਂ ਦੇ ਉਹ ਪੈਰਾਂ ਦੀ ਖਾਕ ਹੋਏ ਰਹਿੰਦੇ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਇੱਥੇ ਹੁਣ ਸਮਝਾ ਰਹੇ ਨੇ ਕਿ ਉਹ ਜਿਹੜੇ ਨੇ ਗੁਣਵੰਤਾਂ ਦੇ ਪੈਰਾਂ ਦੀ ਧੂੜ ਹੀ ਆਪਣੇ ਆਪ ਨੂੰ ਸਮਝਦੇ ਨੇ, ਉਹ ਹੰਕਾਰੀ ਨਹੀਂ ਹੁੰਦੇ। ਤਾਂ ਇਸ ਦਾ ਭਾਵ ਇਹ ਹੋਇਆ ਕਿ ਜਿਹੜਾ ਵੀ ਇਨਸਾਨ ਖੁਸ਼ੀ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਪ੍ਰਸੰਨਤਾ ਚਾਹੁੰਦਾ ਹੈ, ਉਹਨੂੰ ਰੱਬੀ ਰਜ਼ਾ ਭਾਣੇ ਵਿੱਚ ਤੁਰਨਾ ਚਾਹੀਦਾ ਹੈ, ਲਾ ਆਫ ਨੇਚਰ ਦਾ ਪਾਲਨ ਕਰਨਾ ਚਾਹੀਦਾ ਹੈ, ਰੱਬੀ ਗੁਣ ਅਪਣਾਣੇ ਚਾਹੀਦੇ ਨੇ, ਮਨ, ਬਚਨ ਔਰ ਕਰਮ ਕਰਕੇ, ਤੇ ਸਾਰਿਆਂ ਦੇ ਨਾਲ ਨਿਮਰਤਾ ਔਰ ਪਿਆਰ ਵਾਲਾ ਵਿਹਾਰ ਕਰਨਾ ਚਾਹੀਦਾ ਹੈ। ਇਹ ਹੈ ਰੱਬ ਦੀ ਭਗਤੀ, ਇਹ ਹੈ ਗੁਰੂ ਨਾਨਕ ਦੇਵ ਦਾ ਸਿਧਾਂਤ, ਇਹ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ। ਤੇ ਜੇ ਝੂਠੀਆਂ ਸਮਾਧੀਆਂ ਲਾਈ ਜਾਓ, ਅਗਰਬੱਤੀਆਂ ਤੋਂ ਖਾਈ ਜਾਓ, ਤੀਰਥਾਂ ਤੇ ਨਹਾਈ ਜਾਓ, ਫੋਟੋਆਂ ਨੂੰ ਭੋਗ ਲਗਾਈ ਜਾਓ, ਤੇ ਜੇ ਗੁਣਾਂ ਦੇ ਧਾਰਨੀ ਨਾ ਹੋ ਤੇ ਕੀ ਹੋਏਗਾ? ਕੁਛ ਵੀ ਨਹੀਂ ਹੋਣਾ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਹੈ। ਹੁਣ ਅਗਲਾ ਬਚਨ ਕਰਦੇ ਨੇ ਅਗਲੇ ਸ਼ਲੋਕ ਵਿੱਚ, ਇਹ ਤੇ ਇਸਦੀ ਜ਼ਿੰਦਗੀ ਦੀ ਗੱਲ। ਲੇਕਿਨ ਧਰਮ ਦੀ ਦੁਨੀਆ ਵਿੱਚ ਜੋ ਖਾਸ ਕਰਕੇ ਪੁਜਾਰੀ ਵਰਗ ਹੈ, ਉਹਨੇ ਲੋਕਾਂ ਨੂੰ ਜਿਉਂਦਿਆਂ ਹੀ ਨਹੀਂ ਉਲਝਾਇਆ, ਮਰਨ ਤੋਂ ਬਾਅਦ ਤੱਕ ਵੀ ਉਲਝਣ ਦੇ ਅੰਦਰ ਪਾਇਆ ਹੋਇਆ ਹੈ। ਸੰਸਕਾਰ ਕਿਵੇਂ ਕਰਨਾ ਹੈ, ਬੰਦੇ ਦਾ ਜਦੋਂ ਅੰਤਿਮ ਸੰਸਕਾਰ ਕਰਨਾ ਹੈ, ਉਹਦਾ ਮੂੰਹ ਕਿੱਧਰ ਨੂੰ ਕਰਨਾ ਹੈ, ਪੈਰ ਕਿੱਧਰ ਨੂੰ ਕਰਨੇ ਨੇ, ਫੁੱਲ ਚੁੱਕ ਕੇ ਕਿੱਥੇ ਪਾਣੇ ਨੇ, ਕਿਤਵੇਂ ਦਿਨ ਪਾਠ ਕਰਾਉਣਾ ਹੈ, ਕਿਹੜੀ ਕਿਰਿਆ ਕਰਮ ਕਰਨੀ ਹੈ, ਕਿੰਨੇ ਦੀਵੇ ਜਗਾਣੇ ਨੇ, ਕਿਹੜੇ ਰੋਟ ਪਕਾਣੇ ਨੇ, ਕਿਵੇਂ ਉਹਨੂੰ ਨੁਹਾਣਾ ਹੈ, ਕਿਵੇਂ ਕੱਪੜੇ ਬਦਲਣੇ ਨੇ। ਕਈ ਨਾਲ ਕਾਨਾ ਰੱਖਦੇ ਨੇ, ਕੋਈ ਡੋਰਾ ਰੱਖਦੇ ਨੇ, ਰਾਹ ਦੇ ਅੰਦਰ ਕਈ ਘੜੇ ਪਾਉਂਦੇ ਨੇ, ਸਿਆਪੇ ਕਈ, ਇੱਕ ਥੋੜਾ ਹੈ।
और इत्थे ही खत्म नहीं, फिर बरसियां करानियां ने, फिर श्राद्ध कराने ने, फिर 1 साल लगातार अपने मृतक वास्ते रोटियां भेजनियां ने। मैं गुरुद्वारा सतगुरु की ड्यूटी की पिंडां विच, ते शुरू विच मैं भी जो सिखदा सी ते पता नहीं सी बहुता, गुरमत बारे पता ही नहीं सी, शुरुआत सी। और उदों गुरमत बारे बोलना भी काफी कठिन हुंदा सी। जदों गुरमत बारे पता लगा तो फिर इन्हां चीज़ां नूं लोकां दे विच रखिया। लेकिन मैं आप गुरुद्वारे साहब ग्रंथ की ड्यूटी की है, उत्थे कोई बजुर्ग गुजर जांदा सी ना, तो 11 महीने उस बजुर्ग दे जो घर वाले मैंबर ने परिवारक, दही की कौली ते नाल 3 प्रशादे परौंठे ते अचार की फाड़ी, ये 11 महीने देंदे सन। 3 प्रशादे परौंठे बना के। हुण ये क्यों दिते जांदे ने? क्योंकि पुजारी ने वहम पाया होया है कि 11 महीने जेड़ा तुसीं खुराक पुजारी नूं दिओगे वो तुहाडे बजुर्गां नूं उत्ते मिलेगी। हुण 3 परौंठे ते खा गया भाई मोहर सिंह ते बापू, ते फिर उत्ते भुखा दा भुखा। तां मरण तो बाद भी लोकां नूं उलझाया होया सी कि मृतक देह नूं किवें संभालना है। जे मृतक देह नूं इस तरीके नाल संभालोगे ਤਾਂ ਤੁਹਾਡਾ ਮ੍ਰਿਤਕ ਪ੍ਰਾਣੀ ਸਵਰਗ ਵਿੱਚ ਜਾਏਗਾ। ਜੇ ਮ੍ਰਿਤਕ ਨੂੰ ਐਸ਼ ਢੰਗ ਨਾਲ ਨਹੀਂ ਸੰਭਾਲੋਗੇ ਤੇ ਤੁਹਾਡਾ ਪ੍ਰਾਣੀ ਨਰਕ ਵਿੱਚ ਚਲਾ ਜਾਏਗਾ। ਇਹੋ ਜਿਹੇ ਵਿਚਾਰ ਗੁਰਦੇਵ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਉਹ ਕਹਿੰਦੇ ਨੇ ਜੇ ਮ੍ਰਿਤਕ ਕੋ ਚੰਦਨ ਚੜਾਵੇ ਚੜਾਈ ਕੋ, ਜੇ ਕੋਈ ਮ੍ਰਿਤਕ ਨੂੰ ਚੰਦਨ ਚੜਾਉਂਦਾ ਹੈ, ਚੰਦਨ ਦਾ ਲੇਪ ਕਰਦਾ ਹੈ, ਚੰਦਨ ਦੀਆਂ ਲੱਕੜਾਂ ਵਿੱਚ ਉਹਦਾ ਅੰਤਮ ਸੰਸਕਾਰ ਕਰਦਾ, ਤੇ ਮ੍ਰਿਤਕ ਨੂੰ ਉਹਦਾ ਕੀ ਫਾਇਦਾ? ਮ੍ਰਿਤਕ ਤੇ ਮਲੀ ਜਾਓ ਚੰਦਨ, ਮ੍ਰਿਤਕ ਦੇ ਤੇ ਪਰਫਿਊਮ ਪਾਈ ਜਾਓ। ਜਿਉਂਦੇ ਬਾਪੂ ਦੀ ਰਜਾਈ ਦੇ ਵਿੱਚੋਂ ਬੋ ਆਉਂਦੀ ਦੀ ਬੋ ਨਾਲ ਮਰ ਗਿਆ, ਤੇ ਮਰਨ ਤੋਂ ਬਾਅਦ ਉਹਦੇ ਮੂੰਹ 'ਚ ਘਿਓ ਪਾ ਰਹੇ ਨੇ, ਪਰਫਿਊਮ ਤਰੋਕ ਰਹੇ ਨੇ, ਚੰਦਨ ਪਾ ਰਹੇ ਨੇ, ਉਹਦਾ ਮ੍ਰਿਤਕ ਨੂੰ ਕੀ ਫਾਇਦਾ? ਜੇ ਮ੍ਰਿਤਕ ਕੋ ਬਿਸ਼ਟਾ ਮਾਹੇ ਰੁਲਾਈ ਤੋ ਮ੍ਰਿਤਕ ਦਾ ਕਿਆ ਘਟ ਜਾਈ। ਜੇ ਮ੍ਰਿਤਕ ਨੂੰ ਗੋਹੇ ਕੂੜੇ ਦੇ ਵਿੱਚ ਖਿੱਚੀ ਫਿਰੋਗੇ ਤੇ ਮ੍ਰਿਤਕ ਦਾ ਕੀ ਘਟ ਜਾਣਾ? ਉਹ ਤੇ ਮਰ ਹੀ ਗਿਆ ਹੈ। ਤਾਂ ਗੁਰਦੇਵ ਪਾਤਸ਼ਾਹ ਕਹਿ ਰਹੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਮੁਸਲਮਾਨ ਵੀਰ ਇਹ ਸਮਝਦੇ ਨੇ ਕਿ ਜੋ ਅੰਤਮ ਸੰਸਕਾਰ ਹੈ ਉਸ ਮ੍ਰਿਤਕ ਦੇਹ ਨੂੰ ਮਿੱਟੀ ਦੇ ਵਿੱਚ ਦਫਨਾਉਣਾ ਚਾਹੀਦਾ ਹੈ, ਕਬਰ ਵਿੱਚ ਦਫਨਾਉਣਾ ਚਾਹੀਦਾ ਹੈ। ਜੇ ਉਸ ਨੂੰ ਜਲਾਓਗੇ ਤਾਂ ਫਿਰ ਉਹ ਜੰਨਤ ਵਿੱਚ ਨਹੀਂ ਜਾ ਪਾਏਗਾ। ਕਿਉਂਕਿ ਮੁਸਲਮਾਨ ਵੀਰਾਂ ਦਾ ਇਹ ਵਿਸ਼ਵਾਸ ਹੈ ਕਿ ਜਦੋਂ ਕਿਆਮਤ ਆਏਗੀ, ਸਾਰੀ ਦੁਨੀਆ ਜਦੋਂ ਖਤਮ ਹੋਵੇਗੀ, ਤਾਂ ਖੁਦਾ ਸਾਰੇ ਮੁਰਦਿਆਂ ਨੂੰ ਜ਼ਿੰਦਾ ਕਰ ਲਵੇਗਾ, ਕਬਰਾਂ ਚੋਂ ਉਠਾ ਲਵੇਗਾ, ਉਹਨਾਂ ਦਾ ਲੇਖਾ ਜੋਖਾ ਹੋਏਗਾ। ਜੋ ਇਸਲਾਮ ਮੁਤਾਬਕ ਜ਼ਿੰਦਗੀ ਜਿਨ੍ਹਾਂ ਨੇ ਜੀਵੀ ਹੋਏਗੀ ਉਹਨਾਂ ਨੂੰ ਜੰਨਤ ਵਿੱਚ ਤੇ ਬਾਕੀ ਦਿਆਂ ਨੂੰ ਦੋਜ਼ਖ ਵਿੱਚ ਪਾਇਆ ਜਾਏਗਾ। ਹੁਣ ਗੁਰੂ ਜੀ ਕਹਿੰਦੇ ਨੇ ਕਿ ਮ੍ਰਿਤਕ ਦੇਹ ਨੂੰ ਕਿਸੇ ਵੀ ਤਰ੍ਹਾਂ ਉਹਨੂੰ ਸੰਭਾਲ ਲਓ, ਉਹਦੇ ਨਾਲ ਕੋਈ ਮ੍ਰਿਤਕ ਦੇ ਨਰਕ ਸਵਰਗ ਦਾ ਕੋਈ ਸੰਬੰਧ ਨਹੀਂ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਉਹ ਕਹਿੰਦੇ ਨੇ ਮੰਨ ਲਓ, ਸਪੋਜ਼, ਇੱਥੇ ਸਪੋਜ਼ ਸ਼ਬਦ ਨੂੰ ਜ਼ਰੂਰ ਲੈਣਾ, ਸਪੋਜ਼ ਕਿ ਕਿਸੇ ਮੁਸਲਮਾਨ ਵੀਰ ਨੂੰ ਦਫਨਾਇਆ ਗਿਆ ਹੈ ਜ਼ਮੀਨ ਵਿੱਚ, ਤੇ ਸਮਾਂ ਪਾ ਕੇ ਉੱਥੇ ਕਿਤੇ ਘੁਮਿਆਰ ਵੀਰ ਭਾਂਡੇ ਬਣਾਉਣ ਵਾਸਤੇ ਮਿੱਟੀ ਲੈ ਜਾਏ, ਕਿਉਂਕਿ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ, ਤੇ ਜੋ ਉਹ ਦੇਹੀ ਸੀ ਮਿੱਟੀ ਦੇ ਵਿੱਚ ਮਿਲ ਚੁੱਕੀ ਹੈ, ਤੇ ਉਹ ਵੀ ਉਸ ਮਿੱਟੀ ਦੇ ਵਿੱਚ ਉਹਦੀ ਮਿੱਟੀ ਚਲੀ ਜਾਏ ਜਿਹੜੀ ਦੇਹੀ ਮਿੱਟੀ ਵਿੱਚ ਮਿੱਟੀ ਹੋਈ ਸੀ। ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਤੇ ਘੁਮਿਆਰ ਨੇ ਉਸ ਮਿੱਟੀ ਦੀਆਂ ਇੱਟਾਂ ਬਣਾ ਲਈਆਂ, ਭਾਂਡੇ ਬਣਾ ਲਏ, ਤੇ ਉਹਨਾਂ ਨੂੰ ਪਕਾਉਣ ਵਾਸਤੇ ਆਵੀ ਵਿੱਚ ਪਾ ਦਿੱਤਾ। ਹੁਣ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਜਲਦੀ ਕਰੇ ਪੁਕਾਰ, ਕਿ ਉਹ ਸੜ ਰਹੀ ਹੈ ਔਰ ਪੁਕਾਰ ਕਰ ਰਹੀ ਹੈ, ਮਿੱਟੀ ਤੇ ਫਿਰ ਸੜ ਗਈ। ਬੇਸ਼ੱਕ ਅੰਤਮ ਸੰਸਕਾਰ ਅੱਗ ਨਾਲ ਨਹੀਂ ਕੀਤਾ, ਪਰ ਮਿੱਟੀ ਤੇ ਫਿਰ ਸੜ ਗਈ। ਹਿੰਦੂ ਦੀ ਵੀ ਮਿੱਟੀ ਹੈ, ਜਦੋਂ ਸਰੀਰ ਮਰ ਗਿਆ ਮਿੱਟੀ ਹੋ ਗਈ, ਉਹ ਵੀ ਸੜ ਗਿਆ। ਸਿੱਖ ਦਾ ਵੀ ਸਰੀਰ ਮਿੱਟੀ ਹੈ, ਮਿੱਟੀ ਨੂੰ ਜਲਾ ਦਿੱਤਾ, ਭਾਵੇਂ ਪਾਣੀ 'ਚ ਰੋੜ ਦਿੱਤਾ, ਕੁਛ ਵੀ ਮਿੱਟੀ ਮਿੱਟੀ ਵਿੱਚ ਮਿਲਦੀ, ਪਰ ਮਿੱਟੀ ਜਲਦੀ ਹੈ ਪਈ। ਜਲ ਜਲ ਰੋਵੇ ਬਪੁੜੀ ਝੜ ਝੜ ਪਵੇਂ ਅੰਗਿਆਰ। ਮਾਨੋ ਕਿ ਉਹ ਜਲ ਜਲ ਕੇ ਸੜ ਸੜ ਕੇ ਰੋ ਰਹੀ ਹੈ, ਔਰ ਉਹਦੇ ਤੋਂ ਅੰਗਿਆਰ ਜਿਹੜੇ ਨੇ ਝੜ ਝੜ ਕੇ ਡਿੱਗ ਰਹੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਨਾਨਕ ਜਿਨ ਕਰਨੈ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਦਰਅਸਲ ਮ੍ਰਿਤਕ ਸਰੀਰ ਨੂੰ ਦੱਬਣ ਜਾਂ ਸਾੜਨ ਦੇ ਨਾਲ ਕੁਛ ਨਹੀਂ ਹੁੰਦਾ, ਸਗੋਂ ਜਿਸ ਕਰਤਾਰ ਨੇ ਜੀਵ ਨੂੰ ਪੈਦਾ ਕੀਤਾ ਹੈ, ਉਹ ਜੀਵਾਂ ਨੂੰ
फल दिंदा है कर्मां अनुसार। जैसे किसी ने कर्म कीते ने वैसा फल मनुख नूं इस जिंदगी दे विच मिल जांदा है। मरण तो बाद सिख धर्म नरक सुरग नूं नहीं मनदा। दूजे जो लोग मनदे ने उन्हां दी अपनी मनौत है, उन्हां नूं मुबारक है अपने विचार, लेकिन सिख धर्म नरक सुरग विच विश्वास नहीं रखता। कवन नरक या सुरग विचारा, संतन दो राधे, हम काहू की कान ना करते, अपने गुर प्रसादे। इसलिए मरण तो बाद ਕਿਸੇ ਦਾ ਅੰਤਮ ਸੰਸਕਾਰ ਕਿਸੇ ਵੀ ਤਰ੍ਹਾਂ ਕਰ ਦਿਓ, ਉਹਦੇ ਨਾਲ ਉਹਦੇ ਧਰਮ ਦਾ ਜਾਂ ਨਰਕ ਸੁਰਗ ਦਾ ਕੋਈ ਸੰਬੰਧ ਨਹੀਂ। ਇਹ ਬੰਦੇ ਦੀਆਂ ਆਪਣੀਆਂ ਮਨੌਤਾਂ ਨੇ। ਗੁਰਦੇਵ ਨੇ ਪਾਵਨ ਬਾਣੀ ਦੇ ਵਿੱਚ ਬਚਨ ਵੀ ਕੀਤਾ ਹੈ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਹੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਹੇ। ਕਈ ਲੋਕ ਨੇ ਇਹਨਾਂ ਮ੍ਰਿਤਕ ਦੇਹਾਂ ਨੂੰ ਪਾਣੀ ਵਿੱਚ ਰੋੜ ਦਿੰਦੇ ਨੇ। ਤੇ ਦੇਖੋ ਪਾਣੀ ਵਿੱਚ ਰੋੜ ਕੇ, ਜਿਵੇਂ ਹਿੰਦੂ ਵੀਰ ਨੇ, ਤੁਸੀਂ ਹਰਿਦੁਆਰ ਵੱਲ ਜਾਓਗੇ ਨਾ ਤਾਂ ਬਹੁਤ ਸਾਰੇ ਹਿੰਦੂ ਵੀਰ ਨੇ ਜੋ ਲਾਸ਼ ਨੂੰ ਥੋੜਾ ਜਿਹਾ ਜਲਾ ਕੇ ਨਾ ਦਾਗ ਦੇ ਕੇ ਤੇ ਉਸ ਮ੍ਰਿਤਕ ਦੇਹੀ ਨੂੰ ਗੰਗਾ ਦੇ ਵਿੱਚ ਰੋੜ ਦਿੰਦੇ ਨੇ, ਜਲ ਪ੍ਰਵਾਹ ਕਰ ਦਿੰਦੇ ਨੇ। ਉਹਨਾਂ ਦੀ ਇਹ ਮਨੌਤ ਹੈ ਕਿ ਗੰਗਾ ਦੇ ਵਿੱਚ ਜਲ ਪ੍ਰਵਾਹ ਕੀਤੀ ਹੋਈ ਜਿਹੜੀ ਮ੍ਰਿਤਕ ਦੇਹੀ ਹੋਏਗੀ ਉਹ ਪ੍ਰਾਣੀ ਸਵਰਗ ਵਿੱਚ ਜਾਏਗੀ। ਉਹਨਾਂ ਦੀ ਮਨੌਤ ਹੈ। ਤੇ ਅੱਗੇ ਉਸ ਲੋਥ ਦੇ ਨਾਲ ਕੀ ਬਣਦਾ ਹੈ ਇਹ ਧਿਆਨ ਦਿਓ। ਇੱਥੋਂ ਰਿਸ਼ੀਕੇਸ਼ ਔਰ ਹਰਿਦੁਆਰ ਤੋਂ ਅੱਗੇ ਚਲੇ ਜਾਈਏ ਨਾ, ਜਿੱਧਰ ਨੂੰ ਗੰਗਾ ਜਾ ਰਹੀ ਹੈ, ਅੱਗੇ ਜਾ ਕੇ ਤੇ ਉੱਥੇ ਕੁਛ ਸਾਧੂ ਨੇ ਤਿਆਗੀ, ਅਘੋਰੀ ਕਹਿੰਦੇ ਨੇ ਉਹਨਾਂ ਨੂੰ, ਅਘੋਰੀ। ਉਹ ਅਘੋਰੀ ਜੋ ਸਾਧੂ ਨੇ ਉਹ ਸ਼ਰਾਬ ਪੀਂਦੇ ਨੇ ਤੇ ਪੀਂਦੇ ਵੀ ਬੰਦੇ ਦੀ ਖੋਪਰੀ ਦਾ ਬਰਤਨ ਬਣਾ ਕੇ ਨੇ। ਮਰੇ ਹੋਏ ਬੰਦਿਆਂ ਦੀ ਖੋਪਰੀ ਦਾ ਉਹਨਾਂ ਨੇ ਬਰਤਨ ਬਣਾਇਆ ਹੁੰਦਾ ਹੈ, ਪੱਥਰ ਆਦਿ ਰਗੜ ਕੇ ਉਸ ਖੋਪਰੀ ਦੀ ਉਹ ਪੂਜਾ ਕਰਦੇ ਨੇ। ਉਸ ਖੋਪਰੀ ਦੇ ਵਿੱਚ ਉਹ ਮਾਸ ਖਾਂਦੇ ਨੇ, ਉਸ ਖੋਪਰੀ ਦੇ ਵਿੱਚ ਹੀ ਉਹ ਸ਼ਰਾਬ ਪੀਂਦੇ ਨੇ। ਤੇ ਜਿਹੜੀਆਂ ਉਹ ਦੇਹੀਆਂ ਜਾਂਦੀਆਂ ਨੇ ਨਾ ਉੱਥੋਂ ਰੁੜ ਕੇ, ਉਹਨਾਂ ਨੂੰ ਫਿਰ ਉਹ ਸਾਧੂ ਜਿਹੜੇ ਨੇ ਅਘੋਰੀ ਉਹ ਬਾਹਰ ਕੱਢ ਲੈਂਦੇ ਨੇ। ਬਾਹਰ ਕੱਢ ਕੇ ਤੇ ਉਹ ਆਪਣੀ ਝੁੱਗੀ ਵਿੱਚ ਲੈ ਜਾਂਦੇ ਨੇ, ਉਹਦੇ ਉੱਤੇ ਕੱਪੜਾ ਵਿਛਾ ਕੇ ਉਸ ਮ੍ਰਿਤਕ ਦੇਹ ਦੇ ਉੱਤੇ ਬੈਠ ਜਾਂਦੇ ਨੇ। ਉਹਦੇ ਮੱਥੇ ਦੇ ਉੱਤੇ ਸੰਧੂਰ ਵਗੈਰਾ ਲਗਾ ਕੇ ਕੁਛ ਜੰਤਰ ਮੰਤਰ ਆਪਣੇ ਪੜ੍ਹਦੇ ਨੇ ਤੇ ਫਿਰ ਉਹਨਾਂ ਕੱਚੀਆਂ ਦੇਹੀਆਂ ਨੂੰ ਖਾ ਜਾਂਦੇ ਨੇ। ਔਰ ਇਹ ਮੈਂ ਬਨੌਟੀ ਗੱਲ ਨਹੀਂ ਕਰ ਰਿਹਾ, ਆਪ YouTube ਤੇ ਪਾਇਓ ਅਘੋਰੀਜ਼ ਈਟਿੰਗ ਹਿਊਮਨ ਬੋਡੀ, ਲਿਖ ਲਓ ਅਘੋਰੀਜ਼, AGHORIES, ਅਘੋਰੀਜ਼ ਈਟਿੰਗ ਹਿਊਮਨ ਬੋਡੀ। ਹੌਲੀ ਬੋਲਿਓ ਥੋੜਾ ਜਿਹਾ। ਅਘੋਰੀਜ਼, AGHORIES, ਅਘੋਰੀਜ਼ ਈਟਿੰਗ ਹਿਊਮਨ ਬੋਡੀ। ਜਦੋਂ ਇਹ ਕਲਿੱਪ ਆਓਗੇ ਨਾ ਤਾਂ ਤੁਸੀਂ ਵੇਖੋਗੇ ਕਿ ਮ੍ਰਿਤਕ ਦੇਹ ਆ ਰਹੀ ਹੈ ਔਰ ਇੱਕ ਬੱਚੇ ਦੀ ਗਲੀ ਹੋਈ ਲਾਸ਼ ਆ ਰਹੀ। ਉੱਥੇ 3 ਸਾਧੂ ਬੈਠੇ ਨੇ, ਉਹ ਵੇਖ ਕੇ ਮ੍ਰਿਤਕ ਦੇਹ ਨੂੰ ਫਿਰ ਇੰਝ ਹੱਥ ਜੋੜਦੇ ਨੇ ਕਿ ਰੱਬਾ ਸ਼ੁਕਰ ਹੈ ਖਾਣਾ ਆਇਆ। ਉਹਨਾਂ ਵਿੱਚੋਂ ਇੱਕ ਬਜ਼ੁਰਗ ਜਿਹਾ ਸਾਧੂ ਅੰਦਰ ਵੜਦਾ ਹੈ ਤੇ ਇੱਕ ਬੱਚੇ ਦੀ ਜੋ ਗਲੀ ਹੋਈ ਲਾਸ਼ ਹੈ ਇਸ ਤਰ੍ਹਾਂ ਕਰਕੇ ਉਹਨੂੰ ਕੱਚੀ ਨੂੰ ਖਾ ਰਿਹਾ। ਫਿਰ ਉਹ ਇੱਕ ਜਵਾਨ ਦੇ ਬੰਦੇ ਦੀ ਵੱਡੀ ਬੋਡੀ ਆਉਂਦੀ ਹੈ, ਉਹਨੂੰ ਖਿੱਚ ਕੇ ਅੰਦਰ ਲੈ ਜਾਂਦੇ ਨੇ। ਉਹ ਸਾਧੂ ਬਾਬਾ ਉਹਦੇ ਉੱਤੇ ਕੱਟਾ ਜਿਹਾ ਵਿਛਾ ਕੇ ਬਹਿ ਜਾਂਦਾ ਹੈ, ਮੰਤਰ ਜੰਤਰ ਪੜ੍ਹਦਾ ਹੈ, ਫਿਰ ਟੋਕੇ ਦੇ ਨਾਲ ਉਹਦੀ ਬਾਂਹ ਵੱਢਦਾ ਹੈ, ਇੱਥੋਂ ਕੋਹਣੀ ਤੋਂ ਬਾਂਹ ਵੱਢ ਕੇ ਤੇ ਫਿਰ ਬਾਂਹ ਨੂੰ ਕੱਚੀ ਨੂੰ ਹੀ ਖਾਂਦਾ ਹੈ। ਹੁਣ ਦੇਖੋ, ਇੱਕ ਨੇ ਤੇ ਉੱਥੋਂ ਪਿੱਛੋਂ ਰੋੜੀ ਲਾਸ਼ ਕਿ ਉਹ ਸਵਰਗ ਵਿੱਚ ਜਾਏਗੀ ਤੇ ਅੱਗੇ ਉਸ ਲਾਸ਼ ਦੇ ਨਾਲ ਕੀ ਬਣ ਰਿਹਾ ਹੈ, ਇਹ ਤਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਤਮ ਸੰਸਕਾਰ ਦੇ ਨਾਲ ਨਰਕ ਸਵਰਗ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਅਘੋਰੀਜ਼ ਦਾ ਇੰਟਰਵਿਊ ਵੀ ਲਿਆ ਹੈ ਕਈ ਅੰਗਰੇਜ਼ਾਂ ਨੇ ਵੀ, ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਆਪ ਵੇਖੋਗੇ, ਉਹ ਸ਼ਰਾਬ ਵਗੈਰਾ ਪੀਂਦੇ ਨੇ ਸਰੇਆਮ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ, ਜਿਸ ਕਰਤਾਰ ਨੇ ਇਹ ਰਚਨਾ ਰਚੀ ਹੈ ਉਹ ਮੇਰੇ, ਤੁਹਾਡੇ ਤੇ ਹੋਰ ਸਾਰੀ ਦੁਨੀਆ ਦੇ ਧਰਮੀਆਂ ਔਰ ਅਧਰਮੀਆਂ ਦੇ ਕਰਮਾਂ ਨੂੰ ਜਾਣਦਾ ਹੈ, ਸਾਡੇ ਸੁਭਾਅ ਨੂੰ ਜਾਣਦਾ ਹੈ, ਕਿਉਂਕਿ ਸਾਡੇ ਅੰਦਰ ਬੈਠਾ ਹੈ, ਸਾਰਿਆਂ ਦੀ ਉਹ ਜਾਣਦਾ ਹੈ। ਤੇ ਉਸ ਕਰਮ ਅਨੁਸਾਰ ਹੀ ਇਸ ਜ਼ਿੰਦਗੀ ਦੇ ਅੰਦਰ ਫਲ ਮਿਲਦਾ ਹੈ। ਇਸ ਜੀਵਨ ਦੇ ਅੰਦਰ ਸੁੱਖ ਦੁੱਖ, ਆਦਰ ਨਿਰਾਦਰ, ਕਾਮਯਾਬੀ,
ਜਾਂ ਨਾਕਾਮਯਾਬੀ, ਸਫਲਤਾ, ਅਸਫਲਤਾ ਬੰਦੇ ਦੇ ਕਰਮਾਂ ਅਨੁਸਾਰ ਮਿਲਦਾ ਹੈ। ਹੁਣ ਅਗਲਾ ਸ਼ਲੋਕ ਗੁਰਦੇਵ ਪਾਤਸ਼ਾਹ ਜੀ ਦੱਸ ਰਹੇ ਨੇ ਸਾਨੂੰ ਕਿ ਜਿਹੜਾ ਹੈ ਪੌੜੀ ਵਿੱਚ ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਹੁਣ ਦੇਖੋ, ਪਿਛਲੇ ਧਾਰਮਿਕ ਮਨੌਤਾਂ ਦੀ ਗੱਲ ਕਰਕੇ, ਅੰਤਮ ਸੰਸਕਾਰ ਦੀ ਗੱਲ ਕਰਕੇ, ਕਿ ਇਹ ਲੋਕਾਂ ਦੀਆਂ ਮਨੌਤਾਂ ਨੇ, ਜਿਨ੍ਹਾਂ ਦੀਆਂ ਮਨੌਤਾਂ ਨੇ ਉਹਨਾਂ ਨੂੰ ਮੁਬਾਰਕ ਨੇ। ਹੁਣ ਗੁਰੂ ਨਾਨਕ ਦੇਵ ਜੀ ਨੇ ਫਿਰ ਆਪਣੇ ਵਿਚਾਰ ਹੁਣ ਪੌੜੀ ਵਿੱਚ ਦੱਸ ਰਹੇ ਨੇ ਦੁਬਾਰਾ, ਕਹਿੰਦੇ ਨੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿ ਗੁਰੂ ਤੋਂ ਬਿਨਾਂ ਕਦੇ ਵੀ ਰੱਬ ਨੂੰ ਕਿਸੇ ਨੇ ਨਹੀਂ ਪਾਇਆ। ਫਿਰ ਦੁਬਾਰਾ ਕਹਿ ਰਹੇ ਨੇ ਬਿਨ ਸਤਿਗੁਰ ਕਿਨੇ ਨਾ ਪਾਇਆ, ਕਿਸੇ ਨੇ ਵੀ ਨਹੀਂ ਪਾਇਆ। ਜੇ ਪਾਇਆ ਤੇ ਦੱਸੋ। ਸੱਚੇ ਗਿਆਨ ਤੋਂ ਬਿਨਾਂ, ਸੱਚੀ ਸੂਝ ਤੋਂ ਬਿਨਾਂ ਕਦੇ ਵੀ ਕੋਈ ਰੱਬ ਦੇ ਵਿੱਚ ਅਭੇਦ ਨਹੀਂ ਹੋਇਆ। ਜਦੋਂ ਵੀ ਕੋਈ ਅਭੇਦ ਹੋਇਆ ਹੈ, ਉਦੋਂ ਉਹ ਬੰਦਾ ਗੁਰੂ ਰਾਹੀਂ, ਸੱਚੇ ਗਿਆਨ ਰਾਹੀਂ ਹੋਇਆ ਹੈ। ਗੁਰਦੇਵ ਨੇ ਇਸੇ ਲਈ ਸਾਨੂੰ ਸਿਖਾਇਆ ਹੈ, ਹਾਰ ਪਰਿਓ ਸੁਆਮੀ ਕੇ ਦੁਆਰੇ। ਦੇਖੋ ਕਿੰਨਾ ਪਿਆਰਾ ਸ਼ਬਦ ਹੈ ਨਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੋੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਿਓ, ਅਧਿਕ ਅਹੰਗ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਬੁੱਧਿਕਾ। ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੇ ਨਾਹੀ। ਮਨ ਬਾਸਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਔਰ ਗੁਰਦੇਵ ਨੇ ਹੋਰ ਥਾਂ ਤੇ ਬਚਨ ਕੀਤਾ ਹੈ, ਪਗ ਉਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ। ਰਹਿ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੈ ਸੋ ਸੁਖ ਪਾਏ। ਗੁਰਦੇਵ ਨੇ ਹੋਰ ਥਾਂ ਬਚਨ ਕੀਤਾ ਹੈ, ਦੇਸ਼ ਛੋੜ ਪਰਦੇਸਹਿ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਜ਼ਰ ਪਰ ਨਾਰੀ, ਵੇਸ਼ ਨ ਪਾਈਏ ਮਹਾ ਦੁਖਿਆਰੀ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਏ ਜੋਨੀ, ਬਿਨ ਸਤਿਗੁਰ ਕਿਨੇ ਨਾ ਪਾਈ ਪਰਮ ਗਤੇ, ਪੁੱਛੋ ਸਗਲ ਵੇਦ ਸਿਮਰਤੇ। ਤਾਂ ਜਿੰਨੇ ਵੀ ਇਹ ਕਰਮ ਕਾਂਡ ਨੇ, ਇਹ ਅਜਮਾ ਲਏ ਗਏ ਨੇ। ਇਹਨਾਂ ਦੇ ਨਾਲ ਕਦੇ ਵੀ ਕਿਸੇ ਨੂੰ ਰੱਬ ਨਹੀਂ ਮਿਲਿਆ। ਸਗੋਂ ਅੰਧ ਵਿਸ਼ਵਾਸੀ ਜ਼ਿੰਦਗੀ ਜੀ ਕੇ ਮਨੁੱਖਾਂ ਨੇ ਆਪਣੀ ਜੀਵਨ ਨੂੰ ਵਿਅਰਥ ਗਵਾਇਆ ਹੈ, ਔਰ ਇਸ ਸੰਸਾਰ ਅੰਦਰ ਲੜਾਈ, ਦੰਗੇ, ਝਗੜੇ, ਫਸਾਦ ਪੈਦਾ ਕੀਤੇ ਨੇ, ਔਰ ਮਨੁੱਖ ਆਤਮਕ ਮੌਤ ਤੇ ਮਰਿਆ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਕਦੇ ਵੀ ਕਿਸੇ ਨੇ ਪ੍ਰਭੂ ਨੂੰ ਨਹੀਂ ਪਾਇਆ, ਸਫਲਤਾ ਹਾਸਲ ਨਹੀਂ ਕੀਤੀ। ਸਤਿਗੁਰ ਵਿੱਚ ਆਪ ਰੱਖਿਓ, ਸਤਿਗੁਰ ਵਿੱਚ ਆਪ ਰੱਖਿਓ। ਹੁਣ ਇਸ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਹੋਰ ਵਿਦਵਾਨਾਂ ਨੇ ਕੀਤਾ ਹੈ ਕਿ ਰੱਬ ਨੇ ਸਤਿਗੁਰ ਦੇ ਵਿੱਚ ਆਪਣਾ ਆਪਾ ਰੱਖਿਆ ਹੈ ਔਰ ਪ੍ਰਗਟ ਕਰਕੇ ਆਖ ਕੇ ਸੁਣਾਇਆ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਔਰ ਰੱਬ ਇੱਕ ਨੇ, ਦੋ ਨਹੀਂ ਹਨ। ਪਰ ਇਹਦਾ ਜੋ ਮੀਨਿੰਗ ਬਣੇਗਾ, ਸਤਿਗੁਰ ਵਿੱਚ ਆਪ ਰੱਖਿਓ। ਹੁਣ ਸਤਿਗੁਰ ਦੇ ਰਾਹੀਂ ਰੱਬ ਨੂੰ ਕਿੰਨੇ ਪਾਇਆ? ਸਤਿਗੁਰ ਵਿੱਚ ਆਪ ਰੱਖਿਓ, ਜਿਸ ਨੇ ਆਪਾ ਆਪਣਾ ਸਤਿਗੁਰ ਦੇ ਚਰਨਾਂ ਵਿੱਚ ਰੱਖ ਦਿੱਤਾ, ਜਿਸ ਨੇ ਸਤਿਗੁਰ ਵਿੱਚ ਆਪਣੇ ਆਪ ਨੂੰ ਅਪੀਤ ਕਰ ਲਿਆ, ਜਿਸ ਨੇ ਸਤਿਗੁਰ ਦੇ ਅੱਗੇ ਆਪਣਾ ਆਪਾ ਰੱਖ ਦਿੱਤਾ, ਆਪਣੀ ਮੱਤ ਤਿਆਗ ਦਿੱਤੀ। ਵੈਸੇ ਤੇ ਗੁਰੂ ਨੂੰ ਮੱਥਾ ਹਰ ਦੁਨੀਆ ਟੇਕ ਰਹੀ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਦੇਖੋ, ਗੁਰੂ ਦੇ ਦਰਸ਼ਨ ਬਾਬਾ ਸ੍ਰੀ ਚੰਦ ਜੀ ਨੇ ਵੀ ਕੀਤੇ ਨੇ, ਗੁਰੂ ਦੀ ਬਾਣੀ ਵੀ ਸੁਣੀ ਹੈ, ਉਪਦੇਸ਼ ਵੀ ਸੁਣਿਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਸ਼ਨ ਗੁਰੂ ਅਰਜਨ ਦੇਵ ਜੀ ਨੇ ਵੀ ਕੀਤੇ ਨੇ, ਬਾਬੇ ਪ੍ਰਿਥੀ ਨੇ ਵੀ ਕੀਤੇ ਨੇ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਬਾਬੇ ਪ੍ਰਿਥੀ ਨੇ ਵੀ ਕੀਤੇ ਨੇ, ਸੁਣਿਆ ਵੀ ਹੈ ਗੁਰੂ ਰਾਮਦਾਸ ਜੀ ਨੂੰ, ਲੇਕਿਨ ਮੰਨਿਆ ਨਹੀਂ ਨਾ, ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਨਹੀਂ ਰੱਖਿਆ। ਪ੍ਰੋਬਲਮ ਆ ਗਈ ਨਾ। ਇਸ ਲਈ ਗੁਰੂ ਦੇ ਚਰਨਾਂ ਵਿੱਚ ਆ ਕੇ ਕੇਵਲ ਮੱਥਾ ਟੇਕਣਾ ਕਾਫੀ ਨਹੀਂ, ਸਤਿਗੁਰ ਦੇ ਚਰਨਾਂ ਵਿੱਚ ਆਪਣਾ ਆਪਾ ਰੱਖ ਦੇਣਾ, ਮਨ, ਤਨ ਔਰ ਸਰੀਰ ਅਰਪ ਦੇਣਾ।
यानी मन करके विचारां नूं अपना लेना, तन करके कर्मां नूं अपना लेना और धन करके गुरु दे आशे अनुसार धन दी खर्च करना, इहनूं कहंदे ने सतगुर विच आप रखण। ते जिन्हां ने सतगुरु दे चरनां विच रख दिता कर प्रगट, उन्हां दे अंदर प्रभु प्रगट हो गया, आख सुनाया ते उन्हां ने संसार नूं आख के सुना दिता कि मेरे अंदर प्रभु प्रगट हो गया। वास्तव दे विच गल है, भगत कबीर जी कह के सुना रहे ने, अब तो जाए चढ़े सिंहासन, मिले हैं सारिंग पानी। राम कबीरा एक पे हैं, कोई ना सके पछाने। भगत रविदास जी प्रगट करके सुना रहे ने, तो ही मोही मोही तो ही अंतर कैसा, कनिक कटिक जल तरंग जैसा। ਤਾਂ ਗੁਰੂ ਉਸ ਦੇ ਅੰਦਰ ਰੱਬ ਨੂੰ ਪ੍ਰਗਟ ਕਰ ਦਿੰਦਾ ਹੈ ਤੇ ਉਹ ਪ੍ਰਭੂ ਉਸ ਮਨੁੱਖ ਦੇ ਅੰਦਰੋਂ ਬੋਲਦਾ ਹੈ, ਭਾਵ ਕਿ ਉਹ ਰੱਬ ਵਰਗਾ ਹੋ ਜਾਂਦਾ ਹੈ, ਉਹ ਰੱਬ ਨੂੰ ਪ੍ਰਤੱਖ ਵੇਖ ਲੈਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ, ਸਭ ਮੈਂ ਜੋਤ ਜੋਤ ਹੈ ਸੋਈ। ਅਗਲਾ ਬਚਨ ਕਰਦੇ ਨੇ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਗੁਰੂ ਦੇ ਨਾਲ ਮਿਲਣ ਕਰਕੇ ਸਦਾ ਮੁਕਤੀ ਮਿਲਦੀ ਹੈ। ਜਿਹੜਾ ਗੁਰੂ ਨੂੰ ਮਿਲ ਪੈਂਦਾ ਨਾ, ਉਹ ਸਦਾ ਲਈ ਮੁਕਤ ਹੋ ਜਾਂਦਾ ਹੈ। ਤੇ ਮਿਲਣ ਦੀ ਗੱਲ ਅਸੀਂ ਕੱਲ ਪਰਸੋਂ ਕੀਤੀ ਸੀ, ਮੈਂ ਦੁਬਾਰਾ ਫਿਰ ਸਾਂਝੀ ਕਰਦੇ ਹਾਂ, ਕਿਉਂਕਿ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਅਸੀਂ ਤੇ ਗੁਰੂ ਨੂੰ ਰੋਜ਼ ਮਿਲਦੇ ਹਾਂ, ਪਰ ਯਾਦ ਰੱਖਣਾ ਜਿਹੜਾ ਇੱਕ ਵਾਰੀ ਮਿਲ ਜਾਏ ਫਿਰ ਉਹ ਵਿਛੜਦਾ ਨਹੀਂ। ਆਪਾਂ ਪੱਥਰ ਔਰ ਪਤਾਸੇ ਵਾਲੀ ਗੱਲ ਕੀਤੀ ਸੀ ਨਾ, ਪੱਥਰ ਔਰ ਪਤਾਸੇ ਵਾਲੀ, ਕਿ ਪਾਣੀ ਦੇ ਅੰਦਰ ਪੱਥਰ ਔਰ ਪਤਾਸਾ ਪਾਓ, ਪਤਾਸਾ 2 ਪਲ ਵਿੱਚ ਮਿਲ ਜਾਂਦਾ ਹੈ, ਵਾਪਸ ਨਹੀਂ ਨਿਕਲਦਾ, ਪੱਥਰ 10 ਸਾਲ ਬਾਅਦ ਵੀ ਨਿਕਲ ਆਏਗਾ। ਤਾਂ ਸਤਿਗੁਰ ਮਿਲਿਆ ਹੈ, ਜੋ ਸਤਿਗੁਰ ਵਿੱਚ ਮਿਲ ਗਿਆ ਸਦਾ ਮੁਕਤ ਹੈ, ਉਹ ਸਦਾ ਵਾਸਤੇ ਮੁਕਤ ਹੋ ਗਿਆ। ਹੁਣ ਇੱਕ ਬੂੰਦ ਜੋ ਸਮੁੰਦਰ ਵਿੱਚ ਮਿਲ ਗਈ, ਉਹਨੂੰ ਕੋਈ ਬੰਧਨ ਨਹੀਂ ਰਿਹਾ, ਹੁਣ ਬੂੰਦ ਮੁਕਤ ਹੋ ਗਈ, ਕਿਉਂਕਿ ਸਮੁੰਦਰ ਦਾ ਰੂਪ ਹੋ ਗਈ, ਬੂੰਦ ਹੀ ਨਹੀਂ ਰਹੀ, ਸਮੁੰਦਰ ਹੋ ਗਈ। ਤੇ ਜੋ ਰੱਬ ਦੇ ਅੰਦਰ ਮਿਲ ਗਿਆ ਉਹ ਰੱਬ ਹੀ ਹੋ ਗਿਆ, ਵੱਖਰਾ ਰਿਹਾ ਹੀ ਨਹੀਂ, ਉਹ ਤੇ ਫਿਰ ਮੁਕਤ ਹੈ ਨਾ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਤੇ ਸਤਿਗੁਰ ਦੇ ਮਿਲਾਪ ਦੀ ਨਿਸ਼ਾਨੀ ਕੀ ਹੈ? ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰ ਦੇ ਨਾਲ ਉਹ ਮਿਲਿਆ ਹੈ ਜਿਹਨੇ ਆਪਣਾ ਮੋਹ ਖਤਮ ਕਰ ਦਿੱਤਾ ਹੈ। ਜੇ ਮੋਹ ਖਤਮ ਨਹੀਂ ਹੋਏਗਾ ਤੇ ਸਤਿਗੁਰ ਵਿੱਚ ਮਿਲ ਨਹੀਂ ਪਾਵਾਂਗੇ, ਕਿਉਂਕਿ ਬਹੁਤ ਵੱਡਾ ਖਤਰਾ ਹੈ। ਆਪਣਾ ਆਪਾ ਗਵਾਉਣਾ ਪੈਣਾ ਹੈ, ਆਪਣਾ ਆਪਾ ਗਵਾਉਣਾ ਪੈਣਾ ਹੈ। ਗੁਰੂ ਜੀ ਪਾਵਨ ਬਚਨ ਕਰਦੇ ਨੇ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਕ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਤਾਂ ਮੌਤ ਵਿਹਾਜਣ ਵਾਸਤੇ ਆਉਣਾ ਹੈ, ਭਾਵ ਆਪਣਾ ਆਪਾ ਤਿਆਗਣ ਲਈ। ਜੇ ਤੂੰ ਆਪਣੇ ਸੁਖ ਆਰਾਮ, ਆਪਣੀ ਮੱਤ, ਆਪਣਾ ਸਭ ਕੁਝ ਵਾਰਨ ਲਈ ਤਿਆਰ ਹੈ, ਤਾਂ ਹੀ ਇਹ ਬਾਤ ਬਣੇਗੀ ਨਾ। ਸੱਚ ਤਾਂ ਹੀ ਮਿਲੇਗਾ ਜੇ ਬੰਦਾ ਝੂਠ ਨੂੰ ਤਿਆਗਣ ਵਾਸਤੇ ਤਿਆਰ ਹੈ। ਜੇ ਝੂਠ ਨੂੰ ਛੱਡਣ ਲਈ ਤਿਆਰ ਨਹੀਂ ਤਾਂ ਸੱਚ ਕਿਵੇਂ ਮਿਲੇਗਾ? ਤਿਆਗ ਤੇ ਕਰਨਾ ਪੈਣਾ। ਦਇਆ ਤਾਂ ਹੀ ਮਨ ਵਿੱਚ ਆਏਗੀ ਨਾ ਜੇ ਕੁਦਇਆ ਨੂੰ ਤਿਆਗਾਂਗੇ। ਤੇ ਜੇ ਅਸੀਂ ਕੁਦਇਆ ਨੂੰ, ਕਠੋਰਤਾ ਨੂੰ ਫੜ ਕੇ ਰੱਖੀਏ ਤੇ ਦਇਆ ਪਾਣੀ ਚਾਹੀਏ, ਇੰਪੋਸੀਬਲ। ਜੇ ਅਸੀਂ ਚਾਹੀਏ ਕਿ ਆਪਣੇ ਪਿਆਰ ਕਰੀਏ ਸੰਸਾਰ ਨਾਲ, ਆਪਣੇ ਬੱਚਿਆਂ ਨਾਲ, ਰੱਬ ਨਾਲ ਪਿਆਰ ਕਰੀਏ, ਤੇ ਮੋਹ ਵੀ ਹੋਵੇ, ਧੀ ਪਿਆਰੀ ਲੱਗੇ ਤੇ ਨੂੰਹ ਨਾਲ ਹੋਰ ਕਿਸਮ ਦਾ ਵਿਹਾਰ ਕਰੀਏ, ਤਾਂ ਬਾਤ ਨਹੀਂ ਨਾ ਬਣੇਗੀ। ਮੋਹ ਤੇ ਛੱਡਣਾ ਪੈਣਾ, ਮੋਹ ਛੱਡਣਾ ਪੈਣਾ। ਆਪਣਾ ਆਪਾ ਚੰਗਾ ਲੱਗੇ ਤੇ ਦੂਜਾ ਮਾੜਾ ਲੱਗੇ। ਮੇਰੇ ਬੱਚਿਆਂ ਨੂੰ ਸੁੱਖ ਮਿਲੇ ਤੇ ਦੂਜਿਆਂ ਦੇ ਬੱਚੇ ਜਿਵੇਂ ਮਰਜ਼ੀ ਫਿਰਨ, ਫਿਰ ਇਹ ਚੀਜ਼ਾਂ ਤਾਂ ਤਿਆਗਣੀਆਂ ਪੈਣਗੀਆਂ ਨਾ। ਇਸ ਮੋਹ ਨੂੰ ਤਿਆਗਾਂਗੇ ਤੇ ਪ੍ਰੇਮ ਮਿਲੇਗਾ। ਇਹਨੂੰ ਕਹਿੰਦੇ ਨੇ ਜਿਨ ਵਿੱਚੋਂ ਮੋਹ ਚੁਕਾਇਆ। ਦੇਖੋ ਅੱਜ ਅਸੀਂ ਦਸਤਾਰਾਂ ਸਜਾਈਆਂ ਨੇ, ਅਸੀਂ ਛਾਤੀ ਚੌੜੀ ਕਰਕੇ ਇਸ ਦੁਨੀਆ ਵਿੱਚ ਵਿਚਰ ਰਹੇ ਹਾਂ, ਸੀਨਾ ਚੌੜਾ ਕਰਕੇ। ਕਿਉਂ? ਅੱਜ ਅਸੀਂ ਸੁੱਖਾਂ ਦੇ ਨਾਲ ਮਹਿਲਾਂ ਵਿੱਚ ਬੈਠੇ ਹਾਂ, ਇਸ ਲਈ ਬੈਠੇ ਹਾਂ ਕਿ ਗੁਰੂ ਅਰਜਨ ਦੇਵ ਨੇ ਮੋਹ ਚੁਕਾਇਆ ਤੇ ਉਹ ਆਪ ਤੱਤੀ ਤਵੀ ਤੇ ਬਹਿ ਗਏ, ਦੇਗਾਂ ਵਿੱਚ ਉਬਲ ਗਏ। ਤਾਂ ਅੱਜ ਅਸੀਂ ਫਰਿੱਜਾਂ ਦਾ ਜਲ ਤੇ ਸ਼ਰਬਤ ਪੀ ਰਹੇ ਹਾਂ। ਅੱਜ ਅਸੀਂ ਸ਼ੀਸ਼ ਉੱਚਾ ਕਰਕੇ ਜੀ ਰਹੇ ਹਾਂ। ਕਿਉਂ? ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸ਼ੀਸ਼ ਚਾਂਦਨੀ ਚੌਕ ਵਿੱਚ ਲੁਹਾਇਆ ਨਾ। ਉਹਨਾਂ ਨੇ ਮੋਹ ਚੁਕਾਇਆ ਹੈ ਆਪਣਾ ਆਪਾ ਵਾਲ। ਅੱਜ ਸਾਡੇ ਬੱਚੇ ਆਨੰਦ ਮਾਣ ਰਹੇ ਨੇ। ਕਿਉਂ? ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚੋਂ ਮੋਹ ਚੁਕਾਇਆ ਹੈ। ਆਪਣੇ 4 ਬੱਚੇ ਸ਼ਹੀਦ ਕਰਾਏ ਨੇ, ਆਪਣੇ ਸੀਨੇ ਦੇ ਅੰਦਰ ਛੁਰਾ ਖਾਦਾ ਹੈ। ਤਾਂ ਅੱਜ
ਕਦੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਿੱਖਾਂ ਦੇ ਔਰ ਸਿੱਖ ਬੱਚਿਆਂ ਦੇ ਕਤਲ ਹੁੰਦੇ ਹੋਏ ਦੇਖਦਾ ਹੋਏਗਾ ਤਾਂ ਅੱਜ ਉਸ ਦੀ ਆਤਮਾ ਕੁਰਲਾ ਉੱਠਦੀ ਹੋਏਗੀ। ਸੋਚੋ ਕਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 4 ਸਾਲ ਦਾ ਬੱਚਾ ਕਿਤੇ ਅੱਜ ਸਾਨੂੰ ਵੇਖ ਲਵੇ ਤੇ ਉਹ ਆਪਣੇ ਪਿਤਾ ਤੋਂ ਪੁੱਛੇ ਕਿ ਪਿਤਾ ਜੀ, ਮੇਰਾ ਸੀਨਾ ਚਿਰਵਾ ਕੇ, ਮੇਰਾ ਕਲੇਜਾ ਕਢਾ ਕੇ ਐਸ ਕਰਕੇ ਮੂੰਹ ਚ ਪਾਇਆ ਸੀ ਇਹਨਾਂ ਲੋਕਾਂ ਵਾਸਤੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਆਪਣਾ ਦਿਲ ਬਾਹਰ ਆਉਂਦਾ ਹੋਣਾ। ਇਹ ਤਾਂ ਅਸੀਂ ਸੀਨਾ ਕਰਕੇ ਚੌੜਾ ਤੁਰ ਰਹੇ ਹਾਂ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬੱਚੇ ਦਾ ਸੀਨਾ ਚਿਰਵਾਇਆ ਹੈ, ਉਹਦਾ ਕਲੇਜਾ ਮੂੰਹ ਚ ਪਵਾਇਆ ਹੈ। ਇਹਨੂੰ ਕਹਿੰਦੇ ਨੇ ਵਿੱਚੋਂ ਮੂੰਹ ਚੁਕਾਇਆ। ਤਾਂ ਹੀ ਕੁਰਬਾਨੀ ਹੋਏਗੀ ਨਾ, ਜੇ ਮੂੰਹ ਚੁੱਕੇਗਾ। ਜੇ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਆਦਿਕ ਗੁਣ ਪਾਣਾ ਚਾਹੁੰਦੇ ਆ ਤਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚੁਗਲੀ ਨਿੰਦਾ ਝੂਠ ਫਰੇਬ ਚੋਰੀਆਂ ਯਾਰੀਆਂ ਬੇਈਮਾਨੀਆਂ ਠੱਗੀਆਂ ਪਹਿਨਾਮੀਆਂ ਪਾਪ ਅਪਰਾਧ ਮੇਰ ਤੇਰ ਭਰੂਣ ਹੱਤਿਆ ਜਾਤੀਵਾਦ ਲੜਾਈ ਦੰਗੇ ਫਸਾਦ ਇਹ ਸਾਰਾ ਛੱਡਣਾ ਪਏਗਾ। ਇਹਨਾਂ ਦਾ ਮੂੰਹ ਤਿਆਗਣਾ ਪਏਗਾ। ਜੇ ਅਸੀਂ ਚੰਗੀ ਖੁਰਾਕ ਦਾ ਆਨੰਦ ਮਾਣਨਾ ਚਾਹੁੰਦੇ ਹਾਂ, ਸਾਡੀ ਇਮਿਊਨਿਟੀ ਸ਼ਕਤੀ ਜਿਹੜੀ ਹੈ ਕਾਮਯਾਬ ਰਹੇ, ਤਾਂ ਫਿਰ ਪੀਜੇ ਬਰਗਰਾਂ ਦਾ ਤੇ ਤਿਆਗ ਕਰਨਾ ਪੈਣਾ ਨਾ ਭਾਈ। ਕਹਿਣ ਤੋਂ ਭਾਵ ਕਿ ਜੇ ਅਸੀਂ ਉੱਚਾ ਆਨੰਦ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਨੀਵੀਆਂ ਬਿਰਤੀਆਂ ਤਿਆਗਣੀਆਂ ਪੈਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਵਿੱਚ ਆਪ ਪਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ, ਜੋ ਸਤਿਗੁਰ ਵਿੱਚ ਮਿਲ ਗਿਆ ਉਹ ਮੁਕਤ ਹੋ ਗਿਆ, ਜਿਨ ਵਿੱਚੋਂ ਮੋਹ ਚੁਕਾਇਆ, ਜਿਸ ਨੇ ਆਪਣੇ ਅੰਦਰੋਂ ਮੋਹ ਖਤਮ ਕਰਤਾ, ਸਵਾਰਥ ਖਤਮ ਕਰਤਾ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਸਭ ਤੋਂ ਉੱਤਮ ਵਿਚਾਰ ਹੈ ਕਿ ਜਿਨ੍ਹਾਂ ਨੇ ਸੱਚੇ ਰੱਬ ਦੇ ਨਾਲ ਚਿਤ ਲਾ ਲਿਆ, ਜਿਸ ਦੀ ਚੇਤਨਤਾ ਸੱਚ ਦੇ ਨਾਲ ਜੁੜ ਗਈ, ਜੋ ਸੱਚ ਦੇ ਅੰਦਰ ਲੀਨ ਹੋ ਗਿਆ, ਜਿਸ ਨੇ ਯੂਨੀਵਰਸਲ ਟਰੁੱਥ ਨੂੰ ਅਪਣਾ ਲਿਆ, ਜਿਹੜਾ ਸੱਚੇ ਦੇ ਅੰਦਰ ਲੀਨ ਹੋ ਗਿਆ। ਇਹ ਸਭ ਤੋਂ ਉੱਤਮ ਵਿਚਾਰ ਹੈ। ਤੇ ਇਹ ਯਾਦ ਰੱਖਣਾ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਪੂਰੀ ਮਨੁੱਖਤਾ ਨੂੰ ਇੱਕ ਏਮ ਦਿੱਤਾ ਹੈ, ਗੋਲ ਦਿੱਤਾ ਹੈ। ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ ਪਾਰਸੀ ਕਾਲੇ ਗੋਰੇ ਅਮੀਰ ਗਰੀਬ ਇਸਤਰੀ ਪੁਰਸ਼ ਬੱਚੀ ਬੱਚੇ ਜਵਾਨ ਰਾਜਾ ਪ੍ਰਜਾ ਸਭ ਵਾਸਤੇ। ਤੇ ਉਹ ਗੋਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ। ਕਿ ਮਨੁੱਖ ਸਚਿਆਰ ਕਿਵੇਂ ਹੋਵੇ। ਸਾਡੀ ਪ੍ਰੋਬਲਮ ਇਹ ਹੈ ਕਿ ਸਚਿਆਰ ਕਿਵੇਂ ਹੋਵੇ। ਜੋ ਝੂਠ ਦੀਆਂ ਦੀਵਾਰਾਂ ਸਾਡੇ ਅੰਦਰ ਖੜੀਆਂ ਨੇ ਕਿਵੇਂ ਟੁੱਟਣ। ਜਾਤੀਵਾਦ ਝੂਠ ਦੀ ਦੀਵਾਰ ਹੈ ਨਾ, ਜਿਹਦੇ ਕਰਕੇ ਅਸੀਂ ਇੱਕ ਦੂਜੇ ਦੇ ਨੇੜੇ ਨਹੀਂ ਆ ਸਕਦੇ। ਕਈ ਥਾਵਾਂ ਤੇ ਅਸੀਂ ਝੂਠੇ ਕਰਮ ਕਾਂਡਾਂ ਦੀਆਂ ਦੀਵਾਰਾਂ ਖੜੀਆਂ ਕਰ ਲਈਆਂ ਨੇ ਜੋ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਉਣ ਦਿੰਦੀਆਂ। ਮੇਰ ਤੇਰ ਦੇ ਵਿਤਕਰੇ ਨੇ ਕਿੰਨੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ, ਆਪਣੇ ਪਰਾਏ ਦੇ ਵਿਤਕਰੇ ਨੇ। ਸਾਡੀ ਈਗੋ ਦੀ ਦੀਵਾਰ ਸਾਨੂੰ ਰੱਬ ਵਿੱਚ ਨਹੀਂ ਮਿਲਣ ਦਿੰਦੀ। ਸਾਡੀ ਈਗੋ ਦੀ ਦੀਵਾਰ ਇੱਕ ਦੂਜੇ ਦੇ ਨਾਲ ਨਹੀਂ ਮਿਲਣ ਦਿੰਦੀ। ਈਗੋ ਦੀ ਦੀਵਾਰ ਨੂੰ ਸੱਸ ਦੇ ਵਿੱਚ ਦੀਵਾਰ ਬਣ ਕੇ ਖੜੀ ਹੈ, ਪਿਓ ਪੁੱਤਰ ਦੇ ਵਿੱਚ ਬਣ ਕੇ ਖੜੀ ਹੈ, ਮਿੱਤਰਾਂ ਦੇ ਵਿੱਚ ਬਣ ਕੇ ਖੜੀ ਹੈ। ਇਹ ਦੀਵਾਰਾਂ ਕਿਵੇਂ ਟੁੱਟਣ? ਅਸੀਂ ਮਨ ਬਚਨ ਕਰਮ ਕਰਕੇ ਸੱਚੇ ਕਿਵੇਂ ਹੋਈਏ? ਜਿਸ ਦਿਨ ਬੰਦਾ ਮਨ ਬਚਨ ਔਰ ਕਰਮ ਕਰਕੇ ਸੱਚਾ ਹੋ ਜਾਏਗਾ, ਉਸ ਦਿਨ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋ। ਇਸ ਲਈ ਗੁਰੂ ਜੀ ਕਹਿੰਦੇ ਨੇ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਜਿਸ ਬੰਦੇ ਨੇ ਸੱਚੇ ਦੇ ਨਾਲ ਆਪਣਾ ਚਿਤ ਲਾ ਲਿਆ ਨਾ, ਸਭ ਤੋਂ ਉੱਤਮ ਔਰ ਚੰਗੀ ਵਿਚਾਰ ਇਹ ਹੈ, ਇਸ ਤੋਂ ਉੱਤੇ ਕੋਈ ਵਿਚਾਰ ਨਹੀਂ। ਬੰਦੇ ਦਾ ਸੰਸਕਾਰ ਜਿਵੇਂ ਮਰਜ਼ੀ ਕਰ ਦਿਓ, ਜਿਹੜੇ ਮਰਜ਼ੀ ਤੁਸੀਂ ਫਿਲਾਸਫੀਆਂ ਪੜ੍ਹਦੇ ਰਹੋ, ਉਹਨਾਂ ਦਾ ਕੋਈ ਲਾਭ ਨਹੀਂ ਹੈ। ਸਭ ਤੋਂ ਉੱਤਮ ਵਿਚਾਰ ਹੈ ਸੱਚ ਦੇ ਨਾਲ ਚਿੱਤ ਜੋੜ ਲੈਣਾ। ਗੁਰਦੇਵ ਨੇ ਬਚਨ ਵੀ ਕੀਤਾ ਹੈ, ਏਕੋ ਧਰਮ ਦ੍ਰਿੜੈ ਸੱਚ ਹੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਅਖੀਰ ਵਿੱਚ ਕਹਿੰਦੇ ਨੇ ਫਿਰ ਕੀ ਹੋਏਗਾ? ਜਗਜੀਵਨ ਦਾਤਾ ਪਾਇਆ। ਉਹ ਬੰਦਾ ਫਿਰ ਜਗਤ ਦੇ ਜੀਵਨ ਪ੍ਰਭੂ ਨੂੰ ਦਾਤਾਂ ਦੇਣ ਵਾਲੇ ਦਾਤੇ ਨੂੰ ਪਾ ਲਵੇਗਾ। ਯਾਨੀ ਜਿਹਦੇ ਅੰਦਰ ਇਹ ਗੁਣ ਆ ਗਏ ਨਾ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ।
ਰੱਬ ਕੋਈ ਐਸੀ ਮੂਰਤ ਨਹੀਂ ਹੈ ਕਿ ਜਿਹੜਾ ਚਾਨਣ ਬਣ ਕੇ ਜਾਂ ਕੁਛ ਬਣ ਕੇ ਤੁਹਾਡੇ ਅੱਗੇ ਖੜਾ ਹੋਏਗਾ। ਸੱਚ ਹੀ ਰੱਬ ਹੈ। ਜਿਸ ਨੇ ਸੱਚ ਨੂੰ ਪਾ ਲਿਆ ਉਹਨੇ ਰੱਬ ਨੂੰ ਪਾ ਲਿਆ। ਜਿਨੇ ਇਹਨਾਂ ਗੁਣਾਂ ਨੂੰ ਪਾ ਲਿਆ ਉਹਨੇ ਰੱਬ ਨੂੰ ਪਾ ਲਿਆ। ਜਿਨੇ ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਉਹਨੇ ਰੱਬ ਨੂੰ ਪ੍ਰਗਟ ਕਰ ਲਿਆ। ਜਿਹਦੀ ਸੁਰਤ ਸੱਚ ਵਿੱਚ ਔਰ ਇਹਨਾਂ ਗੁਣਾਂ ਦੇ ਵਿੱਚ ਲੀਨ ਹੋ ਗਈ ਉਹ ਰੱਬ ਦੇ ਅੰਦਰ ਲੀਨ ਹੋ ਗਿਆ। ਤਾਂ ਗੁਰੂ ਜੀ ਸਾਰੇ ਧਰਮਾਂ ਦੀਆਂ ਮਜ਼ਹਬਾਂ ਦੀਆਂ ਗੱਲਾਂ ਦੱਸ ਕੇ ਕਿ ਹਿੰਦੂ ਵੀਰ ਉਹਨਾਂ ਦੀ ਇਹ ਮਨੋਤ ਹੈ, ਮੁਸਲਮਾਨਾਂ ਦੀ ਇਹ ਮਨੋਤ ਹੈ, ਜੋਗੀਆਂ ਦੀ ਇਹ ਮਨੋਤ ਹੈ, ਜਿਹੜੇ ਦਾਨੀ ਨੇ ਉਹਨਾਂ ਦੀ ਇਹ ਮਨੋਤ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੇਰੀ ਮਨੋਤ ਜੋ ਯੂਨੀਵਰਸਲ ਟਰੁੱਥ ਹੈ ਉਹ ਇਹ ਹੈ। ਕਿਹੜਾ? ਨਾਨਕ ਭਗਤਾਂ ਪੁਖਸਾ ਲਾਹਣ ਸੱਚ ਨਾਮ ਆਧਾਰ। ਸੱਚੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ। ਨਾਮ ਦਾ ਮਤਲਬ ਰੱਬ ਦੇ ਗੁਣ। ਦੇਖੋ, ਬਾਣੀ ਪੜ੍ਹਨਾ ਜਾਂ ਗੁਣ ਗਾਣੇ ਇੱਕ ਵੱਖਰੀ ਚੀਜ਼ ਹੈ, ਔਰ ਇਹਨਾਂ ਨੂੰ ਆਧਾਰ ਬਣਾਉਣਾ ਇੱਕ ਵੱਖਰੀ ਚੀਜ਼ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹੁਣ ਰੱਬ ਦਾ ਨਾਮ ਕੀ? ਸਤਨਾਮ, ਸੱਚ ਹੈ ਨਾ ਨਾਮ। ਤੇ ਸੱਚ ਨੂੰ ਆਧਾਰ ਬਣਾਉਣ ਦਾ ਮਤਲਬ ਕਿ ਮੇਰੀ ਜ਼ਿੰਦਗੀ ਸੱਚ ਦੇ ਉੱਤੇ ਉਸਰੇ, ਮੇਰੀ ਮੈਂਟੈਲਿਟੀ ਦਾ ਬੇਸ ਸੱਚ ਹੋਵੇ, ਨਿਰਭੈਤਾ ਹੋਵੇ, ਨਿਰਵੈਰਤਾ ਹੋਵੇ। ਇਹਨੂੰ ਕਹਿੰਦੇ ਨੇ ਸੱਚਾ ਨਾਮ, ਆਧਾਰ। ਤਾਂ ਗੁਰੂ ਜੀ ਕਹਿੰਦੇ ਨੇ ਨਾਨਕ ਭਗਤਾਂ ਪੁਖਸਾ ਲਾਹਣ ਸੱਚ ਨਾਮ ਆਧਾਰ। ਜੋ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਇੱਕ ਹੀ ਭੁੱਖ ਹੈ ਗੁਣ ਗਾਣ ਦੀ, ਔਰ ਰੱਬੀ ਗੁਣਾਂ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਤੇ ਇਹਨਾਂ ਕੁਛ ਕਰਨ ਤੋਂ ਬਾਅਦ ਵੀ ਗੁਣਵੰਤਿਆਂ ਪਾਛਾਰ, ਉਹ ਜਿਹੜੇ ਨੇ ਗੁਣੀ ਇਨਸਾਨਾਂ ਦੀ ਪੈਰਾਂ ਦੀ ਧੂੜ ਹੋਈ ਰਹਿੰਦੇ ਨੇ, ਭਾਵ ਨਿਮਰਤਾ ਦੇ ਨਾਲ ਰਹਿੰਦੇ ਨੇ। ਤੇ ਪੌੜੀ ਰਾਹੀਂ ਸਮਝਾ ਰਹੇ ਨੇ ਕਿ ਗੁਰੂ ਦੀ ਜ਼ਰੂਰਤ ਪਵੇਗੀ, ਯੂਨੀਵਰਸਲ ਟਰੁੱਥ ਗੁਰੂ ਤੋਂ ਮਿਲੇਗਾ, ਸੱਚੇ ਗਿਆਨ ਰਾਹੀਂ ਜ਼ਿੰਦਗੀ ਜੀਣੀ ਪਵੇਗੀ। ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਇਹ ਦਾਤਾਂ ਨਹੀਂ ਮਿਲਣਗੀਆਂ। ਜਿਹੜਾ ਸਤਿਗੁਰ ਵਿੱਚ ਆਪਣੇ ਆਪੇ ਨੂੰ ਰੱਖ ਦੇਵੇਗਾ, ਯਾਨੀ ਗੁਰੂ ਦੇ ਚਰਨਾਂ ਵਿੱਚ ਆਪਣੀ ਮੱਤ ਨੂੰ ਸਮਰਪਿਤ ਕਰ ਦੇਵੇਗਾ, ਉਹਦੇ ਅੰਦਰ ਉਹ ਪ੍ਰਭੂ ਹੀ ਮਾਨੋ ਪ੍ਰਗਟ ਹੋ ਜਾਏਗਾ। ਜਿਹੜਾ ਸਤਿਗੁਰ ਵਿੱਚ ਮਿਲ ਜਾਏਗਾ ਉਹ ਸਦਾ ਮੁਕਤ ਹੈ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਤੇ ਸਤਿਗੁਰ ਵਿੱਚ ਮਿਲਣ ਵਾਸਤੇ ਸਰੀਰ ਆਦਿਕ ਤੇ ਹੋਰ ਸਾਰੇ ਮੋਹ ਤਿਆਗਣੇ ਪੈਣਗੇ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਸਭ ਤੋਂ ਉੱਤਮ ਦੁਨੀਆ ਦੀ ਜੇ ਕੋਈ ਵਿਚਾਰ ਹੈ ਤੇ ਉਹ ਹੈ ਸੱਚ ਦੇ ਅੰਦਰ ਚਿੱਤ ਲਾ ਲੈਣਾ, ਰੱਬੀ ਗੁਣਾਂ ਵਿੱਚ ਚਿੱਤ ਲਾ ਲੈਣਾ। ਤੇ ਜਿਨਨੇ ਸੱਚ ਦੇ ਅੰਦਰ ਚਿੱਤ ਨੂੰ ਜੋੜ ਲਿਆ, ਜਗਜੀਵਨ ਦਾਤਾ ਪਾਇਆ, ਉਹ ਜਗਜੀਵਨ ਦਾਤੇ ਨੂੰ ਪਾ ਲਵੇਗਾ। ਹੁਣ ਦੇਖੋ, ਇਹ ਸਾਰੀ ਵਿਚਾਰ ਵਿੱਚ ਕਿਤੇ ਹੈ ਤੁਹਾਨੂੰ ਮਾਲਾ ਫੇਰਨ ਦੀ ਲੋੜ ਪਈ ਹੋਵੇ, ਜਾਂ ਗ੍ਰਸਤ ਨੂੰ ਤਿਆਗਣ ਦੀ ਲੋੜ ਪਈ ਹੋਵੇ, ਜਾਂ ਕਿਤੇ ਸਮਾਧੀਆਂ ਲਾਉਣ ਦੀ ਗੱਲ ਕਹੀ ਹੋਵੇ। ਦੇਖੋ, ਸਿੰਪਲ ਗੱਲ, ਕਿੰਨਾ ਆਸਾਨ ਹੈ ਨਾ ਰੱਬ ਦੇ ਅੰਦਰ ਮਿਲਣਾ। ਪਰ ਕਿਉਂਕਿ ਅਸੀਂ ਬਾਣੀ ਨੂੰ ਆਪ ਪੜ੍ਹਿਆ ਨਹੀਂ, ਤੇ ਸਾਡੇ ਜਿਹੜੇ ਬਹੁਤ ਸਾਰੇ ਜ਼ਿਆਦੇ ਪ੍ਰਚਾਰਕ ਵੀਰ ਨੇ, ਉਹਨਾਂ ਨੇ ਵੀ ਕਿਤੇ ਹਿੰਦੂਇਜ਼ਮ ਦੀ ਜਾਂ ਦੂਜੇ ਧਰਮਾਂ ਦੀ ਜਾਂ ਜੋਗੀਆਂ ਦੀਆਂ ਸਮਾਧੀਆਂ ਵਾਲੀਆਂ ਗੱਲਾਂ ਕਰਕੇ ਆਪ ਵੀ ਉਲਝੇ ਨੇ ਔਰ ਸਾਨੂੰ ਵੀ ਉਲਝਾਇਆ। ਬੜੀ ਸਿੰਪਲ ਗੱਲ ਹੈ, ਬੜਾ ਆਸਾਨ ਜੀਵਨ ਹੈ ਸਿੱਖ ਦਾ, ਸਾਰਿਆਂ ਦਾ ਆਸਾਨ ਹੋ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਛੇ ਹੋਏ ਮੁਖ, ਖਾਂਦਿਆਂ ਪੀਂਦਿਆਂ ਪਹਿਨਦਿਆਂ ਸੱਚੀ ਜ਼ਿੰਦਗੀ ਬਿਤਾ ਕੇ ਗੁਰੂ ਵਿੱਚ ਮਿਲ ਕੇ ਗ੍ਰਸਤ ਵਿੱਚ ਰਹਿੰਦਿਆਂ ਆਪਣੇ ਫਰਜ਼ ਪੂਰੇ ਕਰਦਿਆਂ ਮੁਕਤੀ ਹੋ ਸਕਦੀ ਹੈ। ਤਾਂ ਅੱਜ ਦੀ ਮੈਂ ਵਿਚਾਰ ਇੱਥੇ ਸਮਾਪਤ ਕਰਦਾ ਹਾਂ। ਸਾਨੂੰ ਜ਼ਰੂਰਤ ਕੀ ਹੈ? ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਕੇ ਉਹਦੇ ਤੇ ਅਮਲ ਕਰਨਾ ਹੈ। ਜੇ ਅਸੀਂ ਐਸੀ ਅਮਲੀ ਜ਼ਿੰਦਗੀ ਜੀਵੀਏ ਤਾਂ ਕਿੰਨਾ ਆਨੰਦ ਬਣੇਗਾ। ਦੇਖੋ, ਇਹ ਵਿਚਾਰਾਂ ਆਪ ਸਰਵਣ ਕਰ ਰਹੇ ਹੋ ਨਾ, ਆਪ ਸਾਰਿਆਂ ਦੇ ਚਿਹਰੇ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਹੈ, ਔਰ ਇਹਨਾਂ ਵਿਚਾਰਾਂ ਨੂੰ ਸੁਣ ਕੇ ਤੁਹਾਡੇ ਅੰਦਰ ਖੁਸ਼ੀ ਔਰ ਤੁਹਾਡੇ ਚਿਹਰੇ ਤੋਂ ਦਿਸ ਰਿਹਾ ਹੈ ਕਿ ਤੁਸੀਂ ਸਾਰੇ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਹੋ। ਹੁਣ ਦੇਖੋ, ਇਹ ਗੱਲਾਂ ਮੈਂ ਕੀਤੀਆਂ, ਤੁਸੀਂ ਸੁਣੀਆਂ, ਇਹ ਬਚਨ ਕਰਨ ਔਰ ਸੁਣਨ ਦੇ ਨਾਲ ਇੰਨੀ ਖੁਸ਼ੀ ਮਿਲੀ ਹੈ, ਤੇ ਜੇ ਅਸੀਂ ਇਹਨਾਂ ਨੂੰ ਅਪਣਾ ਲਈਏ ਤਾਂ ਸਾਡਾ ਜੀਵਨ ਕਿੰਨਾ ਮਹਾਨ ਹੋ ਜਾਏਗਾ, ਉਹਦਾ ਤੇ ਅੰਦਾਜ਼ਾ ਵੀ ਨਹੀਂ ਪਿਆਰਿਓ ਲਾਇਆ ਜਾ ਸਕਦਾ। ਇਸ ਲਈ ਪਾਵਨ ਬਾਣੀ ਆਪ ਪੜ੍ਹਨੀ ਹੈ, ਆਪ ਵਿਚਾਰਨੀ ਹੈ, ਗੁਰਬਾਣੀ ਦੇ ਰਾਹ ਤੇ ਚੱਲ ਕੇ ਐਸੀ ਜ਼ਿੰਦਗੀ ਅਸਾਂ ਪਾ ਕੇ ਰੋਲ ਮਾਡਲ ਬਣ ਕੇ ਜੀਣ ਦਾ ਯਤਨ ਕਰਨਾ ਹੈ। ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਤੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਮੈਂ ਖਿਮਾ ਦਾ ਜਾਚਕ ਹਾਂ। ਜੇ ਕਿਸੇ ਵੀਰ ਨੇ ਵਿਊਜ਼ ਦੇਣੇ ਨੇ ਜਾਂ ਆਪਣਾ ਕੋਈ ਸਵਾਲ ਅੱਜ ਦੇ ਸੰਦਰਭ ਵਿੱਚ ਹੋਵੇ, ਸਵਾਲ ਸਿਰਫ ਉਹਦੇ ਵਿੱਚੋਂ ਹੀ ਪੁੱਛੋ ਜੋ ਅੱਜ ਅਸੀਂ ਵਿਚਾਰ ਕੀਤੀ ਹੈ, ਜਿਸ ਬਹੁਤ ਟਾਈਮ ਨਾ ਲੱਗੇ।
ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਆਪ ਜੀ ਦੇ ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਧੰਨਵਾਦ। ਤੁਸੀਂ ਬਹੁਤ ਖੁੱਲੀ ਵਿਆਖਿਆ ਕੀਤੀ ਹੈ, ਬਹੁਤ ਡਿਟੇਲ ਦੇ ਵਿੱਚ ਵਿਆਖਿਆ ਕੀਤੀ ਹੈ ਜੀ। ਤੇ ਉਹਦੇ ਵਿੱਚ ਆਪ ਜੀ ਨੇ ਸਾਰਾ ਦੱਸਿਆ ਕੋਈ 500 ਸਾਲ ਪਹਿਲਾਂ ਜਿਹੜੇ ਧਰਮ ਉਸ ਟਾਈਮ ਤੇ ਚੱਲਦੇ ਅੱਜ ਵੀ ਚੱਲ ਰਹੇ ਆ, ਤੇ ਉਹਨਾਂ ਦੀਆਂ ਜਿਹੜੀਆਂ ਮਨੌਤਾਂ ਉਸ ਟਾਈਮ ਤੇ ਚੱਲਦੀਆਂ ਸੀ ਉਹਨਾਂ ਨੂੰ ਪੂਰੇ ਡਿਟੇਲ ਦੇ ਵਿੱਚ ਤੁਸੀਂ ਦੱਸਿਆ ਕਿ ਕਿੱਦਾਂ ਉਹ ਰੱਬ ਦੀ ਕਹਿ ਲਓ ਸਿਫਤ ਸਲਾਹ ਕਰਦੇ ਸੀਗੇ, ਤੇ ਉਹਨਾਂ ਦੇ ਵਿੱਚੋਂ ਜਿਹੜੇ ਕਰਮ ਕਾਂਡ ਵੀ ਕਰਦੇ ਸੀਗੇ ਉਹ ਉਹਨਾਂ ਨੇ ਦਰਸਾਏ ਆ। ਤੇ ਬਾਕੀ ਆਪਣੀ ਉਹਨਾਂ ਨੇ ਓਪੀਨੀਅਨ ਜ਼ਰੂਰ ਦੇ ਦਿੱਤੀ, ਆਪਣੀ ਸਲਾਹ ਜ਼ਰੂਰ ਦੇ ਦਿੱਤੀ ਸਾਨੂੰ, ਪਰ ਉਹ ਅਸੀਂ ਅਪਣਾਈ ਨਹੀਂ। ਜਿੱਦਾਂ ਤੁਸੀਂ ਕਹਿੰਦੇ ਹੀ ਆ ਕਿ ਕੁਝ ਚੀਜ਼ਾਂ ਸਾਡੇ ਮੜੇ ਦਿੱਤੀਆਂ, ਅਸੀਂ ਉਹਨਾਂ ਨੂੰ ਕਾਪੀ ਕਰਕੇ ਤਾਂ ਅਸੀਂ ਵੀ ਤਕਰੀਬਨ ਉਹੋ ਹੀ ਚੀਜ਼ਾਂ ਫੋਲੋ ਕਰੀ ਜਾਂਦੇ ਆ। ਤੇ ਉਹਨਾਂ ਦੀ ਜਿਹੜੀ ਸਹੀ ਸਿਫਤ ਸਲਾਹ ਉਹਨਾਂ ਨੇ ਦੱਸੀ ਆ ਕਰਨ ਵਾਸਤੇ, ਜਿੱਦਾਂ ਆਪਣੀ ਜ਼ਿੰਦਗੀ ਜਿਉਣ ਵਾਸਤੇ ਉਹਨਾਂ ਨੇ ਸਾਨੂੰ ਉਦੇਸ਼ ਦਿੱਤਾ ਸੀਗਾ, ਉਹ ਤੋਂ ਪਰੇ ਹੋ ਕੇ ਤਾਂ ਅਸੀਂ ਮੁੜ ਕੇ ਫਿਰ ਉਹੀ ਕਰਮ ਕਾਂਡ ਵਾਲਾ ਜਿਹੜਾ ਜਿੱਦਾਂ ਉਹ ਜੋਗੀ ਕਰਦੇ ਸੀਗੇ, ਜਿੱਦਾਂ ਹਿੰਦੂ ਕਰਦੇ ਸੀਗੇ, ਉਹ ਬੱਤੀਆਂ ਉਹੀ ਸਾਰਾ ਕੁਝ, ਉਹੀ ਸਮਾਧੀਆਂ ਹਾਂਜੀ, ਤੇ ਦਸਮ ਦੁਆਰ ਵਾਲੀਆਂ ਗੱਲਾਂ ਸਾਨੂੰ ਕਿੱਦਾਂ ਮਗਰ ਲਾ ਕੇ ਕਰ ਰਹੇ ਆ। ਤੇ ਬਾਕੀ ਦੂਸਰਾ ਤੁਸੀਂ ਜਿਹੜੀ ਮੌਤ ਹੋਣ ਤੋਂ ਬਾਅਦ ਜਿਹੜੀਆਂ ਬੋਡੀ ਨੂੰ ਜੋ ਵੀ ਕਰਦੇ ਆ, ਦੂਸਰੇ ਸੈਕਸ਼ਨ ਦੇ ਵਿੱਚ ਜਿਹੜੀ ਗੱਲਾਂ ਦਿੱਤੀਆਂ ਉਹਨਾਂ ਨੇ, ਤੇ ਉਹਦੇ ਵਿੱਚ ਮੁਸਲਮਾਨਾਂ ਦੀ ਉਦਾਹਰਨ ਦੇ ਕੇ ਸਾਨੂੰ ਪੂਰੀ ਤਰ੍ਹਾਂ ਪਤਾ ਆ ਵੀ ਕਿਸ ਤਰ੍ਹਾਂ ਉਹ ਦਬਾਉਂਦੇ ਆ। ਤਾਂ ਕਹਿੰਦੇ ਆ ਵੀ ਇੱਕ ਦਿਨ ਕਿਆਮਤ ਦਾ ਦਿਨ ਆਊਗਾ ਹਾਂਜੀ, ਤੇ ਬਹੁਤ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਸਾਨੂੰ ਦੱਸੀ ਆ ਤੇ ਸਾਨੂੰ ਹਦਾਇਤਾਂ ਕਰ ਦਿੱਤੀਆਂ। ਉਹਨਾਂ ਕਰਮ ਕਾਂਡਾਂ ਦੇ ਵਿੱਚੋਂ ਜਿਹੜੀ ਆਪ ਜੀ ਨੇ ਗੱਲ ਕੀਤੀ ਹੈ ਨਾ ਅਘੋਰੀ ਬਾਬਿਆਂ ਦੀ, ਹਾਂਜੀ, ਮੈਂ ਵੀ ਰეკਮੈਂਡ ਕਰੂੰਗਾ ਜੀ ਸਭ ਨੂੰ ਵੀ ਉਹ ਜ਼ਰੂਰ ਦੇਖਣ, ਤਾਂ ਕਿ ਪਤਾ ਲੱਗੇ ਵੀ ਸਾਡੀ ਜਿਹੜੀ ਫਿਲਾਸਫੀ ਗੁਰੂ ਨਾਨਕ ਦੇਵ ਜੀ ਦੀ ਹੈਗੀ ਹੈ ਉਹ ਕਿੰਨੀ ਸਿੰਪਲ ਤੇ ਸਟ੍ਰੇਟ ਫੋਰਵਰਡ ਜੇ ਅਸੀਂ ਉਹਨੂੰ ਅਪਣਾ ਲਈਏ ਹਾਂਜੀ। ਤੇ ਬਾਕੀ ਜਿਹੜੇ ਧਰਮ ਹੈਗੇ ਜਿੱਦਾਂ ਇਹ ਅਘੋਰੀ ਬਾਬੇ ਹੈਗੇ ਆ, ਉਹਨਾਂ ਦੀਆਂ ਮੈਂ ਇੱਕ ਫਿਲਮ ਦੇਖੀ ਸੀਗੀ ਜੀ, ਉਹ ਤਕਰੀਬਨ 2-3 ਘੰਟੇ ਦੀ ਫਿਲਮ ਸੀਗੀ। ਉਹਦੇ ਵਿੱਚ ਇੱਕ ਆਮ ਇਨਸਾਨ ਸਾਡੇ ਵਿੱਚੋਂ ਇੱਕ ਨੋਰਮਲ ਘਰ ਦੇ ਵਿੱਚੋਂ ਉੱਠ ਕੇ ਅਘੋਰੀ ਬਾਬਾ ਉਹ ਜਿੱਦਾਂ ਉਹਦਾ ਧਾਰਨ ਕਰਨ ਵਾਸਤੇ ਉਹ ਜਾਂਦਾ, ਗੁਰੂ ਧਾਰਦਾ ਆ, ਤੇ ਕਿੱਦਾਂ ਜਿੱਦਾਂ ਤੁਸੀਂ ਦੱਸਿਆ ਕਿ ਉਹ ਖੱਪਰ ਲੈ ਕੇ ਪਹਿਲਾਂ ਉਹ ਜਾਂਦੇ ਆ, ਖੱਪਰ ਲੈਂਦੇ, ਫਿਰ ਉਹਦੇ ਵਿੱਚ ਖਾਣਾ ਬਣਾਉਂਦੇ, ਫਿਰ ਸਿਵਿਆਂ ਦੇ ਵਿੱਚ ਪੈਂਦੇ, ਲੋਕੀ ਆਪਣੀਆਂ ਜਿਹੜੀਆਂ ਲਾਸ਼ਾਂ ਹੈਗੀਆਂ ਉੱਥੇ ਲਿਜਾ ਕੇ ਪਾਣੀ ਦੇ ਲਾਗੇ ਉਹ ਜਾਲ ਕੇ ਚਲੇ ਜਾਂਦੇ, ਅੱਧ ਜਾਲੀ ਉਹ ਘਰ ਨੂੰ ਚਲੇ ਜਾਂਦੇ, ਤਾਂ ਫਿਰ ਇਹ ਉਹਨਾਂ ਦੇ ਵਿੱਚੋਂ ਕੱਢ ਲੈਂਦੇ ਲਾਸ਼, ਤੇ ਕਿੱਦਾਂ ਉਹਨਾਂ ਨੂੰ ਅੱਧਮੋਈ ਲਾਸ਼ ਨੂੰ ਕਿੱਦਾਂ ਖਾਂਦੇ ਆ, ਕਿੱਦਾਂ ਉਹਦੇ ਸ਼ਰਾਬ ਵੀ ਪੀਂਦੇ, ਸਾਰਾ ਕੁਛ ਇਹ ਬਹੁਤ ਦੇਖਣੇ ਵਾਲਾ ਗੱਲ ਆ। ਮਤਲਬ ਤੁਸੀਂ ਸਾਰੇ ਦੇਖ ਲਿਓ ਤਾਂ ਕਿ ਇੱਥੋਂ ਮਤਲਬ ਪਤਾ ਲੱਗਦਾ ਵੀ ਸਾਡੀ ਜਿਹੜੀ ਵਿਚਾਰਧਾਰਾ ਕਿੰਨੀ ਸਿੰਪਲ ਸੀਗੀ, ਤੇ ਆਪਾਂ ਫੋਲੋ ਕਰਕੇ ਕਿੱਥੇ ਤੇ ਕਿੱਥੇ ਪਹੁੰਚ ਸਕਦੇ ਸੀਗੇ। ਤੇ ਪਰ ਬਦਕਿਸਮਤੀ ਇਹ ਹੈ ਕਿ ਸਾਡੇ ਵਿੱਚ ਅਜੇ ਵੀ ਉਹ ਚੀਜ਼ਾਂ ਕੁੱਟ ਕੇ ਭਰੀਆਂ, ਗੁਰਬਾਣੀ ਪੜ੍ਹਨ ਦੀ ਬਜਾਏ ਆਪਾਂ ਉਹੀ ਕਰਮਕਾਂਡ ਜਿਹਾ ਕਰਦੇ ਹਾਂ। ਚਲੋ ਮੈਂ ਇੱਥੇ ਗੱਲ ਫਿਨਿਸ਼ ਕਰਦਾ ਜੀ, ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਜਿੱਦਾਂ ਕਹਿੰਦੇ ਹੁੰਦੇ ਆ ਕਿ ਤੁਸੀਂ ਆਪਣੇ ਜੋ ਵਿਚਾਰ ਦੇਣੇ ਆ, ਤੇ ਅੱਜ ਦੀ ਜਿਹੜੀ ਕਥਾ ਹੋਈ ਆ ਉਹਦੇ ਵਿੱਚ ਤੁਸੀਂ ਆਪਣੇ ਆਪਣੇ ਵਿਚਾਰ ਸਾਂਝੇ ਕਰੋ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਥੋੜੇ ਟਾਈਮ ਦੇ ਵਿੱਚ ਆਪਣੇ ਬਰੀਫਲੀ ਜਿੱਦਾਂ ਹੋ ਸਕਦਾ ਨਾ, ਬਹੁਤਾ ਡਿਟੇਲ ਦੇ ਵਿੱਚ ਨਾ ਜਾਇਓ, ਤੇ ਜੇ ਹੈ ਲੋੜ ਵੀ ਪਈ ਤਾਂ ਕੋਈ ਗੱਲ ਨਹੀਂ, ਟਾਈਮ ਹੈਗਾ ਸਾਡੇ ਕੋਲ, ਪਰ ਟੂ ਦਾ ਪੁਆਇੰਟ ਗੱਲ ਕਰਨ ਦੀ ਕੋਸ਼ਿਸ਼ ਕਰਿਓ ਤਾਂ ਕਿ ਮਤਲਬ ਸਾਰੇ ਜਣੇ ਆਪਣਾ ਆਪਣਾ ਹਿੱਸਾ ਲੈ ਸਕਣ। ਸੋ ਸਭ ਤੋਂ ਪਹਿਲਾਂ ਮੈਂ ਮੇਰੀ ਸਕਰੀਨ ਦੇ ਮੁਤਾਬਕ ਜਾਵਾਂ ਤਾਂ ਆਪਣੇ ਭਾਈ ਹਰਨੇਕ ਸਿੰਘ ਜੀ ਆ ਜੀ ਸਭ ਤੋਂ ਪਹਿਲਾਂ, ਤੇ ਉਹਦੇ ਬਾਅਦ ਚ ਗੁਰਚਰਨ ਸਿੰਘ ਆ, ਫਿਰ ਦਵਿੰਦਰ ਸਿੰਘ ਸੂਰ ਆ, ਤੇ ਮੈਂ ਪਹਿਲਾਂ ਭਾਈ ਹਰਨੇਕ ਸਿੰਘ ਕੋ ਆਉਣਾ ਜੀ। ਜੇ ਉਹਨਾਂ ਨੇ ਕੁਝ ਕਹਿਣਾ ਤਾਂ ਕੁਝ ਵੀ ਕਹਿ ਦਿਓ। ਥੈਂਕ ਯੂ ਜੀ, ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ, ਫਤਿਹ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਉਦਾਹਰਨਾਂ ਦਿੱਤੀਆਂ ਔਰ ਸਿੱਖਿਆ ਦਿੱਤੀ ਹੈਗੀ ਆ, ਤੇ ਬਹੁਤ ਕੁਝ ਸਿੱਖਣ ਨੂੰ ਆਉਂਦਾ, ਰੋਜ਼ ਹੀ ਥੋੜਾ ਸਿੱਖ ਰਹੇ ਹਾਂ ਅਸੀਂ। ਮੇਨ ਮੈਂ ਇੱਕ ਪੁਆਇੰਟ ਕਰਨਾ, ਤੁਸੀਂ ਜਿਹੜੀ ਆਪਣੇ ਹਿੰਦੂਆਂ ਬਾਰੇ ਲਿਖਿਆ ਸੀਗਾ ਕਿ ਜਿਹੜੀ ਤੀਰਥ ਨਹਾਵੇ ਤਾਂ ਪੁੰਨ ਹੁੰਦਾ ਹੈ, ਤੀਰਥ ਪੁੰਨ ਹੁੰਦਾ ਹੈ, ਤੇ ਉਹ ਜਿਹੜੀ ਉਦਾਹਰਨਾਂ ਦਿੱਤੀਆਂ ਹੈ ਤੇ ਮੂਰਤ ਦੀ ਪੂਜਾ ਕਰਨੀ, ਧੂਫ ਲਾਉਣੀ, ਤੇ ਇਹ ਜਿਹੜੀ ਤੁਹਾਡੇ ਵਾਸਤੇ ਸਾਡੇ ਵਾਸਤੇ ਫਾਇਦੇਮੰਦ ਹੈ, ਜਾਨੀ ਸਾਨੂੰ ਰੱਬ ਮਿਲ ਜਾਂਦਾ। ਮੈਂ ਇੱਕ ਕੁਐਸਚਨ ਬਹੁਤ ਡੀਪ ਆ, ਨਹੀਂ ਛੋਟਾ ਜਿਹਾ ਹੀ ਆ। ਹੈਲੋ, ਹਾਂਜੀ ਹਾਂਜੀ, ਜਿਹੜੀ ਹੈਲੋ ਗੁਰੂ ਨਾਨਕ ਦੇਵ ਜੀ ਜਿੱਦਾਂ ਸਾਡੇ ਜਿਹੜੇ ਹੋਏ ਆ ਰਿਲੀਜਨ, ਜਿਹੜੀ ਧਰਮ 500 ਸਾਲ ਪੁਰਾਣਾ ਹੈਗਾ, ਸਿਰਫ 550 ਸਾਲ ਹਾਂਜੀ। ਤੇ ਜਿਹੜੇ ਸਿੱਖ ਅਸੀਂ ਬਣੇ ਆ, ਸਿੰਘ ਬਣੇ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸੀਗੇ, ਤੇ 500 ਸਾਲ ਜਿਹੜਾ ਤੋਂ ਪਹਿਲਾਂ ਅਸੀਂ ਕੀ ਸੀਗੇ, ਜਿਹੜੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਤੁਸੀਂ ਪੜ੍ਹੋ ਤਾਂ ਉਹਨਾਂ ਦਾ ਨਾਂ ਜਿਹੜਾ ਆਉਂਦਾ
ਉਹ ਵੀ ਤੁਸੀਂ ਬੇਦੀ ਆਉਂਦਾ ਉਹਨਾਂ ਦਾ ਸਰਨੇਮ ਵੀ। ਤੇ ਫਿਰ ਅਸੀਂ ਕੀ ਸੀਗੇ, ਕਿਹੜੇ ਅਸੀਂ ਮੁਸਲਮਾਨਾਂ ਚੋਂ ਸੀ ਜਾਂ ਹਿੰਦੂਆਂ ਚੋਂ ਸੀ ਜਾਂ ਕਿਸੇ ਹੋਰ ਕਲਚਰ ਚੋਂ ਸੀ? ਇਹ ਵੀ ਜੀ ਦੇਖੋ, ਇਹ ਨਾ ਚੀਜ਼ ਬੜੀ ਪਿਆਰੀ ਹੈ ਸਮਝਣ ਵਾਲੀ ਕਿ ਜਦੋਂ ਬੰਦਾ ਕੋਈ ਵੀ ਜੰਮਦਾ ਹੈ ਨਾ, ਉਦੋਂ ਨਾ ਉਹ ਹਿੰਦੂ ਹੁੰਦਾ ਹੈ, ਨਾ ਮੁਸਲਮਾਨ, ਨਾ ਸਿੱਖ, ਈਸਾਈ, ਕੁਛ ਨਹੀਂ ਹੁੰਦਾ, ਉਹ ਸਿਰਫ ਇੱਕ ਇਨਸਾਨ ਹੁੰਦਾ ਹੈ। ਜੀ ਬਿਲਕੁਲ। ਤੇ ਜਦੋਂ ਉਹ 6-7 ਸਾਲ ਦਾ ਹੋ ਜਾਂਦਾ ਹੈ, ਜੇ ਉਹਨੂੰ ਜਨੇਊ ਪਾ ਦਿੱਤਾ ਜਾਏ ਤੇ ਉਹ ਹਿੰਦੂ ਬਣ ਜਾਂਦਾ ਹੈ। ਠੀਕ। ਜੇ ਉਹਨੂੰ ਬੈਪਤਿਸਮਾ ਦੇ ਦਿੱਤਾ ਜਾਏ ਤਾਂ ਉਹ ਈਸਾਈ ਬਣ ਜਾਂਦਾ ਹੈ। ਬਿਲਕੁਲ। ਤੇ ਜੇ ਉਹਦੀ ਸੁੰਨਤ ਕਰ ਦਿੱਤੀ ਜਾਏ ਉਹ ਮੁਸਲਮਾਨ ਹੋ ਜਾਂਦਾ ਹੈ। ਠੀਕ ਹੈ ਜੀ। ਹਾਂਜੀ। ਤਾਂ ਗੁਰੂ ਨਾਨਕ ਦੇਵ ਜੀ ਨੇ ਨਾ ਤਾਂ ਜਨੇਊ ਪਾਇਆ। ਠੀਕ। ਹਾਂਜੀ, ਸੁਣ ਰਿਹਾ? ਹਾਂਜੀ ਹਾਂਜੀ ਸੁਣ ਰਹੇ। ਨਾ ਉਹਨਾਂ ਨੇ ਜਨੇਊ ਪਾਇਆ, ਨਾ ਹੀ ਉਹਨਾਂ ਨੇ ਸੁੰਨਤ ਕਰਾਈ, ਨਾ ਹੀ ਉਹਨਾਂ ਨੇ ਬੈਪਤਿਸਮਾ ਲਿਆ। ਤਾਂ ਗੁਰੂ ਨਾਨਕ ਦੇਵ ਜੀ ਰੱਬ ਦੀ ਰਜ਼ਾ ਵਿੱਚ ਤੁਰਨ ਵਾਲੇ ਆਪ ਰਹਿਬਰੀ ਪੁਰਸ਼ ਨੇ, ਤੇ ਜਿਨ੍ਹਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ, ਉਹਨਾਂ ਨੂੰ ਫਿਰ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ। ਉਹ ਕਈ ਧਰਮਾਂ ਮਜ਼ਹਬਾਂ ਦੇ ਵਿੱਚੋਂ ਆਏ, ਬਹੁਤ ਸਾਰੇ ਹਿੰਦੂ ਵੀਰਾਂ ਦੇ ਵਿੱਚੋਂ ਆਏ, ਕੁਝ ਈਸਾਈਆਂ ਵਿੱਚੋਂ ਵੀ ਆਏ ਹੋਣਗੇ, ਮੁਸਲਮਾਨਾਂ ਵਿੱਚੋਂ ਆਏ, ਯਾਨੀ ਜਿਹੜੀ ਵੀ ਉਸ ਟਾਈਮ ਪਰਜਾ ਸੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਸ ਯੂਨੀਵਰਸਲ ਟਰੁਥ ਨੂੰ ਅਪਣਾਇਆ, ਉਹਨਾਂ ਦਾ ਨਾਮ ਸਿੱਖ ਹੋ ਗਿਆ। ਤੁਹਾਡਾ ਕਹਿਣ ਦਾ ਮਤਲਬ ਕਿ ਜਦੋਂ ਗੁਰੂ ਨਾਨਕ ਦੇਵ ਜੀ ਹੁਣੀ ਆਏ ਆ, ਉਹਨੀ ਕਿਸੇ ਧਰਮ ਨੂੰ ਨਹੀਂ ਅਪਣਾਇਆ ਤੇ ਉਦੋਂ ਸਿੱਖ ਜਿਹੜੇ ਇਹ ਉਹਨਾਂ ਦਿਨਾਂ 'ਚ ਫਿਰ ਸਟਾਰਟ ਹੋਏ। ਹਾਂਜੀ, ਅਸਲ ਦੇ ਵਿੱਚ ਨਾ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਗੱਲ ਕੀਤੀ ਹੈ। ਆਪਾਂ ਉਸ ਦਿਨ ਪਿੱਛੇ ਵੀ ਵਿਚਾਰ ਕੀਤੀ ਸੀ ਨਾ ਥੋੜੀ। ਹਾਂਜੀ, ਕਿ ਇੱਕ ਮਜ਼ਹਬ ਹੈਗਾ, ਇੱਕ ਧਰਮ ਹੈਗਾ। ਮਜ਼ਹਬ ਸੀਮਾ ਵਿੱਚ ਬੱਝਾ ਹੋਇਆ, ਇੱਕ ਦੂਜੇ ਦੇ ਨਾਲ ਲੜ ਰਿਹਾ ਕਿ ਸਾਡੀ ਇਹ ਸੀਮਾ ਹੈ। ਜਿਵੇਂ ਅਸੀਂ ਹੁਣ ਵਿਚਾਰ ਕੀਤੀ ਵੀ ਹਿੰਦੂ ਵੀ ਇਹ ਕਹਿੰਦੇ ਨੇ, ਮੁਸਲਮਾਨ ਇਹ ਕਹਿੰਦੇ ਨੇ, ਜੋਗੀ ਇਹ ਕਹਿੰਦੇ ਨੇ, ਤੇ ਇਹਨਾਂ ਦਾ ਟਕਰਾਅ ਹੈਗਾ। ਹੁਣ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਧਰਮ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਧਰਮ ਵੱਖਰੇ ਵੱਖਰੇ ਨਹੀਂ ਹੋ ਸਕਦੇ, ਧਰਮ ਇੱਕ ਹੀ ਹੈ। ਦੇਖੋ, ਆਸਾ ਦੀ ਵਾਰ ਵਿੱਚ ਅੱਗੇ ਜਾ ਕੇ ਅਸੀਂ ਪੜਾਂਗੇ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਬਾਣੀ ਵਿੱਚ ਇੱਕ ਹੋਰ ਤੁਕ ਹੈ, ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਤੇ ਇਹਦੇ ਮੁਤਾਬਕ ਜੋ ਧਰਮ ਦੀ ਡੈਫੀਨੇਸ਼ਨ ਬਣੇਗੀ ਉਹ ਇਹ ਹੋਏਗੀ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਗੁਰੂ ਨਾਨਕ ਦੇਵ ਨੇ ਧਰਮ ਦਿੱਤਾ। ਹਾਂਜੀ, ਠੀਕ। ਤੇ ਅਸੀਂ ਵੀ ਮਤਲਬ ਅੱਜ ਅਸੀਂ ਜਿਹੜੇ ਸਿੱਖ ਹਾਂ, ਇਹਨਾਂ ਨੇ ਵੀ ਬਹੁਤ ਸਾਰੇ ਕਰਮ ਕਾਂਡਾਂ ਨੂੰ ਅਪਣਾ ਕੇ ਫਿਰ ਉੱਥੇ ਦੇ ਉੱਥੇ ਪਹੁੰਚ ਗਏ। ਬਹੁਤੇ ਲੋਕ ਵਿੱਚੋਂ ਚੰਦ ਲੋਕ ਨੇ ਜੋ ਉਸ ਚੀਜ਼ ਨੂੰ ਸਮਝ ਕੇ ਜੀ ਰਹੇ ਨੇ, ਬਹੁਤੇ ਲੋਕ ਉਹ ਕਰਮ ਕਾਂਡਾਂ ਵਿੱਚ ਫਿਰ ਫਸ ਗਏ। ਇੱਕ ਕੁਐਸਚਨ ਹੋ ਰਿਹਾ ਜੀ ਗਿਆਨੀ ਜੀ, ਫੋਟੋ ਬਾਰੇ ਜਿਹੜੀ ਮੂਰਤ ਨੂੰ ਪੂਜਾ ਕਰਨਾ ਆਪਣੇ ਆਮ ਸਾਡੇ ਹੁਣ ਪੰਜਾਬ ਸਾਡੇ ਜਾਨੀ ਕਿ ਕਲਚਰ ਦੇ ਵਿੱਚ ਉਹ ਗਲਤ ਮੰਨਿਆ ਗਿਆ ਹੈ। ਹਾਂਜੀ, ਠੀਕ ਹੈ ਜੀ। ਉਹਦੀ ਜਿਹੜੀ ਸਾਡੇ ਹੁਣ ਜਿਹੜੇ ਬੱਚੇ ਆ, ਜਿਹੜੇ ਇੱਥੇ ਬੋਰਨ ਹੋਏ ਆ, ਇੱਥੇ ਸਕੂਲਾਂ 'ਚ ਜਾਂਦੇ ਆ, ਉਹਨਾਂ ਨੂੰ ਜਿਹੜੀ ਕ੍ਰਿਸਚੈਨਿਟੀ ਹੈਗੀ ਆ, ਉੱਥੇ ਉਹਨਾਂ ਨੂੰ ਸਟੈਚੂਜ਼ ਦਿਖਾਇਆ ਜਾਂਦਾ। ਇਹਨਾਂ ਆਪਣੇ ਕਲਚਰ, ਇਹਨਾਂ ਦੇ ਕਲਚਰ ਦੇ ਮੁਤਾਬਕ ਜੈਸੂ ਮਨੀ ਉਹਨਾਂ ਦੇ ਬਾਰੇ ਉਹਨਾਂ ਦਾ ਕਲਚਰ ਦਿਖਾਉਂਦੇ ਆ ਸਟੈਚੂਜ਼। ਤੇ ਉਹ ਜਿਹੜੀ ਬਾਈਬਲ ਹੈਗੀ ਆ, ਉਹਦੇ ਵਿੱਚ ਆਮ ਫੋਟੋਆਂ ਤੁਸੀਂ ਦੇਖੋਗੀਆਂ, ਉਹ ਫੋਟੋਆਂ ਦੇ ਥੱਲੇ ਫਿਰ ਉਹ ਪੂਰਾ ਉਹਦੀ ਡਿਟੇਲ ਦਿੱਤੀ ਜਾਂਦੀ ਆ ਕਿ ਨਿਆਣਾ ਉਹਦੀ ਫੋਟੋ ਦਾ ਜਿਹੜੀ ਫੋਟੋ ਦੇਖੋ, ਜਿਹੜੀ ਫੋਟੋ ਆ ਕੋਈ 100% ਉਹ ਸਹੀ ਤਾਂ ਨਹੀਂ ਵੀ ਹੁੰਦੀ, ਉਹਦਾ ਸਿਰਫ ਇੱਕ ਇਮੇਜ ਤੁਹਾਡੇ ਦਿਮਾਗ ਵਾਸਤੇ ਬਣਾਇਆ ਜਾਂਦਾ ਵੀ ਇਸ ਤਰ੍ਹਾਂ ਦੇ ਸੀਗੇ, ਤੇ ਉਹਦੇ ਨਾਲ ਉਹ ਸਟੱਡੀ ਕਰਦੇ ਹੈਗੇ। ਫੋਟੋ ਨਾਲ ਕਾਫੀ ਨੌਲੇਜ ਹੋ ਜਾਂਦਾ। ਜਿੱਥੇ ਕਿ ਅਸੀਂ ਫੋਟੋ ਨੂੰ ਕਹਿੰਦੇ ਆ ਵੀ ਨਹੀਂ ਜੀ ਮੰਨਣਾ ਨਹੀਂ ਚਾਹੀਦਾ। ਚਲੋ ਮੈਂ ਮੰਨ ਲਿਆ ਇਹ ਗੱਲ। ਜਿਹੜਾ ਨਿਆਣਾ ਹੈਗਾ 5-6 ਸਾਲ ਦਾ ਨਿਆਣਾ ਆਉਂਦਾ ਆ, ਉਹ ਸਿੱਖੀ ਰਿਲੀਜਨ ਨੂੰ ਤਾਂ ਹੀ ਆਊਗਾ ਜੀ ਉਹਨੂੰ ਕੋਈ ਇਮੇਜ ਅਸੀਂ ਦਿਖਾਵਾਂਗੇ ਵੀ ਆਹ ਸਾਡਾ ਗੁਰੂ ਏਦਾਂ ਦਾ ਸੀਗਾ। ਭਾਵੇਂ ਉਹ 100% ਉਹਨਾਂ ਦੀ 100% ਤਾਂ ਨਹੀਂ ਹੋ ਸਕਦਾ ਕਿ ਕਿਸੇ ਨੂੰ ਵੀ ਨਹੀਂ ਪਤਾ ਕਿ ਗੁਰੂ ਜੀ ਕਿੱਦਾਂ ਦੇ ਸੀਗੇ, ਤੇ ਉਹ ਤਾਂ 500-550 ਸਾਲ ਪਹਿਲਾਂ ਦੀਆਂ ਗੱਲਾਂ। ਠੀਕ ਹੈ ਜੀ। ਉਹਨਾਂ ਨੂੰ ਸਿਖਾਲਣ ਵਾਸਤੇ ਨਾ ਤਾਂ ਉਹ ਪੰਜਾਬੀ ਪੜ੍ਹ ਸਕਦੇ ਆ, ਤੇ ਉਹਦਾ ਤਰੀਕਾ ਕਿਹੜਾ ਹੋ ਸਕਦਾ ਵੀ ਕਿਸ ਹਿਸਾਬ ਨਾਲ ਤੁਸੀਂ ਨਿਆਣੇ ਨੂੰ ਕਿਸ ਹਿਸਾਬ ਨਾਲ ਸਮਝਾਓਗੇ? ਹਾਂਜੀ, ਉਹਦੇ ਵਾਸਤੇ ਦੇਖੋ, ਜੇ ਹੁਣ ਮੇਰੇ ਸਾਹਮਣੇ ਇੱਕ ਐਸੇ ਬੰਦੇ ਦੀ ਫੋਟੋ ਰੱਖ ਕੇ ਮੈਨੂੰ ਦਿਖਾਤਾ ਜਾਵੇ ਵੀ ਇਹ ਤੇਰਾ ਪਿਓ ਹੈਗਾ, ਲੇਕਿਨ ਉਹ ਮੇਰੇ ਪਿਓ ਦੀ ਫੋਟੋ ਨਾ ਹੋਏ, ਤੇ ਮੈਂ ਉਸ ਬੰਦੇ ਨੂੰ ਹੀ ਆਪਣਾ ਪਿਓ ਸਮਝੀ ਫਿਰਾਂ, ਤਾਂ ਮੈਂ ਆਪਣੇ ਪਿਓ ਤੋਂ ਦੂਰ ਚਲਾ ਜਾਵਾਂਗਾ, ਪਹਿਲੀ ਗੱਲ। ਦੂਜੀ ਗੱਲ ਇਹ ਹੈਗੀ ਕਿ ਮੁਸਲਮਾਨ ਧਰਮ ਵੱਲ ਇੱਕ ਝਾਤੀ ਮਾਰੋ ਕਿ ਮੁਸਲਮਾਨ ਧਰਮ ਦੇ ਵਿੱਚ ਕੋਈ ਫੋਟੋ ਨਹੀਂ ਹੈਗੀ।
ਮੁਹੰਮਦ ਸਾਹਿਬ ਦੀ ਵੀ ਨਹੀਂ ਹੈਗੇ। ਤੁਸੀਂ ਮੁਹੰਮਦ ਸਾਹਿਬ ਦੀ ਫੋਟੋ ਬਣਾਓ, ਤੁਹਾਨੂੰ ਕਤਲ ਕਰ ਦਿੰਦੇ, ਲੇਕਿਨ ਉਹ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਫੈਲਿਆ। ਤਾਂ ਗੱਲ ਫੋਟੋ ਦੀ ਨਹੀਂ ਹੈ, ਗੱਲ ਸਾਡੇ ਧਰਮ ਨੇ ਫੈਲਣਾ ਹੈ ਸਾਡੇ ਘਰਾਂ ਦੇ ਵਿੱਚੋਂ। ਜਦੋਂ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਾਂਗੇ, ਉਹਨਾਂ ਨੂੰ ਘਰਾਂ ਤੋਂ ਸੰਸਕਾਰ ਮਿਲਣਗੇ। ਪਹਿਲੀ ਗੱਲ, ਸਾਡੇ ਘਰਾਂ ਦੇ ਵਿੱਚੋਂ ਸੰਸਕਾਰ ਨਹੀਂ ਮਿਲ ਰਹੇ। ਆਪਾਂ ਨਾ ਕਿਸੇ ਦਿਨ ਟੌਪਿਕ ਰੱਖਾਂਗੇ ਬੱਚਿਆਂ ਦੀ ਪਾਲਣਾ ਬਾਰੇ, ਫਿਰ ਖੁੱਲ ਕੇ ਬੋਲਿਆ ਜਾਏਗਾ, ਕਿਉਂਕਿ ਹੁਣ ਬਹੁਤਾ ਟਾਈਮ ਵੀ ਨਹੀਂ ਬਚਣਾ। ਠੀਕ ਇੱਕ ਮਿੰਟ ਲਈ ਮੈਂ ਫਿਰ ਵੀ ਤੁਹਾਨੂੰ ਦੱਸ ਦਵਾਂ ਕਿ ਸਾਡੇ ਘਰਾਂ ਦੇ ਵਿੱਚ ਸੰਸਕਾਰ ਹੋਣੇ ਚਾਹੀਦੇ ਨੇ। ਅਸੀਂ ਸਵੇਰੇ ਉੱਠ ਕੇ ਦੇਖੋ, ਜਪਜੀ ਸਾਹਿਬ ਦਾ ਪਾਠ ਕਰੀਏ, ਸ਼ਾਮ ਨੂੰ ਸੋਹਿਲਾ ਪੜ੍ਹੀਏ, ਰੋਜ਼ ਹਰ ਰੋਜ਼ ਸਿਰਫ 5 ਮਿੰਟ ਕਰੋ ਆਪਣੀ ਜ਼ਿੰਦਗੀ ਦੇ, ਜ਼ਿਆਦਾ ਨਹੀਂ, ਸਿਰਫ 5 ਮਿੰਟ। ਤੁਸੀਂ ਪਤੀ ਪਤਨੀ ਬੈਠ ਜਾਓ, ਬੱਚੇ ਨੂੰ ਪੁੱਤਰ ਜੋ ਵੀ ਤੁਹਾਡੇ ਘਰ ਵਿੱਚ ਮੈਂਬਰ ਨੇ ਉਹ ਸਾਰੇ ਬਹਿ ਜਾਓ, ਸ਼ਾਮ ਨੂੰ 5 ਮਿੰਟ ਲਈ ਟੀਵੀ ਬੰਦ ਕਰ ਲਓ ਤੇ ਅੱਜ ਮੂਲ ਮੰਤਰ ਦਾ ਅਰਥ ਵਿਚਾਰ ਲਓ। ਕੱਲ ਨੂੰ ਪਹਿਲੀ ਪੌੜੀ ਦਾ ਇੱਕ ਸ਼ਬਦ ਦੇ ਅਰਥ ਪੜ੍ਹਦਿਆਂ ਸਿਰਫ 5 ਮਿੰਟ ਲੱਗਣਗੇ। ਹੋ ਸਕਦਾ ਬੱਚਿਆਂ ਨੂੰ ਸਮਝ ਪਹਿਲੋਂ ਨਾ ਆਵੇ, ਨਾ ਆਏ ਕੋਈ ਗੱਲ ਨਹੀਂ, ਪੜ੍ਹੀ ਜਾਓ। ਸਿਰਫ 6 ਮਹੀਨੇ ਦੇ ਅੰਦਰ ਤੁਹਾਡੇ ਸਾਰੇ ਪਰਿਵਾਰ ਵਿੱਚ ਬਾਹਰਲੀ ਇਕਸਾਰਤਾ ਔਰ ਅੰਦਰਲੀ ਇਕਸੁਰਤਾ ਪੈਦਾ ਹੋ ਜਾਏਗੀ। ਜਿਸ ਘਰ ਵਿੱਚ ਹਰ ਰੋਜ਼ 5 ਮਿੰਟ ਗੁਰਬਾਣੀ ਦੇ ਅਰਥ ਭਾਵ ਪੜ੍ਹੇ ਜਾਣਗੇ, ਉਸ ਘਰ ਵਿੱਚ ਕਦੇ ਤਲਾਕ ਨਹੀਂ ਹੋਏਗੀ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਸ਼ਰਾਬ ਨਾ ਪੀਵੋ। ਉਸ ਘਰ ਦੇ ਬੱਚੇ ਕਲਚਰ ਤੋਂ ਦੂਰ ਨਹੀਂ ਜਾਣਗੇ, ਦੂਰ ਗਏ ਹੋਏ ਬੱਚੇ ਘਰ ਵਾਪਸ ਆ ਜਾਣਗੇ। ਸਾਨੂੰ ਇਹ ਤਰੀਕਾ ਅਪਣਾਉਣਾ ਚਾਹੀਦਾ ਹੈ। ਦੂਜੀ ਗੱਲ, ਸਾਡੇ ਗੁਰਦੁਆਰੇ ਸਾਹਿਬਾਨ ਦੇ ਅੰਦਰ ਲੜਾਈਆਂ ਦੰਗਿਆਂ ਨੂੰ ਖਤਮ ਕਰਕੇ ਪੰਥਕ ਤੌਰ ਤੇ ਸਾਨੂੰ ਕੁਝ ਗੁਰਦੁਆਰਿਆਂ 'ਚ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ ਕਿ 1 ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਨੂੰ ਅਸੀਂ ਕਿਵੇਂ ਸਿੱਖਿਆ ਦੇਣੀ ਹੈ, 5 ਸਾਲ ਤੋਂ ਲੈ ਕੇ 10 ਸਾਲ ਤੱਕ, 10 ਤੋਂ ਲੈ ਕੇ 12 ਤੱਕ, ਔਰ ਉਸ ਤੋਂ ਬਾਅਦ ਟੀਨ ਏਜਰ ਤੇ ਉਸ ਤੋਂ ਬਾਅਦ 20-22 ਸਾਲ ਤੱਕ ਦੇ ਬੱਚੇ। ਸਾਨੂੰ ਐਵੇਂ ਪਲੈਨਿੰਗ ਕਰਨੀ ਪੈਣੀ ਹੈ। ਤੀਜੀ ਗੱਲ, ਤੁਸੀਂ ਜੇ ਆਪਣੇ ਇਕੱਲੇ ਬੱਚਿਆਂ ਨੂੰ ਬਚਾਉਣਾ ਚਾਹੋਗੇ ਤਾਂ ਨਹੀਂ ਬਚਾ ਸਕੋਗੇ। ਇਸ ਲਈ ਤੁਹਾਡੇ ਬੱਚਿਆਂ ਨੂੰ, ਸਾਨੂੰ ਸਾਰਿਆਂ ਨੂੰ ਆਪਣੇ ਬੱਚੇ ਸਮਝਣਾ ਪਵੇਗਾ। ਮੇਰੇ ਬੱਚਿਆਂ ਨੂੰ ਤੁਸੀਂ ਆਪਣੇ ਬੱਚੇ ਸਮਝੋ ਕਿ ਜੇ ਉਹ ਕੁਝ ਗਲਤ ਕਰਦੇ ਨੇ ਉਹਨੂੰ ਪਿਆਰ ਨਾਲ ਸਮਝਾਓ। ਮੈਂ ਤੁਹਾਡੇ ਬੱਚਿਆਂ ਨੂੰ ਸਮਝਾਵਾਂ। ਜੇ ਅਸੀਂ ਇਸ ਤਰ੍ਹਾਂ ਪ੍ਰੋਗਰਾਮ ਉਲੀਕਾਂਗੇ ਤੇ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ, ਕਿਉਂਕਿ ਗੁਰੂ ਜੀ ਦੀਆਂ ਮੂਰਤਾਂ ਜਿਹੜੀਆਂ ਨੇ ਸਾਰੀਆਂ ਸ਼ੋਭਾ ਸਿੰਘ ਨੇ ਬਣਾਈਆਂ ਨੇ ਡੁਪਲੀਕੇਟ। ਧੰਨਵਾਦ। ਥੈਂਕ ਯੂ ਜੀ ਗਿਆਨੀ। ਧੰਨਵਾਦ ਜੀ, ਧੰਨਵਾਦ ਜੀ ਗਿਆਨੀ ਜੀ ਦਾ ਵੀ ਤੇ ਭਾਈ ਹਰਨੇਕ ਸਿੰਘ ਦਾ ਵੀ। ਗੁਰਚਰਨ ਸਿੰਘ ਜੀ, ਤੁਸੀਂ ਕੋਈ? ਅੱਛਾ, ਠੀਕ ਹੈ ਜੀ। ਦਵਿੰਦਰ ਸਿੰਘ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਯਾਨੀ ਕੋਈ ਸਵਾਲ ਨਹੀਂ ਹੈ। ਜਿਵੇਂ ਤੁਸੀਂ ਕਿਹਾ, ਸੱਚ ਹੀ ਰੱਬ ਹੈ। ਹਾਂਜੀ, ਰੱਬ ਹੀ ਯੂਨੀਵਰਸਲ ਟਰੁਥ ਹੈ। ਬਿਲਕੁਲ ਹੁਕਮੀ ਹੈ। ਪਿਛਲੇ ਸਾਲ ਆਪਾਂ ਇਸ ਗੁਰਦੁਆਰਾ ਸਾਹਿਬ ਗਿਆਨੀ ਅਮਰੀਕ ਸਿੰਘ ਹੁਣਾਂ ਤੋਂ ਇਸੇ ਹੀ ਪੌੜੀ ਦੀ ਵਿਆਖਿਆ ਉਹ ਕਰ ਰਹੇ ਸੀਗੇ। ਕਲਾਸ ਲੱਗੀ ਸੀ 30-35 ਦੇ ਵਿੱਚ ਮੈਜੋਰਟੀ ਹੋ ਗਈ। ਹਾਂਜੀ, ਉਹਨੇ ਇਹਦੀ ਵਿਆਖਿਆ ਕਰਦਿਆਂ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਵਿੱਚੋਂ ਕੋਈ ਵੀ ਬੰਦਾ ਦੱਸ ਸਕਦਾ ਰੱਬ ਕਿਸ ਨੇ ਦੇਖਿਆ ਜਾਂ ਰੱਬ ਕੀ ਹੈ? ਹਾਂਜੀ, ਸਾਰੇ ਚੁੱਪ, ਕਿਸੇ ਨੇ ਜਵਾਬ ਨਹੀਂ ਦਿੱਤਾ ਗਿਆ। ਅਖੀਰ ਚ ਉਹਨੇ ਇਹ ਜਵਾਬ ਦਿੱਤਾ ਕਿ ਪਰਮਾਤਮਾ ਦੇ ਗੁਣ ਹੀ ਪਰਮਾਤਮਾ ਹੈ। ਬਿਲਕੁਲ ਬਿਲਕੁਲ। ਜਿਵੇਂ ਕਿ ਇਹਨੂੰ ਰੱਬੀ ਗੁਣ ਕਹਿ ਦੋ। ਹਾਂਜੀ ਹਾਂਜੀ। ਇਸ ਕਰਕੇ ਤੁਸੀਂ ਬਹੁਤ ਹੀ ਸ਼ਾਰਟ ਵਿੱਚ ਉਹਨੀ ਵੀ ਬਹੁਤ ਸੋਹਣੀ ਤੁਹਾਡੇ ਵਾਂਗੂ ਕਥਾ ਕਰਦੇ ਸੀਗੇ ਤੇ ਉਹ ਮਤਲਬ ਉਹਨੇ ਇੱਕ ਬਿਲਕੁਲ ਹੀ ਸਿਰਫ 2 ਸੈਕਿੰਡ ਵਿੱਚ ਹੀ ਰੱਬ ਨੂੰ ਦੱਸਦਾ ਰੱਬ ਆ ਹੈ। ਧੰਨਵਾਦ ਜੀ। ਖਾਲਸਾ। ਧੰਨਵਾਦ। ਧੰਨਵਾਦ। ਅੱਗੇ ਮੇਰੇ ਕੋਲ ਹੈ ਜੀ, ਮੈਂ ਭੈਣ ਗੁਰਮੀਤ ਕੌਰ ਵੀ ਹੁਣੇ ਆਉਣਾ। ਜੇ ਤੁਸੀਂ ਕੁਝ ਕਹਿਣਾ ਹੋਵੇ ਤਾਂ ਜ਼ਰੂਰ ਕਿਹੋ ਜੀ। ਤੇ ਸਤਨਾਮ ਸਿੰਘ ਜੀ, ਸਤਨਾਮ ਸਿੰਘ ਜੀ ਤੁਸੀਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜਾ ਹੀ ਸੱਜੇ ਢੰਗ ਨਾਲ ਜਿਸ ਤਰ੍ਹਾਂ ਅੱਗੇ ਵੀ ਚੱਲਦੇ ਆ ਦੱਸ ਦਿਓ। ਤੇ ਆਪ ਨੂੰ ਮੈਂ ਇੱਕ ਥੋੜਾ ਜਿਹਾ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਇਸ ਪੌੜੀ ਵਿੱਚ ਸ਼ੁਰੂ ਵਿੱਚ ਹੀ ਦੱਸਿਆ, ਜਨ ਨਾਨਕ ਸਤਿਗੁਰੂ ਮੇਲ ਹਰ ਹਰ ਮਿਲਿਆ ਬਨਵਾਰੀ। ਹਾਂਜੀ, ਇਹਦੇ ਜਿੱਦਾਂ ਨਾਨਕ ਨੂੰ ਗੁਰੂ ਮਿਲਿਆ ਤੇ ਜਿਹੜਾ ਵੀ ਕੋਈ ਪਰਮਾਤਮਾ ਨੂੰ ਮਿਲਿਆ ਉਹਦਾ ਗੁਰੂ ਰਾਹੀਂ ਹੀ ਮਿਲਦਾ ਹੈ। ਹਾਂਜੀ, ਇਹਦਾ ਇਹੀ ਅਰਥ ਹੈ ਜਾਂ ਹੋਰ ਕੁਛ ਹੈ? ਜਾਂ ਜਨ ਨਾਨਕ ਸਤਿਗੁਰ ਮੇਲ ਹਰ, ਹਾਂਜੀ, ਹਰ ਮਿਲਿਆ ਬਨਵਾਰੀ। ਹਾਂਜੀ, ਜਿਨ੍ਹਾਂ ਨੂੰ ਗਿਆਨ ਗੁਰੂ ਮਿਲ ਗਿਆ, ਸੱਚਾ ਗਿਆਨ ਮਿਲ ਗਿਆ, ਤਾਂ ਉਹਨਾਂ ਨੂੰ ਰੱਬ ਦੀ ਦਾਤ ਮਿਲ ਗਈ, ਰੱਬ ਦਾ ਉਹਦੇ ਨਾਲ ਮਿਲਾਪ ਹੋ ਗਿਆ, ਗੁਰੂ ਦਾ ਗਿਆਨ। ਹਾਂਜੀ,
ਇੱਕ ਹੋ ਰਿਹਾ ਜੀ, ਜਿਸ ਤਰ੍ਹਾਂ ਜਦੋਂ ਆਪਾਂ ਸਿਮਰਨ ਕਰਦੇ ਹਾਂ ਜਾਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ, ਗੁਰੂ ਘਰ ਦੇ ਵਿੱਚ ਅੱਖਾਂ ਮੀਟੀਆਂ ਹੁੰਦੀਆਂ, ਤੇ ਸਾਨੂੰ ਕਿਸ ਦਾ ਧਿਆਨ ਰੱਖਣਾ ਚਾਹੀਦਾ ਹੈ? ਜਿਸ ਤਰ੍ਹਾਂ ਹਰਨੇਕ ਸਿੰਘ ਨੇ ਦੱਸਿਆ ਵੀ ਫੋਟੋਆਂ, 10 ਗੁਰੂਆਂ ਦੀਆਂ ਫੋਟੋਆਂ, ਜਾਂ ਉਸ ਪਰਮਾਤਮਾ ਦਾ ਧਿਆਨ ਰੱਖਣਾ ਚਾਹੀਦਾ ਜੋ ਨਿਰਾਕਾਰ ਹੈ, ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਹਾਜ਼ਰਾ ਹਜ਼ੂਰ ਹੈ, ਜਾਂ ਗੁਰੂ ਧਾਮਾਂ ਦਾ ਧਿਆਨ ਰੱਖਣਾ ਚਾਹੀਦਾ ਜੋ ਗੁਰੂ ਚਰਨਾਂ ਦੀ ਛੋਹ ਹੈ ਤੇ ਜਿਨ੍ਹਾਂ ਧਾਮਾਂ ਦੇ ਅਸੀਂ ਦਰਸ਼ਨ ਕੀਤੇ ਹੁੰਦੇ ਹਨ? ਕਿਸ ਦਾ ਧਿਆਨ ਰੱਖਣਾ ਚਾਹੀਦਾ ਹੈ? ਥੋੜਾ ਜਿਹਾ ਦੇਖੋ ਵੀਰ ਜੀ, ਅਸੀਂ ਕਈ ਵਾਰੀ ਕਹਿੰਦੇ ਆ ਵੀ ਅਸੀਂ ਗੁਰਦੁਆਰੇ ਨਾਮ ਜਪ ਰਹੇ ਹਾਂ ਜਾਂ ਘਰ ਨਾਮ ਜਪ ਰਹੇ ਹਾਂ ਪਲ 2 ਪਲ ਵਾਸਤੇ ਜਾਂ ਘੰਟੇ 2 ਘੰਟੇ ਵਾਸਤੇ, ਕਈ ਵਾਰੀ ਹੁੰਦਾ ਹਫ਼ਤਾਵਾਰੀ ਸਿਮਰਨ। ਅਸਲ ਦੇ ਅੰਦਰ ਇਹਨਾਂ ਦਾ ਗੁਰਮਤ ਦੇ ਨਾਲ ਸੰਬੰਧ ਨਹੀਂ ਹੈ। ਗੁਰਮਤ ਸਾਨੂੰ ਕਹਿੰਦੀ ਸਾਸ ਸਾਸ ਸਿਮਰੋ ਗੋਬਿੰਦ, ਤੇ ਜਿਹੜਾ ਰੱਬ ਦੀ ਭਗਤੀ ਨਾ, ਉਹ ਜਿਵੇਂ ਆਪਾਂ ਹੁਣ ਆਸਾ ਦੀ ਵਾਰ ਵਿੱਚ ਵਿਚਾਰਿਆ ਸੀ, ਨਾਨਕ ਭਗਤਾਂ ਭੁੱਖ ਸਾਲਾਹਣ ਗੁਣਵੰਤਿਆਂ ਕਾ ਛਾਰ, ਯਾਨੀ ਅਸੀਂ ਰੱਬੀ ਗੁਣਾਂ ਨੂੰ ਗਾਣਾ ਹੈ, ਧਿਆਨ ਵਿੱਚ ਵੀ ਗੁਣ ਹੋਣ, ਬੋਲਾਂ ਵਿੱਚ ਵੀ ਗੁਣ ਹੋਣ, ਔਰ ਵਿਹਾਰ ਵਿੱਚ ਵੀ ਗੁਣ ਹੋਣ, ਔਰ ਇਹ ਹਰ ਪਲ ਕਰਨਾ ਹੈ, ਗੁਣਾਂ ਦੇ ਨਾਲ ਜੁੜਨਾ ਹੀ ਸਿਮਰਨ ਹੈ। ਰੱਬ ਦੀ ਜਿਹੜੀ ਭਗਤੀ ਹੈ ਨਾ, ਉਹ ਕੀ ਹੈ ਵੀ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਔਰ ਰੱਬ ਦੀ ਭਗਤੀ ਹੁਕਮ ਰਜ਼ਾਈ ਚੱਲਣਾ, ਯਾਨੀ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਟੋਟਲ ਜ਼ਿੰਦਗੀ ਗੁਰੂ ਦੇ ਆਸ਼ੇ ਅਨੁਸਾਰ ਹੋਵੇ। ਤਾਂ ਸਾਡੇ ਧਿਆਨ ਵਿੱਚ ਵੀ ਰੱਬੀ ਗੁਣ ਹੋਣੇ ਚਾਹੀਦੇ ਨੇ, ਬੋਲਾਂ ਵਿੱਚ ਵੀ ਔਰ ਵਿਹਾਰ ਦੇ ਵਿੱਚ ਵੀ। ਜਿਹੜੀ ਅਸੀਂ ਉਸ ਸਮਾਧੀ ਜਾਂ ਬੈਠਣ ਦੀ ਗੱਲ ਕਰਦੇ ਹਾਂ, ਉਹ ਜੋਗੀਆਂ ਦਾ ਕੰਮ ਹੈ। ਠੀਕ, ਥੈਂਕ ਯੂ, ਧੰਨਵਾਦ। ਧੰਨਵਾਦ ਜੀ। ਭੈਣ ਗੁਰਮੀਤ ਕੌਰ, ਤੁਸੀਂ ਕੁਝ ਕਹਿਣਾ ਤਾਂ ਪਲੀਜ਼ ਕਹਿ ਦਿਓ। ਨਹੀਂ ਜੀ, ਮੈਂ ਕੁਝ ਨਹੀਂ ਕਹਿਣਾ, ਮੈਂ ਤਾਂ ਗਿਆਨੀ ਦਾ ਧੰਨਵਾਦ ਕਰਦੀ ਹਾਂ, ਬਹੁਤ ਸੋਹਣਾ ਇਹਨਾਂ ਨੇ ਦੱਸਿਆ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹੁਣ ਅਸੀਂ ਆਨੇ ਆ ਭੈਣ ਕੁਲਦੀਪ ਕੌਰ ਕੋਲ। ਤੁਸੀਂ ਵੀ ਇੱਕ ਮਿੰਟ ਜੀ, ਤੁਸੀਂ ਅਨਮਿਊਟ ਕਰ ਲਓ ਪਹਿਲਾਂ। ਕੁਛ ਨਹੀਂ, ਕੋਈ ਕੁਐਸਚਨ ਨਹੀਂ ਹੈ ਗਿਆਨੀ ਜੀ, ਥੈਂਕ ਯੂ, ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰ ਦਿੱਤਾ। ਧੰਨਵਾਦ ਮੇਰੀ ਭੈਣ। ਠੀਕ ਹੈ ਜੀ, ਥੈਂਕ ਯੂ ਜੀ। ਆਪਣੇ ਸਤਿੰਦਰ ਸਿੰਘ ਜੀ ਅਨਮਿਊਟ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਵਾਹਿਗੁਰੂ ਜੀ ਕੀ ਫਤਿਹ ਜੀ। ਹਮੇਸ਼ਾ ਜਿਸ ਤਰ੍ਹਾਂ ਤੁਸੀਂ ਬਹੁਤ ਅੱਛੀ ਤਰ੍ਹਾਂ ਸਮਝਾਇਆ, ਅੱਜ ਇੱਕ ਬਹੁਤ ਵਧੀਆ ਚੀਜ਼ ਮੈਨੂੰ ਸਮਝ ਆਈ ਹੈ, ਉਹ ਇਹ ਸੀਗਾ ਲਾਸਟ ਦੀ ਜਿਹੜੀ ਪੰਕਤੀ ਸੀਗੀ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ। ਇਹ ਮਤਲਬ ਇਹ ਹੋ ਗਿਆ ਕਿ ਜਿਹੜੇ ਉੱਤਮ ਵਿਚਾਰ ਨੇ, ਇਹ ਮੇਰੀ ਰਿਸਪੌਂਸਿਬਿਲਿਟੀ ਹੈ। ਹਾਂ, ਹੈ ਨਾ, ਇਫ ਆਈ ਐਮ ਰਿਸਪੌਂਸਿਬਲ ਤਾਂ ਹੀ ਮੇਰੇ ਵਿਚਾਰ ਉੱਤਮ ਹੋਣਗੇ, ਮੈਨੂੰ ਕਿਧਰੋਂ ਪਾ ਕੇ ਨਹੀਂ ਮਿਲਣਗੇ। ਹਾਂਜੀ, ਜੇ ਸੱਚ ਨਾਲ ਚਿੱਤ ਲਾਓਗੇ ਤੁਹਾਡੇ ਵਿਚਾਰ ਉੱਤਮ, ਤੁਹਾਡੇ ਰਿਸਪੌਂਸਿਬਲ। ਬਿਲਕੁਲ, ਮੇਰਾ ਕਰੈਕਟਰ, ਮੇਰੇ ਉੱਤਮ ਵਿਚਾਰ ਮੇਰੀ ਰਿਸਪੌਂਸਿਬਿਲਿਟੀ ਹੈ, ਮੇਰੇ ਬੱਚੇ, ਮੇਰੀ ਸੁਸਾਇਟੀ ਮੇਰੀ ਰਿਸਪੌਂਸਿਬਿਲਿਟੀ ਹੈ। ਬਿਲਕੁਲ ਬਿਲਕੁਲ, ਹੈ ਨਾ ਸਰ? ਬਿਲਕੁਲ ਬਿਲਕੁਲ। ਬਸ ਬਸ, ਥੈਂਕ ਯੂ ਵਾਹਿਗੁਰੂ ਜੀ। ਬਿਲਕੁਲ 100%। ਧੰਨਵਾਦ, ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ, ਮਿਹਰਬਾਨੀ ਜੀ। ਨਰਿੰਦਰ ਸਿੰਘ ਜਸਲ, ਗੁਰਮੁਖ ਸਿੰਘ ਜੀ, ਤੁਸੀਂ ਕਹਿਣਾ ਤਾਂ ਬਾਅਦ ਰੈਡੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਬਹੁਤ ਹੀ ਸੋਹਣੇ ਸ਼ਬਦਾਂ ਨਾਲ ਤੁਸੀਂ ਇਹ ਬਿਆਨ ਕੀਤਾ ਹੈ। ਮਤਲਬ ਸਿੱਖ ਧਰਮ ਕਿੰਨਾ ਸਿੰਪਲ ਹੈ ਜੀ। ਦੇਖੋ, ਆਪਾਂ ਨੂੰ ਕਿਸੇ ਵੀ ਚੀਜ਼ ਕਰਨ ਦੀ ਲੋੜ ਨਹੀਂ, ਸਿਰਫ ਅੱਛਾ ਇਨਸਾਨ ਹੀ ਬਣਨਾ ਆਪਾਂ ਨੇ। ਹਾਂ ਬਿਲਕੁਲ, ਤੇ ਅੱਛੇ ਕੰਮ ਕਰਨੇ ਹੈਗੇ ਆ। ਇਹੀ ਸਿੱਖੀਜ਼ਮ ਹੈਗਾ। ਇਹੀ ਸਿੱਖ। ਤੇ ਹੁਣ ਜਿਹੜੇ ਆਪਾਂ ਕੁਐਸਚਨ ਕਰਦੇ ਆ, ਜਿਹੜੀਆਂ ਚੀਜ਼ਾਂ ਨੂੰ ਆਪਾਂ ਚੈਲੰਜ ਕਰਦੇ ਆ ਵੀ ਹਿੰਦੂ ਆਹ ਕਰਦੇ ਆ, ਮੁਸਲਿਮ ਇਹ ਕਰਦੇ ਆ। ਹੁਣ ਆਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਬੜਾ ਸਰਗਰਮ ਹੋਇਆ ਹੈ। ਕਿਸੇ ਬੰਦੇ ਨੇ ਇਹੀ ਕੁਐਸਚਨ ਕਰ ਲਏ ਵੀ ਤੁਸੀਂ ਹਿੰਦੂਆਂ ਨੂੰ ਆਹ ਕਹਿੰਦੇ ਹੋ, ਸਿੱਖ ਵੀ ਤਾਂ ਇਹ ਕਰ ਰਹੇ ਨੇ, ਤੇ ਉਹ ਹੁਣ ਸਾਰੀ ਜਨਤਾ ਉਹਨਾਂ ਦੇ ਮਗਰ ਪਈ ਹੋਈ ਆ ਉਸ ਬੰਦੇ ਦੇ। ਮਤਲਬ ਉਹਦੇ ਕੁਐਸਚਨ ਥੋੜੇ ਜਿਹੇ ਐਗਜ਼ੈਜਰੇਟ, ਥੋੜੇ ਜਿਹੇ ਹੋਰ ਜ਼ਿਆਦਾ ਐਕਸਟ੍ਰੀਮਿਸਟ ਨੇਗੇ, ਪਰ ਬੇਸ ਉਹਨਾਂ ਦਾ ਇਹੀ ਹੈਗਾ ਵੀ ਤੁਸੀਂ ਵੀ ਤਾਂ ਇਹੀ ਕਰ ਹੀ ਰਹੇ ਹੈਗੇ ਹੋ, ਤੇ ਹੁਣ ਤੁਸੀਂ ਉਹ ਸਾਰੇ ਜਣੇ ਹੁਣ ਉਹਦੇ ਮਗਰ ਡਾਕਾ ਚੱਕੀ ਫਿਰਦੇ ਆ। ਉਹ ਵੀਰ ਦੀ ਗੱਲ ਪਤਾ ਕੀ ਗੱਲ ਇਹ ਹੈਗੀ ਵੀ ਸਾਡਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ। ਜਦੋਂ ਅਸੀਂ ਦੂਜਿਆਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਚਾਅ ਚੜ੍ਹਦਾ, ਤੇ ਜਦੋਂ ਸਾਡੀ ਗੱਲ ਕਰਦਾ ਫਿਰ ਸਾਨੂੰ ਅੱਗ ਲੱਗਦੀ। ਜਿਹੜੇ ਸਾਡੇ ਗਲਤ ਕਰਮ ਨੇ, ਕਰਮ ਕਾਂਡ ਨੇ, ਸਾਨੂੰ ਗਲਤੀ ਮੰਨ ਲੈਣੀ ਚਾਹੀਦੀ। ਔਰ ਅਸੀਂ ਗਲਤ ਕੁਛ ਕਰ ਰਹੇ ਹਾਂ, ਉਹਨਾਂ ਨੂੰ ਸਾਨੂੰ ਗਲਤੀ ਮੰਨ ਲੈਣੀ ਚਾਹੀਦੀ ਜਿੱਥੇ ਗਲਤੀ ਹੈ। ਜਿਹੜੀ ਤੁਸੀਂ ਗੱਲ ਕੀਤੀ ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਕੀ ਚੱਲ ਰਿਹਾ, ਲੇਕਿਨ ਜਿੱਥੇ ਅਸੀਂ ਗਲਤ ਹਾਂ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ, ਤਾਂ ਹੀ ਵਿਕਾਸ ਹੋਏਗਾ। ਧੰਨਵਾਦ, ਧੰਨਵਾਦ। ਆਪਣਾ ਕੋਈ ਸਿੰਗਰ ਹੈ ਜੀ ਜਿਹਨੇ ਕੋਈ ਗਾਣਾ ਗਾਇਆ ਜਿਹਦੇ ਵਿੱਚ ਸਾਰੇ ਜਿਹੜੇ ਕਰਮਕਾਂਡੀ ਹੈਗੇ ਆ ਜੀ,
ਉਹਨਾਂ ਬਾਰੇ ਉਹਨੇ ਕੋਈ ਗਾਣੇ ਦੇ ਵਿੱਚ ਗੱਲ ਕੀਤੀ ਹੈ ਤਾਂ ਉਹਦਾ ਬਹੁਤ ਖੰਡਨ ਹੋ ਅੱਛਾ, ਗਿਆ। ਉਹ ਗਾਣੇ ਵਿੱਚ ਉਹਨੇ ਉਹ ਕੀਤੀ ਹੈ ਨਾ ਗਊ ਮੂਤਰ ਪੀਣ ਦੀ, ਗਊ ਮੂਤਰ ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਤੇ ਉਸ ਗਾਣੇ ਵਿੱਚ ਤਾਂ ਕੁਝ ਵੀ ਗਲਤ ਨਹੀਂ ਮੇਰੇ ਖਿਆਲ ਚ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਹੈ ਜੀ। ਪਰ ਉਹਦੇ ਵਿੱਚ ਉਹਨੇ ਮੇਰੇ ਖਿਆਲ ਚ ਕਿਤੇ ਗਾਤਰੇ ਕਿਰਪਾਨ ਦੀ ਗੱਲ ਕੀਤੀ, ਉੱਥੇ ਸਿੱਖ ਪੜ ਕੇ ਹੋਣਗੇ। ਨਹੀਂ ਇਦਾਂ ਹੀ ਆ ਜੀ, ਉਹਦੇ ਵਿੱਚ ਜਿੱਦਾਂ ਆਪਣੇ ਦੁੱਧ ਦੇ ਨਾਲ ਧੋਣ ਵਾਸਤੇ, ਮੂਤਰ ਪੀਣ ਵਾਸਤੇ, ਹੋਰ ਜਿੰਨੀ ਵੀ ਮਨੌਤਾਂ ਹੈਗੀਆਂ, ਜਿਹੜੇ ਗਲਤ ਕੰਮ ਹੈਗੇ ਆ, ਕਰਮ ਕਾਂਡ ਜਿਹੜੇ ਹੈਗੇ, ਉਹਨਾਂ ਸਾਰਿਆਂ ਨੂੰ ਜਿੱਦਾਂ ਕਾਂਡਮ ਕੀਤਾ ਤਾਂ ਜਿਨ੍ਹਾਂ ਦੇ ਲਾਗੂ ਹੁੰਦੇ ਆ ਉਹ ਫਿਰ ਭੜਕਦੇ ਆ। ਹਾਂਜੀ, ਵਿੱਚੇ ਆਪਣੇ ਕ੍ਰਿਸਚੀਅਨਿਟੀ ਵਾਲੇ ਵੀ ਉਹਨਾਂ ਤੇ ਵੀ ਟੰਕਣ ਹੈਗਾ ਤੇ ਉਹ ਵੀ ਭੜਕੇ ਆ। ਸੋ ਚਲੋ ਜੀ, ਸਾਡੇ ਨਾਲ ਗੁਰਮੁਖ ਸਿੰਘ ਜੀ ਹੈ ਜੀ, ਤੁਸੀਂ ਕੁਝ ਸੁਣਾਓਗੇ? ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਮੋਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਮੈਂ ਵੀ ਨਾਲ ਦੀ ਨਾਲ ਨੋਟ ਕਰਦਾ ਰਹਿਣਾ, ਤਾਂ ਕੁਐਸਚਨ ਵੀ ਬਹੁਤ ਆ, ਪਰ ਮੈਂ ਦੋ ਛੋਟੇ ਜਿਹੇ ਕਰੂੰਗਾ। ਪਹਿਲਾਂ ਤਾਂ ਜਿਹੜੀ ਤੁਸੀਂ ਅਖੀਰ ਤੇ ਕੀਤੀ ਹੈ, ਜਿਹੜੀ ਬੱਚਿਆਂ ਦੀ ਗੱਲ ਆ, ਹਾਂਜੀ, ਬੱਚਿਆਂ ਨੂੰ ਆਪਾਂ ਕਿੱਦਾਂ, ਹਾਂਜੀ ਤੁਸੀਂ ਗੱਲ ਕੀਤੀ ਹੈ ਵੀ 1 ਤੋਂ 5 ਸਾਲ ਤਾਈਂ ਇੱਕ ਸਿਸਟਮ ਦੇ ਨਾਲ, ਹੋਰ ਸਿਸਟਮ ਦੇ ਨਾਲ ਜਿਹੜੇ ਬੜੇ ਆ, ਹਾਂਜੀ, ਇਹਦੇ ਬਾਰੇ ਵੀ ਸਾਨੂੰ ਵਿਚਾਰ ਬਹੁਤ ਡੂੰਘੀ ਕਰਨੀ ਪਊਗੀ ਤੇ ਫਿਰ ਕੋਈ ਨਾ ਕੋਈ ਹੋਊਗਾ। ਬਿਲਕੁਲ। ਪਰ ਜਿਹੜੀ ਤੁਸੀਂ ਪਹਿਲਾਂ ਦੋ ਗੱਲਾਂ ਦੇਖੋ ਜੀ, ਇਹਦੇ ਵਿੱਚ ਜੇ ਆਪਾਂ ਬੜੇ ਸਟੈਪ ਲੈਂਦੇ ਆ ਤਾਂ ਸਾਨੂੰ ਪ੍ਰੋਬਲਮ ਪੈਂਦੀ ਆ। ਆਪਾਂ ਛੋਟੇ ਪਹਿਲਾਂ ਸਟੈਪ ਲਈਏ, ਹਾਂਜੀ, ਤਾਂ ਉਹਦੇ ਵਿੱਚ ਤੁਸੀਂ ਇੱਕ ਗੱਲ ਕੀਤੀ ਸੀ ਜਿਹੜੀ ਮੈਂ ਤਾਂ ਸਮਝ ਛੋਟੀ ਗੱਲ ਆ ਵੀ ਜਿਹੜੀ ਭੋਗ ਲਾਉਣ ਦੀ ਸੀ, ਹਾਂਜੀ, ਵੀ ਆਪਾਂ ਦੇਖ ਲਓ ਭੋਗ ਲਾਉਣੇ ਆ, ਹਾਂਜੀ, ਜਿਹੜੇ ਲੰਗਰ ਨੂੰ, ਤੇ ਮੇਰੀ ਸਮਝ ਵਿੱਚ ਤਾਂ ਇਹੀ ਆਇਆ ਵੀ ਜਿਹੜਾ ਆਪਾਂ ਲੰਗਰ ਵਰਤਾਉਣੇ ਆ, ਲੰਗਰ ਬਣਾਉਣੇ ਆ, ਦਿਹਾੜੀ ਚ ਆਪਾਂ 2 ਵਾਰੀ ਪ੍ਰਸ਼ਾਦੇ, ਦਾਲਾਂ, ਬੀਬੀਆਂ ਦਾਲਾਂ ਸਬਜ਼ੀਆਂ ਤਿਆਰ ਕਰਦੀਆਂ, ਜਲੇਬੀਆਂ, ਮੈਨੂੰ ਸਭ ਕੁਛ ਹੁੰਦਾ। ਜਿੱਦਾਂ ਤੁਸੀਂ ਦੱਸਿਆ ਵੀ ਸਾਨੂੰ ਉਹਨਾਂ ਤੇ ਭੋਗ ਲਾਉਣ ਦਾ ਕੋਈ ਬੈਨੀਫਿਟ ਨਹੀਂ, ਕੋਈ ਫਾਇਦਾ ਨਹੀਂ, ਕੋਈ ਲੋੜ ਨਹੀਂ। ਹਾਂਜੀ, ਰਹਿਤ ਮੇਰਾ ਦੇ ਵਿੱਚ ਨਹੀਂ ਲਿਖਿਆ, ਮੈਂ ਉਹਦੇ ਬੇਸ ਤੇ ਕਹਿ ਰਿਹਾ। ਹਾਂਜੀ, ਤਾਂ ਜੇ ਆਪਾਂ ਛੋਟੇ ਸਟੈਪ ਲੈਣੇ ਆ, ਤਾਂ ਮੈਂ ਜਿੰਨੀਆਂ ਵੀ ਆਪਣੇ ਹੁਣ ਸੰਗਤ ਨਾਲ ਜੁੜੀਆਂ ਆ ਕਰਕੇ, ਕਾਫੀ ਕਮੇਟੀ ਦੇ ਵਿੱਚੋਂ ਵੀ, ਸਾਡੇ ਬੋਲੀ ਸੰਗਤ ਚੋਂ ਵੀ, ਹਾਂਜੀ, ਕਰਕੇ ਮੈਂ ਤਾਂ ਤੁਹਾਡੇ ਨਾਲ ਐਗਰੀ ਕਰਦਾ ਜੀ, ਮੈਂ ਤਾਂ ਇਹਨਾਂ ਸਹਿਮਤ ਆ, ਹਾਂਜੀ। ਪਰ ਜੇ ਕੋਈ ਵੀ ਇਹ ਕਹਿੰਦਾ ਵੀ ਨਹੀਂ ਜੀ ਸਾਨੂੰ ਭੋਗ ਲਾਉਣਾ ਚਾਹੀਦਾ, ਤਾਂ ਉਹ ਵੀ ਆਪਣੇ ਜ਼ਰੂਰ ਆਪਣੀ ਓਪੀਨੀਅਨ ਸ਼ੇਅਰ ਕਰਨ। ਨਹੀਂ ਤਾਂ ਜਦੋਂ ਆਪਾਂ ਮੁੜ ਕੇ ਗੁਰਦੁਆਰਾ ਖੋਲਣਾ ਤਾਂ ਆਪਾਂ ਜਿਹੜੇ ਛੋਟੇ ਸਟੈਪ ਹੈਗੇ ਆ, ਇਹਨਾਂ ਚੋਂ ਕੋਈ ਨਾ ਕੋਈ ਲਈਏ, ਨਹੀਂ ਤਾਂ ਆਪਾਂ ਉੱਥੇ ਹੀ ਅਟਕੇ ਰਹਿਣਾ ਇਸ ਗੱਲਾਂ ਸੁਣ ਕੇ। ਹਾਂਜੀ, ਦੇਖੋ ਜੀ, ਇਹ ਚ ਗੁੱਸਾ ਕਿਸੇ ਨਾਲ ਨਹੀਂ, ਜੇ ਕਿਸੇ ਦਾ ਓਪੀਨੀਅਨ ਹੈਗਾ ਆ ਵੀ ਭੋਗ ਲਾਉਣਾ ਚਾਹੀਦਾ, ਜੇ ਹੋਰ ਜ਼ਰੂਰ ਗੱਲ ਕਰਨ, ਜਿਹੜੀ ਆਪਾਂ ਸਾਰੇ ਸਾਂਝੀ ਗੱਲ ਕਰਕੇ ਤਾਂ ਇਹ ਗਾਹਾਂ ਵਾਸਤੇ ਥੋੜਾ ਜਿਹਾ, ਹਾਂਜੀ, ਜਿਹੜੇ ਛੋਟੇ ਸਟੈਪ ਲੈ ਜਾਣ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਿਲ ਕੇ ਲੈ ਜਾਣ, ਵਿਰੋਧਤਾ ਨਾ ਹੋਵੇ ਔਰ ਪਿਆਰ ਦੇ ਨਾਲ, ਮਤਲਬ ਜਿਹੜਾ ਕਿ ਵਿਵਾਦ ਨਾ ਬਣੇ, ਉਹ ਸਾਰੇ ਮਿਲ ਕੇ, ਜੇ ਇਸ ਚੀਜ਼ ਦਾ ਸਾਨੂੰ ਪਤਾ ਲੱਗ ਗਿਆ, ਮੰਨ ਲਓ ਸੱਚਾਈ ਦਾ, ਤਾਂ ਸਾਨੂੰ ਸਾਰਿਆਂ ਨੂੰ ਉਸ ਪਾਸੇ ਸਾਥ ਦੇਣਾ ਚਾਹੀਦਾ। ਗੱਲ ਤੁਹਾਡੀ ਠੀਕ ਹੈ, ਬਸ ਮੈਂ ਇਹੀ ਗੱਲ ਕਰਨੀ ਸੀ। ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਿਲਕੁਲ ਸਹੀ ਗੱਲ ਹੈ ਜੀ, ਛੋਟੇ ਸਟੈਪ ਲੈਣੇ ਚਾਹੀਦੇ ਆ। ਔਰ ਆ ਜਿਹੜਾ ਸਾਡਾ ਪਲੇਟਫਾਰਮ ਹੈਗਾ, ਗੁਰਦੁਆਰੇ ਖੋਲਣ ਤੋਂ ਪਹਿਲਾਂ ਸਾਡੇ ਕੋਲ ਆ ਜਿਹੜਾ ਪਲੇਟਫਾਰਮ ਹੈਗਾ, ਇਹਦੇ ਵਿੱਚ ਆਪਣੀ ਓਪੀਨੀਅਨ, ਇਹਨਾਂ ਜਿਹੜੇ ਕਰਮਕਾਂਡ ਜਾਂ ਜੋ ਵੀ ਹੈਗੇ ਆ, ਉਹਨਾਂ ਨੂੰ ਥੋੜਾ ਤੋੜਨ ਵਾਸਤੇ ਜੇ ਛੋਟਾ ਕੋਈ ਸਟੈਪ ਲੈਣਾ ਪਵਾਂ, ਇਹ ਹੋਵੇ ਕਿ ਭੋਗ ਇੱਕ ਵਾਰੀ ਲਵਾ ਦਿਓ, ਜਾਂ ਜਿੱਦਾਂ ਵੀ ਜਿਹੜੇ ਵੀ ਆਪਾਂ ਡਿਸੀਜਨ ਕਰਾਂਗੇ, ਪਰ ਉਹਦੇ ਬਾਰੇ ਡਿਸਕਸ ਕਰ ਲਓ ਪਹਿਲਾਂ ਇੱਥੇ, ਤੇ ਸਾਰਿਆਂ ਦੀ ਸਹਿਮਤੀ ਦੇ ਨਾਲ ਫਿਰ ਉਹ ਅਗਲਾ ਸਟੈਪ ਲੈ ਲਈਏ, ਤਾਂ ਕਿ ਪਹਿਲਾਂ ਜਿਹੜਾ ਆ ਉਹ ਤੁਸੀਂ ਚੇਂਜ ਕਰ ਸਕੋ, ਪਰ ਸਹਿਮਤੀ ਦੇ ਨਾਲ ਸਾਰਿਆਂ ਦੇ ਵਿਚਾਰ ਕਰੋ ਇਸ ਪਲੇਟਫਾਰਮ ਤੇ। ਹਾਂਜੀ, ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ ਜੀ, ਇਸ ਕਰਕੇ ਮੈਂ ਸਾਰਿਆਂ, ਹਾਂਜੀ ਤੁਸੀਂ। ਮੈਂ ਇਹ ਕਹਿੰਨੀ ਆ ਵੀਰ ਜੀ, ਅਗਰ ਇਹੀ ਜਿਹੜੀ ਕਥਾ ਆ, ਇਹੀ ਜਿਹੜੇ ਕਰਮ ਕਾਂਡ ਅਸੀਂ ਕਰਦੇ ਆ, ਜੇ ਆਪਾਂ ਸਟੇਜ ਦੇ ਉੱਤੇ ਦੱਸੀਏ ਤੇ ਫਿਰ ਸਾਰਿਆਂ ਨੂੰ ਸਮਝ ਆ ਜਾਊਗੀ। ਹਾਂਜੀ, ਸਟੇਜ ਤੇ ਦੇਖੋ, ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਤਾਂ ਸਟੇਜ ਤੇ ਬੋਲਣਾ, ਮੈਂ ਇੱਥੇ ਨਾ ਅਮਰੀਕਾ ਸੀ, ਤੇ ਉੱਥੇ ਪ੍ਰਬੰਧਕ ਵੀਰਾਂ ਨੇ ਮਤਲਬ ਇੱਕ ਹਫ਼ਤੇ ਦੀ ਨਾ ਕਲਾਸ ਉੱਥੇ 15 ਦਿਨ ਦੀ ਰੱਖੀ ਸੀ ਬੱਚਿਆਂ ਵਾਸਤੇ, ਖਾਸ ਕਰਕੇ, ਤੇ ਫੈਮਿਲੀ ਰਿਲੇਸ਼ਨਸ਼ਿਪ ਬਾਰੇ। ਫਿਰ ਉੱਥੇ ਵਿਚਾਰ ਹੁੰਦੀ ਸੀ, ਜਦੋਂ ਇਹ ਗੱਲ ਹੋਈ ਆ ਭੋਗ ਵਾਲੀ, ਤੇ ਉਹਨਾਂ ਦੀ ਗੱਲ ਸਮਝ ਪੈ ਗਈ, ਤੇ ਉਹਨਾਂ ਨੇ ਬੰਦ ਕਰ ਦਿੱਤਾ ਸੀ। ਬਿਲਕੁਲ, ਸਟੇਜ ਤੇ ਬੋਲਾਂਗੇ, ਸਾਰੀ ਸੰਗਤ ਸੁਣੇਗੀ, ਫਿਰ ਆਪੇ ਸਮਝੇਗੀ। ਨਹੀਂ, ਸਟੇਜ ਤੇ ਮੈਂ ਤਾਂ ਬੋਲਦਾ ਹਾਂ ਜਿੱਥੇ ਜਾਵਾਂ, ਕਰੀਬ ਬੋਲੀ ਦਾ ਹਰ ਓਪਨ ਕਹਿੰਦੀ ਆ ਕਿ ਇਹੋ ਜਿਹਾ ਸਮਾਂ ਸਾਡੇ ਲੈਕਚਰ ਜ਼ਿਆਦਾ ਹੋਣੇ ਚਾਹੀਦੇ ਆ। ਹਾਂਜੀ, ਮੈਂ ਤਾਂ ਜਿੱਥੇ ਜਾਈਦਾ ਕਰੀਬ ਬੋਲੀ ਦਾ। ਥੈਂਕ ਯੂ ਜੀ, ਥੈਂਕ ਯੂ ਜੀ। ਸਤਿੰਦਰ ਸਿੰਘ, ਤੁਸੀਂ ਅਨਮਿਊਟ ਹੋਏ ਆ, ਤੁਸੀਂ ਕੁਝ ਕਹਿਣਾ? ਹਾਂਜੀ, ਮੈਂ ਐਕਚੁਅਲੀ ਕੁਝ ਸ਼ੇਅਰ ਕਰਨਾ ਸੀਗਾ। ਅਸੀਂ ਲੋਕ ਨਾ ਇੱਧਰ ਐਵਰੀ ਸੈਟਰਡੇ ਨੂੰ ਬੱਚਿਆਂ ਦਾ ਦੀਵਾਨ ਰੱਖਦੇ ਸੀਗੇ, ਜਿਹਦੇ ਚ ਅਸੀਂ ਲੋਕ ਜਿਹੜੇ ਬੱਚੇ ਹੁੰਦੇ ਸਨ ਨਾ, ਉਹਨਾਂ ਕੋਲੋਂ ਹੀ ਲੰਗਰ ਪਕਵਾਉਂਦੇ ਸੀ, ਉਹਨਾਂ ਕੋਲੋਂ ਹੀ ਦੀਵਾਨ
ਦੀ ਸਾਰੀ ਸੇਵਾ ਕਰਦੇ ਸੀਗੇ। ਉਹ ਸ਼ਾਮ ਦਾ ਰਹਿਰਾਸ ਸਾਹਿਬ ਦਾ ਪਾਠ ਕਰਦੇ ਸਨ, ਉਸ ਤੋਂ ਬਾਅਦ ਕੀਰਤਨ, ਸ਼ਬਦ ਵਿਚਾਰ ਅਸੀਂ ਉਹਨਾਂ ਨੂੰ ਦੇ ਦਿੰਦੇ ਸੀਗੇ। ਤੇ ਫਿਰ ਗਿਫਟ ਦੇ ਤੌਰ ਤੇ ਮੈਂ ਕਦੋਂ ਉਹਨਾਂ ਨੂੰ ਬੈਗਸ ਲਿਆ ਦਿੰਦਾ ਸੀ, ਕਦੋਂ ਪੈਨਸ ਲਿਆ ਦਿੰਦਾ ਸੀ। ਇਸ ਤਰ੍ਹਾਂ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਨਾ ਲਿਓਰ ਕਰਦੇ ਸੀਗੇ। ਤੇ ਜਦ ਉਹ ਆਉਂਦੇ ਸਨ ਤਾਂ ਉਹਨਾਂ ਦੇ ਪੇਰੈਂਟਸ ਵੀ ਆਉਂਦੇ ਸਨ, ਤੇ ਨਾਲ ਨਾਲ ਥੋੜਾ ਥੋੜਾ ਅਸੀਂ ਸ਼ਬਦ ਵਿਚਾਰ ਵੀ ਕਰਦੇ ਰਹੇ ਤੇ ਨਾਲ ਬੱਚਿਆਂ ਨੂੰ ਵੀ ਇਨਵੋਲਵ ਕਰ ਲਿਆ। ਤੇ ਇੱਕ ਇਸ ਤਰ੍ਹਾਂ ਮਾਹੌਲ ਬਣ ਗਿਆ ਸੀਗਾ ਗੁਰਦੁਆਰੇ ਦਾ ਕਿ ਸਭ ਬਹੁਤ ਅੱਛੀ ਤਰ੍ਹਾਂ ਪੂਰਾ ਮਤਲਬ ਗੁਰਮਤ ਦੇ ਹਿਸਾਬ ਨਾਲ ਹੋਣਾ ਸ਼ੁਰੂ ਹੋ ਗਿਆ। ਫਿਰ ਥੱਲੇ ਜਦ ਲੰਗਰ ਪਕਾਉਂਦੇ ਸਨ ਤੇ ਬੱਚੇ ਨਾਲ ਇਨਵੋਲਵ ਹੋ ਰਹੇ ਸਨ, ਇਹ ਆਪਣਾ ਸਬਜ਼ੀ ਕੱਟਣੀ ਜਾਂ ਆਟਾ ਗੁੰਨਣਾ ਜਾਂ ਜੋ ਵੀ ਕੁਝ ਕਰਨਾ, ਤੇ ਉਹਦੇ ਨਾਲ ਕੀਰਤਨ ਲੱਗਿਆ ਰਹਿੰਦਾ ਸੀਗਾ ਤੇ ਬੱਚਿਆਂ ਦਾ ਧਿਆਨ ਇੱਧਰ ਉੱਧਰ ਭਟਕਦਾ ਨਹੀਂ ਸੀ। ਤੇ ਅਸੀਂ ਲੋਕ ਇਹ ਕਰਨਾ ਸ਼ੁਰੂ ਕੀਤਾ ਸੀਗਾ ਕਿ ਕਿਸ ਤਰ੍ਹਾਂ ਭਾਈ ਸਾਹਿਬ ਬੋਲਦੇ ਸਨ ਵੀ ਬੱਚਿਆਂ ਨੂੰ ਕਿਸ ਤਰ੍ਹਾਂ ਇਨਵੋਲਵ ਕਰੀਏ। ਤੇ ਇਸ ਤਰ੍ਹਾਂ ਕਰਕੇ ਉਹ ਬੱਚੇ ਇਨਵੋਲਵ ਹੋਏ ਤੇ ਫੈਮਿਲੀਜ਼ ਇਨਵੋਲਵ ਹੋਣੀਆਂ ਸ਼ੁਰੂ ਹੋ ਗਈਆਂ। ਪਹਿਲੇ ਕਹਿੰਦੇ ਸਨ ਸਰ ਜੇ ਅਗਰ ਤੁਸੀਂ ਗਾਂ ਨੂੰ ਤੋੜਨਾ ਤਾਂ ਗਾਂ ਨੂੰ ਖਿੱਚੋਗੇ ਤਾਂ ਨਹੀਂ ਚਲੇਗੀ, ਅਗਰ ਬਚੜੇ ਨੂੰ ਖਿੱਚੋਗੇ ਤਾਂ ਗਾਂ ਪਿੱਛੇ ਪਿੱਛੇ ਆਣੀ ਸ਼ੁਰੂ ਹੋ ਜਾਏਗੀ। ਤੇ ਆਮ ਸੌਰੀ ਮੈਂ ਐਗਜ਼ਾਮਪਲ ਲੈ ਰਿਹਾ। ਨਹੀਂ ਠੀਕ ਠੀਕ, ਬਹੁਤ ਵਧੀਆ। ਅਸਲ 'ਚ ਨਾ ਆਪਾਂ ਜਿਵੇਂ ਹੁਣ ਆਸਕਤੀਵਾਦ ਦੀ ਵਿਚਾਰ ਕਰ ਰਹੇ ਹਾਂ ਔਰ ਤੁਸੀਂ ਸਾਰੇ ਬੜੇ ਪਿਆਰ ਦੇ ਨਾਲ ਸੁਣ ਰਹੇ ਹੋ, ਤੇ ਮੇਰੇ ਖਿਆਲ ਦੇ ਅੰਦਰ ਜਦੋਂ ਤੱਕ ਅਸੀਂ ਸਾਰੀ ਆਸਾ ਦੀ ਵਾਰ ਮੁਕੰਮਲ ਕਰਾਂਗੇ ਉਦੋਂ ਤੱਕ ਸਾਡੇ ਸਾਰੇ ਜਿਹੜੇ ਵਿਚਾਰ ਪੁਰਾਤਨ ਨੇ ਉਹ ਕਲੀਅਰ ਹੋ ਕੇ ਇੱਕ ਨਵੇਂ ਵਿਚਾਰਧਾਰਾ ਸਾਡੇ ਕੋਲ ਆ ਜਾਏਗੀ। ਹੈਲੋ, ਥੈਂਕ ਯੂ ਜੀ। ਮਿਹਰਬਾਨੀ ਸਤਿੰਦਰ ਸਿੰਘ ਜੀ। ਤੇ ਸਾਡੇ ਨਾਲ ਦਵਿੰਦਰ ਕੌਰ ਸਾਡੀ ਘਰ ਵਾਲੀ ਵੀ ਕੁਝ ਕਹਿਣਾ ਚਾਹੁੰਦੀ ਮੈਨੂੰ ਲੱਗਦਾ ਜੀ। ਹਾਂ, ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਉਹਦਾ ਤਾਂ ਭੋਗ ਦੇ ਬਾਰੇ ਤਾਂ ਗੱਲ ਹੋ ਗਈ ਆ, ਪਰ ਭੋਗ ਜਿਹੜਾ ਆਪਾਂ ਲਿਜਾ ਕੇ ਥਾਲੀ ਸਜਾ ਕੇ ਤੇ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਉੱਥੇ ਮਤਲਬ ਮਹਾਰਾਜ ਦੇ ਦਰਬਾਰ ਦੇ ਵਿੱਚ ਰੱਖਦੇ ਆ ਜੀ। ਜ਼ਰੂਰੀ ਆ ਕਿ ਜਿਹੜੀ ਥਾਲੀ ਸਜਾਉਣੀ ਪੈਂਦੀ ਆ ਤੇ ਇਹ ਉੱਧਰ ਲਿਜਾਣੀ ਚਾਹੀਦੀ ਆ ਜੀ? ਨਹੀਂ, ਉਹੀ ਗੱਲ ਕਰ ਰਿਹਾ ਕਿ ਮੈਂ ਜਿਹੜੀ ਮਤਲਬ ਨਾ ਸਿੱਖ ਰਹਿਤ ਮਰਿਆਦਾ ਦੇ ਬੇਸ ਤੇ ਜੋ ਅਕਾਲ ਤਖਤ ਦੀ ਮਰਿਆਦਾ ਹੈ ਨਾ, ਉਹਦੇ ਵਿੱਚ ਥਾਲੀ ਸਜਾ ਕੇ ਲਿਜਾਣਾ ਇਹ ਲਿਖਿਆ ਹੀ ਨਹੀਂ ਕਿਤੇ, ਸਿਰਫ ਕੜਾ ਪ੍ਰਸ਼ਾਦੀ ਦੇਗ ਦੀ ਅਰਦਾਸ ਲਿਖੀ ਹੈ। ਜਿਹੜੀਆਂ ਥਾਲੀਆਂ ਵਗੈਰਾ ਸਤੰਦ ਨੇ ਬਾਬਿਆਂ ਦੇ ਡੇਰਿਆਂ ਤੋਂ ਆਇਆ। ਮੇਰੇ ਖਿਆਲ ਦੇ ਵਿੱਚ ਜਦੋਂ ਰਹਿਤ ਮਰਿਆਦਾ ਮੁਤਾਬਕ ਜਦੋਂ ਲੰਗਰ ਤਿਆਰ ਹੋ ਜਾਏ ਤਾਂ ਉਦੋਂ ਵਰਤਾਉਣਾ ਸ਼ੁਰੂ ਕਰ ਦੋ ਬਸ ਜੀ। ਮੈਂ ਇਹ ਗੱਲ ਇੱਕ ਵਾਰੀ ਉੱਥੇ ਕੀਤੀ ਵੀ ਸੀ ਕਿਉਂਕਿ ਸਿੱਖੀ ਕੈਂਪ ਲੱਗਿਆ ਸੀਗਾ, ਆਈ ਥਿੰਕ ਨੋਟ ਲਾਸਟ ਈਅਰ, ਦੀ ਈਅਰ ਬਿਫੋਰ ਲਾਸਟ, ਤੇ ਉਦੋਂ ਉਹ ਲੜਕਾ ਕਿਉਂਕਿ ਉਹ ਤਾਂ ਫਿਰ ਹੁਣ ਹੈਗੇ ਆ ਮਤਲਬ ਬਿਲਕੁਲ ਨਾਨਕਸਰ ਵਾਲਿਆਂ ਦੇ ਮਤਲਬ ਕਹਿ ਲਓ ਫੋਲੋਅਰਸ ਹੈਗੇ ਆ ਉਹ ਸਾਰੇ ਹੀ। ਮੈਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਆਂਟੀ ਤੁਸੀਂ ਭੋਗ ਲਵਾਤਾ ਉੱਧਰ, ਤੇ ਮੈਨੂੰ ਪਤਾ ਤਾਂ ਸੀ ਕਿ ਉਹ ਬਾਬਾ ਨਾਨਕ ਸਿੰਘ ਉਹਦੇ ਆਨੰਦ ਸਿੰਘ ਉਹਨਾਂ ਦੇ ਫੋਲੋਅਰਸ ਹੈਗੇ ਆ। ਮੈਂ ਉਹਨੂੰ ਕਿਹਾ ਵੀ ਬੇਟਾ ਉੱਧਰ ਲਿਜਾਣਾ ਜ਼ਰੂਰੀ ਆ ਕਿ ਜੇ ਕਹਿੰਦਾ ਹਾਂ ਉੱਧਰ ਜ਼ਿਆਦਾ ਪਵਿੱਤਰਤਾ ਹੁੰਦੀ। ਮੈਂ ਕਿਹਾ ਵੀ ਫਿਰ ਇਹਦਾ ਮਤਲਬ ਆ ਵੀ ਪਰਮਾਤਮਾ ਸਿਰਫ ਦਰਬਾਰ ਦੇ ਵਿੱਚ ਹੀ ਆ ਤੇ ਕਿਚਨ ਵਿੱਚ ਹੈ ਨਹੀਂ। ਹਾਂ, ਅਸਲ ਦੇ ਵਿੱਚ ਗੱਲ ਪਤਾ ਭੈਣ ਕੀ ਵੀ ਰੱਬ ਜਿਹੜਾ ਨਾ ਉਹ ਇਹਨਾਂ ਚੀਜ਼ਾਂ ਨੂੰ ਖਾਂਦਾ ਹੀ ਨਹੀਂ ਹੈਗਾ। ਰੱਬ ਜੋ ਸਾਡੇ ਅੰਦਰ ਬੈਠ ਕੇ ਸਾਰਾ ਖਾ ਰਿਹਾ। ਦੇਖੋ ਭਗਤ ਨਾਮਦੇਵ ਦਾ ਕਿੰਨਾ ਪਿਆਰਾ ਸ਼ਬਦ ਹੈ, ਸਾਰੇ ਸਿੱਖ ਰੋਜ਼ ਪੜ੍ਹਦੇ ਨੇ। आने ले दूध रिंधाई ले हीरन ठाकुर को नैवेद करो, पहले दूध बिचार्यो बछरे बीठल पहला काय करो। आनी ले गागर पराई ले उदक ठाकुर को स्नान करो, 42 लाख जी जल में होते बीठल पहला काय करो। आनी ले फूल परोई ले माला ठाकुर की हो पूज करो, पहले बास ली है पवरे बीठल पहला काय करो। यानी मैं खीर बना के लियावां ते दुध ते पहला वच्छा चुंग चुका है ਤੇ ਬੱਚੇ ਦੇ ਵਿੱਚ ਰੱਬ ਹੈ ਸੀ, ਉਹ ਦੁੱਧ ਪੀ ਚੁੱਕਾ ਹੈ। ਮੈਂ ਪਾਣੀ ਨਾਲ ਰੱਬ ਨੂੰ ਇਸ਼ਨਾਨ ਕਰਾਵਾਂ, ਪਾਣੀ ਪਵਿੱਤਰ 42 ਲੱਖ ਜੀ ਉਹਦੇ ਵਿੱਚ ਤੁਹਾਨੂੰ ਵੰਗਾਰ ਚੁੱਕੇ ਨੇ। ਯਾਨੀ ਕਹਿਣ ਤੋਂ ਭਾਵ ਕਿ ਇਹ ਚੀਜ਼ਾਂ ਨਾ ਕਿੰਨੇ ਸੁੰਦਰ ਢੰਗ ਦੇ ਨਾਲ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ, ਪਰ ਅਸੀਂ ਉਹੀ ਗੱਲ ਨਾ ਵੇਖਾ ਵਿਖਾਈ ਇਹ ਚੀਜ਼ਾਂ ਸਾਡੇ ਵਿੱਚ ਸ਼ੁਰੂ ਹੋ ਗਈਆਂ। ਤਾਂ ਇਹ ਕੋਈ ਵੀ ਸਟੈਪ ਲੈਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲਓ। ਜਦੋਂ ਸਾਡੀਆਂ ਕਲੀਅਰ ਹੋ ਜਾਣ, ਸਾਨੂੰ ਸਮਝ ਆ ਜਾਏ ਨਾ ਪੂਰੀ ਤੌਰ ਤੇ ਕਿ ਵਾਸਤਵ ਦੇ ਵਿੱਚ ਇਹਨਾਂ ਦਾ ਕੋਈ ਲਾਭ ਨਹੀਂ, ਤਾਂ ਉਸ ਤੋਂ ਬਾਅਦ ਕੋਈ ਇਹੋ ਜਿਹੇ ਛੋਟੇ ਸਟੈਪ ਲਓਗੇ, ਬੱਚਿਆਂ ਨੂੰ ਸਮਝਾਓਗੇ, ਤਾਂ ਹੀ ਇਹ ਬੱਚਿਆਂ ਤੱਕ ਗੱਲਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਣਗੀਆਂ। ਨਹੀਂ ਅਸੀਂ ਕਰਮ ਕਾਂਡਾਂ ਵਿੱਚ ਫਸੇ ਰਵਾਂਗੇ। ਧੰਨਵਾਦ ਮੇਰੀ ਭੈਣ। ਥੈਂਕ ਯੂ ਜੀ। ਥੈਂਕ ਯੂ ਜੀ। ਇਹ ਜਿਹੜੀਆਂ ਮਨੌਤਾਂ ਹੈਗੀਆਂ ਜੀ ਸਾਡੀਆਂ ਕਾਫੀ ਚਿਰ ਤੋਂ ਚੱਲੀਆਂ ਆਉਂਦੀਆਂ, ਇਸ ਕਰਕੇ ਇਹਨਾਂ ਦੇ ਕਦੀ ਵਿਚਾਰ ਹੋਈ ਨਹੀਂ ਤੇ ਹੁਣ ਵਿਚਾਰ ਹੁੰਦੀ ਹੈ ਤੇ ਬਹੁਤ ਵਧੀਆ ਜੀ, ਤਾਂ ਕਿ ਸਾਰਿਆਂ ਦੇ ਵਿਚਾਰਾਂ ਦਾ ਪਤਾ ਲੱਗ ਸਕਦਾ। ਤਾਂ ਉਹ ਇਹਨਾਂ ਦੇ ਵਿੱਚੋਂ ਨਿਕਲ ਕੇ ਆਪਾਂ ਗਾਹਾਂ ਜਿਹੜਾ ਸਟੈਪ ਲੈਣਾ। ਪ੍ਰਧਾਨ ਜੀ ਅਨਮਿਊਟ ਨੇ। ਮੈਂ ਹੁਣ ਦੇਖਿਆ ਜੀ, ਮੈਂ ਉੱਤੇ ਦੇਖਿਆ ਜੀ, ਮੈਂ ਉਹਨਾਂ ਦੇ ਕੋਲੇ ਆਉਣ ਲੱਗਾ
ਤੇ ਪ੍ਰਧਾਨ ਜੀ ਤੁਸੀਂ ਵੀ ਅਨਮਿਊਟ ਹੈ, ਤੁਸੀਂ ਆ ਜਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹ ਗੱਲ ਸੋਚ ਰਿਹਾ ਸੀ ਕਿ ਮੈਨੂੰ ਤਾਂ ਇਹ ਆ ਵੀ ਹੁਣ ਭੋਗ ਪਾਉਣ ਵਾਲੀ ਗੱਲ ਹੋ ਗਿਆ ਭੋਗ ਦੇ ਸ਼ਬਦ ਹੀ ਹੁਣ ਤੇ ਮੈਨੂੰ ਪੜ੍ਹਨੇ ਪੈਣਗੇ ਕਿਉਂ ਟਾਈਮ ਵੀ ਉਹਨਾਂ ਕੀ ਹੈ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ ਥੋੜੇ ਸਮੇਂ ਦੇ ਵਿੱਚ, ਕਿਉਂਕਿ ਕੱਲ ਵੇਸ ਸਾਹਿਬ ਵੀ ਕਹਿੰਦੇ ਸੀ ਕਿ ਬਹੁਤ ਟਾਈਮ ਨਾ ਲਿਆ ਕਰੋ, ਕਿ ਇਹ ਆ ਵੀ ਪਹਿਲਾਂ ਅੱਜ ਤੱਕ ਜਾਂ ਗੁਰੂ ਨਾਨਕ ਦੇ ਆਉਣ ਦੇ ਸਮੇਂ ਤੱਕ ਸਾਡੇ ਕੋਲ ਹੋਰ ਕੋਈ ਜਿਹੜੇ ਪਹਿਲੇ ਵਿਚਾਰ ਚੱਲ ਰਹੇ ਸੀ ਦੁਨੀਆ ਦੇ ਵਿੱਚ, ਜਿੱਦਾਂ ਚਾਹੇ ਲੈ ਲਓ ਮੁਸਲਮਾਨ ਮਤ ਲੈ ਲਓ, ਹਿੰਦੂ ਲੈ ਲਓ ਤੇ ਜੋਗੀ ਲੈ ਲਓ, ਜਾਂ ਜਿਹਨਾਂ ਨੇ ਆਪਣੇ ਕਈਆਂ ਨੇ ਆਪਣੇ ਮਤ ਬਣਾਏ ਸੀ, ਉਹਨਾਂ ਦੀਆਂ ਮਰਿਆਦਾ ਆਪਣੀਆਂ ਵੱਖਰੀਆਂ ਸੀ, ਉਹਨਾਂ ਦੇ ਵਿੱਚ ਹੀ ਜੁੜੇ ਸੀਗੇ। ਤੇ ਇਹ ਜਿਹੜੇ ਗੁਰੂ ਨਾਨਕ ਨੇ ਜਦ ਤੋਂ ਆਇਆ, ਇਹਨਾਂ ਨੇ ਗਿਆਨੀ ਉਹਨੇ ਦੱਸਿਆ ਕਿ ਇਹਨਾਂ ਨੇ ਉਹ ਮਤ ਨੂੰ ਬਿਲਕੁਲ ਹੀ ਨਹੀਂ ਅਪਣਾਇਆ, ਨਾ ਇਹਨਾਂ ਨੇ ਜਨੇਊ ਪਾਇਆ, ਨਾ ਇਹਨਾਂ ਨੇ ਜੋਗੀਆਂ ਵਾਲਾ ਕੰਮ ਕੁਛ ਵੀ ਨਹੀਂ ਕੀਤਾ, ਨਾ ਸਮਾਧੀਆਂ ਲਾਈਆਂ। ਤੇ ਗਿਆਨ ਦੀ ਗੱਲ ਹੈ, ਗਿਆਨ ਹੁਣ ਕਿ ਉਸ ਲੋਕਾਂ ਦੇ ਆਲੇ ਦੁਆਲੇ ਸਾਰਾ ਜਿਹੜੇ ਸਿਸਟਮ ਸੀ ਪੁਰਾਣਾ ਮਤਾਂ ਦਾ ਚੱਲ ਰਿਹਾ ਸੀਗਾ, ਉਸੇ ਨੂੰ ਬਣਾਇਆ ਗਿਆ। ਤੇ ਕੋਈ ਇਸ ਮਤ ਨੂੰ ਜਿੰਨਾ ਚਾਹਤੇ ਗੁਰੂ ਨਾਨਕ ਨੇ ਫੈਲਾਇਆ ਆਪ ਖੁਦ, ਤੇ ਲੋਕੀ ਇਹਦੇ ਨਾਲ ਜੁੜੇ ਹੈ। ਤੇ ਹੌਲੀ ਹੌਲੀ ਉਸ ਤੋਂ ਬਾਅਦ ਸਾਡੇ ਕੋਈ ਪ੍ਰਚਾਰਕ ਕੋਈ ਨਹੀਂ ਆਇਆ, ਤੇ ਪ੍ਰਚਾਰਕ ਹੁਣ ਆਪਾਂ ਜਿੱਦਾਂ ਤੁਸੀਂ ਹੁਣ ਸਭ ਕੋ ਵਿਆਖਿਆ ਜੇ 6ਵੇਂ ਪੌੜੀ ਦੀ ਦੱਸੀ ਆ, ਜੇ ਆਪਾਂ ਇਹਦੇ ਮੁਤਾਬਕ ਹੀ ਆਪਾਂ ਚੱਲੀਏ ਠੀਕ ਹੈ ਕਿ ਯੂਨੀਵਰਸਲ ਟਰੁੱਥ ਹੈ, ਇਹਨੂੰ ਫੋਲੋ ਕਰ ਲਈਏ ਤੇ ਫਿਰ ਆਪਾਂ ਟਾਈਮ ਲੱਗੂਗਾ। ਕਿਉਂਕਿ ਜੇ ਕੋਈ ਹੁਣ ਵਾਲੇ ਜਿੰਨੇ ਵੀ ਪ੍ਰਚਾਰਕ ਆ, ਮੇਰਾ ਖਿਆਲ ਨਹੀਂ ਕਿ ਸਾਰੇ ਇਸ ਦੇ ਮੁਤਾਬਕ ਗੁਰਬਾਣੀ ਦੇ ਮੁਤਾਬਕ ਚੱਲਦਾ, ਕੋਈ ਵੀ ਨਹੀਂ ਚੱਲਦਾ। ਤੇ ਬਣ ਕੇ ਆਪਣੇ ਸਿਰਫ ਢਿੱਡ ਦੀ ਖਾਤਰ ਤੇ ਉਹ ਤਾਲ ਵਜਾਉਣ ਵਾਲੀ ਗੱਲ ਹੈ, ਜਿਹੜਾ ਰਾਸਾਂ ਪੈਂਦੀਆਂ ਉਹ ਗੱਲ ਹੈ। ਜੇ ਆਪਾਂ ਕਿ ਸੱਚ ਦਾ ਗਿਆਨ ਗੁਰੂ ਨਾਨਕ ਦਾ ਪੂਰਾ ਸਿਸਟਮ ਜਿਹੜਾ ਬਾਣੀ ਦਾ ਸਿਸਟਮ ਸੀ, ਆਹ 6ਵੀਂ ਪੌੜੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਇਹ ਜਿਹੜੀ ਚੀਜ਼ ਆਪਾਂ ਸੱਚ ਨਾਲ ਜੁੜਾਂਗੇ। ਸੱਚ ਗਿਆਨ ਜਿਹੜਾ ਗੁਰੂ ਹੈ ਉਹ ਗਿਆਨ ਹੈ, ਸ਼ਬਦ ਗੁਰੂ ਤੁਰਤਨ ਚੇਲਾ। ਤੇ ਜੇ ਆਪਾਂ ਇੱਕ ਇੱਕ ਪੌੜੀ ਦਾ ਗਿਆਨ ਜਿਹੜਾ ਆਪਣੀ ਸੁਰਤ ਦੇ ਵਿੱਚ ਬਿਠਾ ਲਾਂਗੇ ਤੇ ਆਪਣੇ ਜਿਹੜੇ ਦੂਜੇ ਵਹਿਮ ਭਰਮ ਹੈ ਆਪਣੇ ਆਪ ਹੀ ਸੱਤ ਪਰਾਂ ਭੱਜ ਜਾਣਗੇ। ਕਿ ਉਹ ਸੱਚਾਈ ਜਿਹੜੀ ਆ ਆਪਾਂ ਹਮੇਸ਼ਾ ਸਾਰਿਆਂ ਦੇ ਮੂੰਹ ਦੇ ਉੱਤੇ ਅਖੀਰ 'ਚ ਸੱਚ ਹੀ ਕਾਮਯਾਬ ਹੁੰਦਾ। ਸੱਚ ਨੂੰ ਜੇ ਆਪਾਂ ਸੱਚ ਦੇ ਹੁਣ ਪਹਿਰਾ ਦੇਣ ਲੱਗ ਪਈਏ ਤੇ ਇਹ ਲਗਾਤਾਰ ਆ ਜਿਹੜੀਆਂ ਹੁਣ ਗਾਂ ਪੌੜੀਆਂ ਐਕਚੁਅਲੀ ਜਿਹੜੀਆਂ ਜਿੱਦਾਂ ਆਪਾਂ ਨੂੰ ਗਿਆਨ ਆਈ ਜਾਊਗਾ ਤੇ ਆਪਾਂ ਜ਼ਰੂਰ ਜਿੰਨੇ ਵੀ ਵਹਿਮ ਭਰਮ ਜਿਹੜੇ ਆ, ਬਾਕੀ ਇਹ ਸੰਸਕਾਰ ਜਿਹੜੇ ਆ ਜਿੱਦਾਂ ਜੰਮਣ ਦਾ ਮਾਰਨ ਦਾ ਖੇਡ ਜਿਹੜੇ ਸੰਸਕਾਰ ਜਿੰਨੇ ਵੀ ਆ ਉਹ ਵੀ ਆਪਣੇ ਸਿੰਪਲ ਬਣ ਜਾਣਗੇ ਤੇ ਗਿਆਨ ਪ੍ਰਧਾਨ ਬਣੇਗਾ। ਤੇ ਹੁਣ ਇਸ ਵੇਲੇ ਗਿਆਨ ਹੈ ਹੀ ਨਹੀਂ ਸਾਡੇ ਕੋਲ ਵਹਿਮ ਭਰਮ ਹੀ ਪ੍ਰਧਾਨ ਬਣੇ ਪੁਰਾਣੇ ਜਿਹੜੇ ਚੱਲੀ ਆ ਰਹੇ ਆ। ਤੇ ਜਦ ਤਾਈਂ ਇਹਨਾਂ ਨੂੰ ਆਪਾਂ ਖੋਲ ਕੇ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਹਨੇ ਵੀ ਗਿਆਨੀ ਆਪਾਂ ਆਉਂਦੇ ਆ ਤੇ ਮੇਰਾ ਖਿਆਲ ਨਹੀਂ ਕਿ ਸਵਾਏ 6 ਛਿੱਕੇ ਲਾਉਣ ਤੋਂ ਸਵਾਏ ਆਸਾ ਦੀ ਵਾਰਗਾਹ ਕੋਈ ਐਕਸਪਲੇਨ ਕਰਦਾ ਹੋਊਗਾ। ਤੇ ਇਹਦੇ ਜਿਹੜੇ ਪੂਰੀ ਐਕਸਪਲੇਨੇਸ਼ਨ ਕਿ ਸਾਡੇ ਦਿਮਾਗਾਂ ਦੇ ਵਿੱਚ ਇੱਕ ਸਾਡੇ ਜੀਵਨ ਦਾ ਅੰਗ ਬਣ ਜਾ ਕੇ ਰੋਜ਼ ਅਸੀਂ ਇਹਦਾ ਹੀ ਰੋਜ਼ ਪਾਠ ਕਰੀ ਚੱਲੀ ਇਹਨਾਂ ਚੀਜ਼ਾਂ ਦਾ ਹੀ, ਤੇ ਅਸੀਂ ਬਹੁਤ ਯੂਨੀਵਰਸਿਟੀ ਉੱਤੇ ਲਾਗੇ ਚੱਲ ਜਾਂਗੇ। ਤੇ ਬਾਕੀ ਦੂਜੀ ਚੀਜ਼ ਜਿਹੜੀ ਆ, ਗਿਆਨੀਆਂ ਨੂੰ ਵੀ ਜਿਹੜੇ ਪ੍ਰਚਾਰਕ ਆਉਂਦੇ ਆ ਤੇ ਜਾਂ ਆਪਣੇ ਅੰਮ੍ਰਿਤਸਰ ਤੋਂ ਜਿਹੜੇ ਪ੍ਰਚਾਰਕ ਪੈਦਾ ਕੀਤੇ ਜਾਂਦੇ ਆ, ਉਹਨਾਂ ਨੂੰ ਵੀ ਇੰਸਟਰਕਸ਼ਨ ਹੋਣੀ ਚਾਹੀਦੀ ਹੈ ਕਿ ਆਹ ਪ੍ਰਚਾਰ ਆਪਾਂ ਕਰਨਾ, ਦੂਜਿਆਂ ਨਹੀਂ ਜਾਣਾ। ਦੂਜੇ ਉਹ ਜਿੰਨੇ ਵੀ ਆਪਣੇ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਅਧੀਨ ਹੈ, ਕੀ ਉੱਥੇ ਇਹ ਸਾਰਾ ਪ੍ਰਚਾਰ ਚੱਲਦਾ? ਜੇ ਚੱਲਦਾ ਤਾਂ ਚੀਜ਼ ਹੁਣ ਤੇ ਆ ਜਾਣੀ ਚਾਹੀਦੀ ਸੀ, ਪਰ ਇਹ ਆ ਵੀ ਇਹ ਪ੍ਰਚਾਰ ਚੱਲਦਾ ਨਹੀਂ ਹੈ। ਤੇ ਇਹ ਮੁੱਢ ਤੋਂ ਹੀ ਆਪਾਂ ਭੁੱਲੇ ਹੋਏ ਆ ਤੇ ਉੱਥੋਂ ਚੀਜ਼ ਆਊਗੀ ਤੇ ਜ਼ਰੂਰ ਮੇਰਾ ਵਿਸ਼ਵਾਸ ਹੈ ਕਿ ਛੇਤੀ ਆਪਾਂ ਇਸ ਨੂੰ ਫੋਲੋ ਕਰ ਸਕਦੇ ਹਾਂ। ਜਦ ਤੇ ਉੱਥੇ ਮੁੱਢ ਤੇ ਉੱਥੇ ਹੀ ਸੈਸ਼ਨ ਪੁਰਾਣਾ ਹੀ ਚੱਲੀ ਜਾਂਦਾ ਤੇ ਉੱਥੇ ਹੀ ਆਪਾਂ ਜਿੰਨਾ ਆਪਾਂ ਜੋ ਲਾ ਲਾਂਗੇ ਅਸੀਂ ਆਪਣੇ ਗੁਰਦੁਆਰੇ ਚੇਂਜ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦਾ ਫਰਕ ਨਹੀਂ ਪੈਣਾ। ਫਿਰ ਲੇਕਿਨ ਜੇ ਮੁੱਢ ਤੋਂ ਹੀ ਜਿੱਥੇ ਜੜ ਹੈ ਜਿਹੜੀ ਆ ਉਸ ਉੱਥੋਂ ਕੰਮ ਚੱਲੇ ਤੇ ਫਿਰ ਬਹੁਤ ਛੇਤੀ ਚੇਂਜ ਆਏਗੀ। ਤੇ ਮੈਂ ਬਹੁਤ ਕਹਿੰਦਾ ਵੀ ਗਿਆਨੀਆਂ ਨੂੰ ਥੋੜੀ ਇੰਸਟਰਕਸ਼ਨ ਦੇਣੀ ਚਾਹੀਦੀ। ਤੁਸੀਂ ਤੁਹਾਡੀ ਵੀ ਕਿਤੇ ਨਾ ਕਿਤੇ ਕਲਾਸ ਲੱਗਦੀ ਹੋਣੀ ਆ, ਮੈਂ ਕਿਹਾ ਜੇ ਤੁਸੀਂ ਵੀ ਥੋੜੀ ਹਿੰਮਤ ਕਰੋਗੇ, ਇੱਕ ਦੂਜੇ ਨੂੰ ਦੱਸੋਗੇ ਵੀ ਭਾਈ ਆਹ ਚੀਜ਼ਾਂ ਆ ਤੇ ਇਹ ਗੱਲ ਕਹੋਗੇ, ਤੁਸੀਂ ਵੀ ਇੱਕ ਦੂਜੇ ਦੇ ਘੁੱਟ ਕੇ ਨਾ ਰੱਖੋ, ਬੋਲ ਦਿਓ ਵੀ ਆਹ ਚੀਜ਼ ਹੈ, ਦਿਓ ਹੋਕਾ ਤੇ ਫਿਰ ਇਹ ਚੀਜ਼ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਬਹੁਤਾ ਨਾਂ ਲੰਮਾ ਜਾਵਾਂ। ਠੀਕ ਹੈ ਜੀ। ਵਾਹਿਗੁਰੂ
ਖਾਲਸਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਮੈਂ ਇੱਕੋ ਗੱਲ ਕਹੂੰਗਾ ਜੀ ਪ੍ਰਧਾਨ ਹੋਣਾ ਨੂੰ, ਵੀ ਜਿੱਦਾਂ ਹੁਣ ਸਾਡੇ ਕੋਲ ਗਿਆਨੀ ਮੋਹਰ ਸਿੰਘ ਇਸ ਵੇਲੇ ਕਥਾ ਕਰ ਰਹੇ ਆ ਆਸਾ ਕੀ ਵਾਰ ਦੀ, ਇਹਦੇ ਵਿੱਚੋਂ ਜਿੰਨੇ ਪੁਆਇੰਟ ਉਹ ਸਪੈਸ਼ਲੀ ਅੱਜ ਦੀ ਜਿਹੜੀ ਡਿਸਕਸ਼ਨ ਆ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੇ ਤੇ ਲਾਗੂ ਹੁੰਦੀਆਂ, ਅਸੀਂ ਆਪਣੇ ਗੁਰਦੁਆਰੇ ਤਾਂ ਚੱਲ ਗੱਲ ਲਾਗੂ ਕਰੇ ਸਕਦੇ ਜੀ। ਹੁਣ ਪ੍ਰਧਾਨ ਜੀ ਹੁਣ ਤੁਸੀਂ ਨੋਟ ਬਣਾਈ ਚਲੋ, ਜਦੋਂ ਨੋਟ ਨਹੀਂ ਮੇਰਾ ਕਹਿਣਾ ਇਹ ਆ ਦੇਖੋ ਗੱਲ ਇਹ ਜਿੰਨਾ ਜੇ ਤੁਸੀਂ ਗੱਲ ਕੋਈ ਚੰਗੀ ਤਰ੍ਹਾਂ ਸੁਣਦੇ ਆ, ਧਿਆਨ ਨਾਲ ਸੁਣਦੇ ਆ, ਨੋਟ ਬਣਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ। ਹੁਣ ਜੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਜੇ ਤਾਂ ਮੈਂ ਸਾਰਾ ਨਾ ਤੁਹਾਡੇ ਕੋਲ ਟਾਈਮ ਹੈਗਾ ਤੇ ਮੈਂ ਸਾਰਾ ਉਸ ਉਹਨਾਂ ਲਫ਼ਜ਼ਾਂ ਵਿੱਚ ਮੈਂ ਦੱਸ ਦਿੰਦਾ, ਤੇ ਇਹ ਆ ਵੀ ਤੁਹਾਡਾ ਧਿਆਨ ਹੀ ਕਿਤੇ ਹੋਰ ਪਾਸੇ ਹੋਣਾ। ਤੁਹਾਡਾ ਇਹ ਆ ਵੀ ਜੇ ਅਗਰ ਵਿੱਚ ਧਿਆਨ ਕਿਤੇ ਮਾੜੀਆਂ ਜਗ੍ਹਾ ਜਿੱਦਾਂ ਹੁੰਦੀ ਸੂਈ ਤੇ ਕਿਤੇ ਅਗਰ ਦਿਮਾਗ ਦੇ ਵਿੱਚ ਥੋੜੀ ਜਿਹੀ ਵਿੱਚ ਤੇ ਸੂਈ ਨੂੰ ਉਹਦੇ ਵਿੱਚ ਖੋਲ ਦਿਓ, ਧਿਆਨ ਉੱਥੇ ਵਿੱਚ ਰਹੂਗਾ ਤੇ ਸ਼ਬਦਾਂ ਵਿੱਚ ਰਹੂਗਾ, ਤੇ ਫਿਰ ਇਹਦੇ ਵਿੱਚ ਬਹੁਤਾ ਇੱਧਰ ਤੋਂ ਜਾਣ ਦੀ ਲੋੜ ਹੀ ਨਹੀਂ ਪੈਂਦੀ, ਨਾ ਬਹੁਤ ਨੋਟ ਬਣਾਉਣ ਦੀ ਲੋੜ ਪੈਂਦੀ ਹੈ। ਪੁਆਇੰਟ ਦੇਖੋ ਵੀ ਇਹਨਾਂ ਦੇ ਹੈਗਾ ਕਿ ਢੰਗ ਦੇ ਨਾਲ ਕਿ ਤਰਤੀਬ ਜਿਸ ਸਿਸਟਮ ਹੈ ਉਹਦੇ ਮੁਤਾਬਕ ਦੇ ਰਿਹਾ, ਤੇ ਤੁਹਾਡੇ ਦਿਮਾਗ ਵਿੱਚ ਉੱਤੇ ਹੀ ਕਿ ਥੋੜੀ ਜਿਹੀ ਲੜੀ ਵੱਜ ਜਾਣੀ ਚਾਹੀਦੀ। ਬੜੇ ਬੜੇ ਨਾ ਆਪਣੇ ਸੰਗਲ ਬਣੇ ਆ, ਅੜੀ ਤੇ ਅੜੀ, ਅੜੀ ਤੇ ਅੜੀ, ਤੇ ਅਗਰ ਜੋੜ ਕੇ ਦੇਖਿਓ ਫਿਰ ਅਗਰ ਉਹਨੂੰ ਬਿਠਾਉਣ ਦੀ ਵੀ ਲੋੜ ਹੈ। ਸਿਰਫ ਸੰਗਲ ਇਹ ਨਾ ਹੋਵੇ ਕਿ ਤੁਹਾਡੇ ਗੱਲ ਸੀ ਸੰਗਲ ਪੈ ਜਾਏ ਤੇ ਇਹਨੂੰ ਜੀਵਨ ਜੀ। ਹੁਣ ਅਸੀਂ ਸੰਗਲ ਨਹੀਂ ਪੈਣ ਦੇਣੇ। ਹੁਣ ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਹੁਣ ਵਿਚਾਰਧਾਰਾ ਹੋ ਰਹੀ ਆ ਨਾ, ਕਿੰਨੀ ਕਲੀਅਰ ਸਾਨੂੰ ਆ ਰਹੀ ਆ। ਨੋਟ ਮੈਂ ਬਣਾਉਣ ਦਾ ਤੁਹਾਨੂੰ ਨਹੀਂ ਸੀ ਕਹਿ ਰਿਹਾ, ਅਸੀਂ ਸਾਰੇ ਆਪਣੇ ਮਨ 'ਚ ਨੋਟ ਬਣਾਈਏ। ਜਦੋਂ ਮੁੜ ਕੇ ਗੁਰਦੁਆਰੇ ਖੁੱਲਣੇ ਆ ਉਹਦੇ ਵਿੱਚ ਅਸੀਂ ਸਾਰੇ ਜਣੇ ਰਲ ਕੇ ਇਹ ਜਿਹੜੀਆਂ ਗਲਤ ਮਨੌਤਾਂ ਆ ਉਹਨਾਂ ਨੂੰ ਭੰਨਣ ਦੀ ਕੋਸ਼ਿਸ਼ ਕਰੀਏ। ਅਸੀਂ ਇਹ ਨਾ ਵੇਟ ਕਰੀਏ ਕੋਈ ਗਿਆਨੀ ਆਊਗਾ ਹੋਰ ਸਾਨੂੰ ਸਿੱਖਿਆ ਦਊਗਾ। ਗਿਆਨੀ ਆਪਣੀ ਜਗ੍ਹਾ ਕੋਈ ਸਿੱਖਿਆ ਦੇ ਦਿੰਦਾ। ਹੁਣ ਗਿਆਨੀ ਮੋਹਰ ਸਿੰਘ ਨਾਲ ਬੜੀ ਵਧੀਆ ਕਲੀਅਰ ਗੱਲ ਸਾਡੇ ਪੱਲੇ ਪਾ ਦਿੱਤੀ ਆ। ਜੇ ਅਸੀਂ ਉਹਨੂੰ ਰੱਖ ਕੇ ਥੋੜਾ ਜਿਹਾ ਨੈਕਸਟ ਸਟੈਪ ਲਈਏ, ਉਹ ਨੈਕਸਟ ਸਟੈਪ ਇਹੀ ਹੈ ਕਿ ਜਦੋਂ ਸਾਡਾ ਟਾਈਮ ਆਇਆ ਅਸੀਂ ਵੀ ਆਪਣਾ ਜਿਹੜਾ ਰੋਲ ਪਲੇ ਕਰੀਏ, ਤਾਂ ਸਾਡੇ ਜਿਹੜੇ ਸੁਧਾਰ ਆਉਣਗੇ। ਜੇ ਹੋ ਸਕਦਾ ਕੋਈ ਹੋਰ ਗੁਰਦੁਆਰਾ ਸਾਡੇ ਸੁਧਾਰਾਂ ਨੂੰ ਦੇਖੂਗਾ, ਉਹ ਕਹਿਣਗੇ ਇਹ ਤਾਂ ਵਿਚਾਰਧਾਰਾ ਬੜੀ ਚੰਗੀ ਹੈ, ਸਾਰੇ ਅਪਣਾਉਣਗੇ। ਘੱਟੋ ਘੱਟ ਆਪਣੇ ਗੁਰਦੁਆਰੇ ਬਣਾਈਏ। ਤੇ ਇੰਨੀ ਮੇਰਾ ਖਿਆਲ ਇੱਥੇ ਆਪਾਂ ਖਤਮ ਕਰੀਏ ਜੀ। ਹੁਣ ਟਾਈਮ ਬਹੁਤ ਹੋ ਗਿਆ, 4 ਵਜਣੇ ਵਾਲੇ ਆ। ਉਹ ਲੈਣਾ ਟਾਈਮ ਹੋ ਥੋੜਾ ਜਿਹਾ। ਕੋਈ ਗੱਲ ਨਹੀਂ ਜੀ, ਤੁਸੀਂ ਏਦਾਂ ਕਰੋ ਸਾਰੇ ਜਣੇ ਆਪਣਾ ਹੁਣ ਕੰਟਰੋਲ 'ਚ ਰੱਖੀਏ ਆਪਣੇ ਆਪ ਨੂੰ। ਥੋੜਾ ਜਿਹਾ ਵੀਕਐਂਡ ਆ ਗਿਆ, ਕੱਲ ਦਾ ਦਿਨ ਹੈਗਾ ਸਾਡੇ ਕੋਲ, ਐਤਵਾਰ ਦਾ ਦਿਨ ਹੈਗਾ, ਤੇ ਇਹਦੇ ਵਿੱਚ ਮੁੜ ਕੇ ਆਪਣੀ ਵਿਚਾਰਧਾਰਾ ਨੂੰ ਥੋੜਾ ਜਿਹਾ ਕੰਟਰੋਲ 'ਚ ਰੱਖ ਕੇ ਤਾਂ ਵਿਚਾਰ ਕਰੋ ਪੂਰੀ ਤਰ੍ਹਾਂ। ਤੇ ਆਪਾਂ ਸੋਮਵਾਰ ਨੂੰ ਲੈ ਕੇ ਆਵਾਂਗੇ। ਜੇ ਅੱਜ ਦੇ ਨਾਲ ਕੋਈ ਸੰਬੰਧਿਤ ਸੋਮਵਾਰ ਨੂੰ ਵੀ ਆਪਾਂ ਗੱਲ ਕਰ ਸਕਦੇ ਹਾਂ, ਏਦਾਂ ਦੀ ਕੋਈ ਗੱਲ ਨਹੀਂ। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਮਤਲਬ ਗਾਹਾਂ ਦੀ ਜਿਹੜੀ ਪੌੜੀ ਉੱਥੋਂ ਕਰ ਰਹੇ। ਜੇ ਕੋਈ ਏਦਾਂ ਦੀ ਵੀ ਵਿਚਾਰ ਹੋਈ ਤਾਂ ਆਪਾਂ ਘੰਟਾ ਵੀ ਲਾ ਸਕਦੇ ਹਾਂ ਇਸੇ ਗੱਲ ਤੇ। ਜਿਹੜੀਆਂ ਮਨੌਤਾਂ ਨਹੀਂ ਠੀਕ ਹੈਗੀਆਂ ਉਹਨਾਂ ਨੂੰ ਭੰਨਣ ਵਾਸਤੇ ਇਸੇ ਕਰਕੇ ਆਪਾਂ ਇੱਥੇ ਬੈਠੇ ਹਾਂ। ਇੱਕ ਸਕਿੰਟ ਮੇਰਾ ਨਰਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਮੇਰਾ ਖਿਆਲ। ਮੈਂ ਇਹ ਕਹਿਣਾ ਸੀਗਾ, ਮੈਂ ਜਦੋਂ ਮੰਥਲੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ 10 ਮਿੰਟ ਜਾਂ 15 ਮਿੰਟ ਇਸ ਚੀਜ਼ ਦੇ ਉੱਤੇ ਥੋੜਾ ਡਿਸਕਸ਼ਨ ਕਰਕੇ ਤੇ ਇੰਪਲੀਮੈਂਟ ਹੋ ਸਕਦੀ ਹੈ। ਠੀਕ ਹੈ ਜੀ। ਹਾਂਜੀ, ਇਹ ਚੀਜ਼ਾਂ ਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਆਪਣਾ ਵੀ ਆਪਣੇ ਸਿਸਟਮ ਦੇ ਵਿੱਚ ਜੋ ਅਪਣਾਉਣਾ ਗਾਹਾਂ ਨੂੰ ਨਾ, ਉਹ ਆਪਾਂ ਧਿਆਨ ਦੇ ਵਿੱਚ ਰੱਖੀਏ ਤਾਂ ਪ੍ਰੈਕਟੀਕਲੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਦੇਖੋ ਜੀ, ਅੱਜ ਹੁਣ ਆ ਗਿਆ ਸੈਚਰਡੇ ਤੇ ਕੱਲ ਨੂੰ ਹੈਗਾ ਐਤਵਾਰ ਮਨਾਓ। ਕੱਲ ਨੂੰ ਸਵੇਰ ਨੂੰ ਇੱਕ ਪ੍ਰੋਗਰਾਮ ਹੈਗੇ ਸਾਡੇ, ਘੰਟਾ 1.5 ਘੰਟਾ ਜਿੱਦਾਂ ਵੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਉਹ ਦੇਖੋ ਤੇ ਸੁਣੋ ਤੇ ਆਪਣੇ ਜੋ ਵੀ ਖਾਣਾ, ਕੱਲ ਨੂੰ ਪਕੌੜੇ ਖਾਓ, ਪ੍ਰਸ਼ਾਦਾ ਖਾਓ, ਪ੍ਰਸ਼ਾਦ ਖਾਓ। ਤੇ ਸੋਮਵਾਰ ਨੂੰ ਫਿਰ ਮੁੜ ਕੇ ਏਦਾਂ ਹੱਸਦੇ ਖੇਲਦੇ ਮੁੜ ਕੇ ਆਓ, ਚੰਗੇ ਚੰਗੇ ਸ਼ੁਭ ਵਿਚਾਰ ਲੈ ਕੇ ਆਓ ਤਾਂ ਗਿਆਨੀ ਹੋਣਾ ਕੋਲੋਂ ਲੈ ਕੇ ਜਾਓ। ਇੱਥੇ ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।